ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਪਿਆਰੇ ਦਰਸ਼ਕੋ, ਨਵਾਂ ਦਿਨ ਤੇ ਨਵੇਂ ਮਸਲੇ ਇਹ ਦੇਸਾਂ ਪ੍ਰਦੇਸਾਂ ਵਿੱਚ ਜੋ ਵਾਪਰਦੇ ਨੇ ਉਹਨਾਂ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਪੰਜਾਬ ਫੋਕਸ ਵਿੱਚ ਸ਼ਾਮਲ ਕਰਦੇ ਹਾਂ। ਤੇ ਖੰਨਾ ਜੀ ਹੁਣ ਦੱਸਣਗੇ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਕਿਹੜੇ ਮਸਲੇ ਲੋਕਾਂ ਨਾਲ, ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ। ਮਸਲੇ ਦੱਸਣ ਤੋਂ ਪਹਿਲਾਂ ਨਾ ਇੱਕ ਗੱਲ ਜਿਹੜੀ ਬੜੀ ਚੱਲਦੀ ਪਈ ਆ ਜੀ ਸਾਡੇ ਮਹੱਲਿਆਂ ਦੇ ਵਿੱਚ, ਕਲੋਨੀਆਂ ਦੇ ਵਿੱਚ, ਕਹਿੰਦੇ ਆ ਗਰਮੀ ਦੇ ਵਿੱਚ ਨਾ ਹੁਣ ਕੱਟ ਬੜੇ ਜ਼ਬਰਦਸਤ ਲੱਗਣੇ ਨੇ। ਸਹੀ ਗੱਲ ਤੇ ਪੱਖੇ ਬੰਦ ਹੋ ਜਾਣੇ ਨੇ ਤੇ ਮੀਂਹ ਪੈਣਾ ਨਹੀਂ ਤੇ ਇਨਵਰਟਰ ਨੇ ਵੀ ਕਹਿ ਦੇਣਾ ਜੈ ਹਿੰਦ। ਤੇ ਉਸ ਤੋਂ ਬਾਅਦ ਗਰਮੀ ਵਾਸਤੇ ਪੱਖੀ ਲੈ ਕੇ ਬਹਿਣਾ ਪਊਗਾ। ਜਾਓ ਪਿੱਪਲਾਂ ਦੇ ਬੋੜਾਂ ਦੀ ਛਾਵਾਂ ਥੱਲੇ ਬਹਿਣਾ ਚਾਹੀਦਾ ਨੇ। ਅੱਜ ਕੱਲ੍ਹ ਉਹ ਵੀ ਨਹੀਂ ਹੈਗੇ, ਉਹ ਵੀ ਹੈ ਨਹੀਂ ਲਾਏ ਨਹੀਂ। ਵਾਕਿਆ ਗੱਲ ਸਹੀ ਹੈ। ਦੇਸੀ ਰੋਕੀ ਕੋਈ ਨਹੀਂ ਮਿਲਦਾ। ਫ੍ਰੀ ਦੀ ਬਿਜਲੀ ਮਾਫਕ ਨਹੀਂ ਹੋਣੀ ਸਾਨੂੰ। ਨਾ ਇਹ ਵੈਸੇ ਤੇ ਜਿਹੜੇ ਪਹਿਲੇ ਬਜ਼ੁਰਗ ਲੋਕ ਕਰਦੇ ਨਾ, ਛਾਵਾਂ ਦੇ ਥੱਲੇ ਬਹਿੰਦੇ, ਤਾਸ਼ ਖੇਡਦੇ, ਉੱਥੇ ਪਸ਼ੂ ਡੰਗਰ ਉੱਥੇ ਬੰਨ੍ਹਦੇ ਗਏ, ਬੱਚੇ ਬੁੜੀਆਂ ਸਾਰੇ ਬਹਿੰਦੇ ਉੱਥੇ ਹੀ ਜਿਹੜੇ ਚੁੱਲ੍ਹੇ ਮਗਦੇ ਤੇ ਚਾਹ ਪਾਣੀ ਵੀ ਉੱਥੇ ਹੁੰਦਾ ਸੀ। ਉਹ ਜ਼ਮਾਨਾ ਬਿਲਕੁਲ ਲੱਦ ਗਿਆ ਹੈ ਨਾ। ਮੰਜਿਆਂ ਵਾਲਾ ਜ਼ਮਾਨਾ ਲੱਦ ਗਿਆ, ਫਿਰ ਲੋਕਾਂ ਚਾਵੇਂ ਚੁੱਲ੍ਹਿਆਂ ਵਾਲਾ ਜ਼ਮਾਨਾ ਲੱਦ ਗਿਆ। ਹੁਣ ਲੋਕ ਜਿਹੜੇ ਆ ਨਾ ਐਡਵਾਂਸ ਆ ਗਏ। ਐਡਵਾਂਸ ਹੋ ਕੇ, ਮਾਡਰਨਾਈਜ਼ ਹੋ ਕੇ ਵੀ ਲੋਕ ਥੋੜ੍ਹੇ ਜਿਹੇ ਤੰਗ ਆ। ਬਿਲਕੁਲ ਮੇਰੇ ਮਾਤਾ ਜੀ ਦੱਸਦੇ ਨੇ, ਕਿਉਂਕਿ ਜਿਨ੍ਹਾਂ ਨੇ ਮਾਹੌਲ ਇਹ ਸਾਰਾ ਦੇਖਿਆ ਹੋਇਆ ਹੈ ਪਿੰਡਾਂ ਦਾ। ਜੀ ਬਜ਼ੁਰਗਾਂ ਨੇ ਬੈਠੇ ਹੋਣਾ ਮੰਜੇ ਢਾਹ ਕੇ, ਤੇ ਕੋਈ ਬੱਚਾ ਲੰਘਣਾ, ਓਏ ਉਰੇ ਆ, ਉਹ ਬੀਬੀ ਗਈ ਸੀ ਤੇਰੀ ਭਰਾ ਦੇ ਵਿਆਹ ਤੇ, ਮਿਠਾਈ ਮੁੱਕ ਗਈ ਆ, ਕਹਿੰਦੇ ਨਹੀਂ ਭਾਜੀ ਪਈ ਆ, ਜਾ ਲੈ ਕੇ ਆ। ਕਿਉਂਕਿ ਸਾਰਾ ਪਿੰਡ ਇੱਕੋ ਹੀ ਘਰ ਹੈ, ਉਹਨੇ ਜਾਣਾ। ਫਿਰ ਉਹ ਭਾਈਆ ਜੀ ਭਾਜੀ ਮੰਗਦੇ ਨੇ, ਉਹ ਸ਼ੱਕਰ ਪਾਰੇ, ਮੱਠੀਆਂ, ਜੋ ਵੀ ਉਹ ਲੈ ਕੇ ਆਉਣਾ, ਨਾਲ ਲੱਸੀ ਲੈ ਕੇ ਆਉਣੀ। ਮਤਲਬ ਸਾਰਾ ਦਿਨ ਬਜ਼ੁਰਗਾਂ ਨੇ ਇਦਾਂ ਰੌਣਕਾਂ ਲਾਈ ਰੱਖਣੀਆਂ, ਤੇ ਸਾਰਾ ਦਿਨ ਨੌਜਵਾਨਾਂ ਨੇ ਕੋਲ ਆਉਂਦੇ ਰਹਿਣਾ, ਹੋਰ ਲੋਕਾਂ ਨੇ ਕੋਲ ਆਉਂਦੇ ਰਹਿਣਾ। ਲੰਘਦੇ ਹੋਏ ਨੂੰ ਆਵਾਜ਼ ਮਾਰ ਦੇਣੀ, ਆ ਜਾ ਬਈ ਘੜੀ ਬਹਿ ਜਾ। ਦੁੱਖ ਦੀ ਘੜੀ ਹੁੰਦੀ ਜਾਂ ਕਿਸੇ ਦੇ ਲਈ ਕੋਈ ਘਰ ਦਾ ਖੁਸ਼ੀ ਦੀ ਘੜੀ ਹੁੰਦੀ ਤੇ ਲੋਕ ਸਾਂਝੀ ਕਰਦੇ ਜਾ ਕੇ ਬਜ਼ੁਰਗਾਂ ਨਾਲ। ਬਿਲਕੁਲ। ਫਿਰ ਬਜ਼ੁਰਗ ਆਸ਼ੀਰਵਾਦ ਦਿੰਦੇ ਸੀ। ਉਹੀ ਬਜ਼ੁਰਗ ਬਹਿ ਕੇ ਉੱਥੇ ਤਾਸ਼ ਖੇਡਦੇ ਸੀ, ਉੱਥੇ ਸਲਾਹਾਂ ਦਿੰਦੇ ਸੀ, ਉੱਥੇ ਪਿੰਡ ਦੇ ਬਾਰੇ, ਪਿੰਡ ਦੀ ਡਿਵੈਲਪਮੈਂਟ ਬਾਰੇ, ਪਿੰਡ ਦੇ ਦੁੱਖ ਸੁੱਖ ਬਾਰੇ, ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਗੱਲ ਕਰ ਦਿੰਦੇ। ਉਹ ਬਜ਼ੁਰਗਤਾ ਨਹੀਂ ਹੁਣ ਮਿਲਣੇ। ਹੁਣ ਤਾਂ ਲੋਕ ਜਿਹੜੇ ਅਸੀਂ ਪੋਸਟਾਂ ਪੜ੍ਹਦੇ ਹਾਂ ਫੇਸਬੁੱਕ ਤੋਂ, ਉਹਦੇ ਤੇ ਬੜੀਆਂ ਰਾਏ ਦਿੱਤੀਆਂ ਹੁੰਦੀਆਂ। 15 ਸਾਲ ਦਾ ਮੁੰਡਾ 70 ਸਾਲ ਦੇ ਮੁੰਡੇ ਦੇ ਬੰਦੇ ਦੇ ਬਾਰੇ ਲਿਖ ਰਿਹਾ। ਦੇਖ ਲਓ, ਇਹ ਤਾਂ ਅੱਜ ਕੱਲ੍ਹ ਉਲਟਾ ਜ਼ਮਾਨਾ, ਉਲਟੀ ਗੰਗਾ ਵੱਧ ਗਈ। ਅੱਗੇ ਲੋਕ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਉਮਰ ਵਿਆਜੀ ਸੀ, ਉਹਨਾਂ ਨੂੰ ਪਤਾ ਨਹੀਂ, ਆਪਣੀ ਉਮਰ ਦੇ ਤਜਰਬੇ ਚੋਂ ਕੱਢ ਕੇ ਉੱਥੇ ਜਾ ਕੇ ਰਾਏ ਦਿੰਦੇ ਸੀ, ਸਲਾਹ ਦਿੰਦੇ ਸੀ। ਹੁਣ ਤਾਂ 15 ਸਾਲ ਦਾ, 20 ਸਾਲ ਦਾ, 25 ਸਾਲ ਦੀ ਕੁੜੀ ਉਹ ਲਿਖੀ ਜਾਂਦੇ ਆ, ਬਜ਼ੁਰਗ ਚੁੱਪ ਆ। ਬਜ਼ੁਰਗ ਤਾਂ ਵਿਚਾਰੇ ਫੇਸਬੁੱਕ 'ਤੇ ਆਉਂਦੇ ਨਹੀਂ, ਨਾ YouTube 'ਤੇ ਆਉਂਦੇ ਆ, ਨਾ ਇੰਸਟਾਗ੍ਰਾਮ 'ਤੇ ਆਉਂਦੇ ਆ। ਇਹ ਉਲਟੀ ਗੰਗਾ ਵਹਿ ਰਹੀ ਹੈ ਸਾਰੇ ਪਾਸੇ। ਅਗਲੇ ਉਹ ਦੱਸ ਰਿਹਾ ਵੀ ਇੱਦਾਂ ਨਾ ਕਰੋ, ਆਹ ਜੀਵਨ ਦੇ 4 ਮੁੱਦੇ ਹੈਗੇ ਆ, ਇਹਨਾਂ ਨੂੰ ਇਸ ਤਰ੍ਹਾਂ ਅਪਣਾਓ, ਆਹ ਘਰ ਵਿੱਚ ਮਾੜੀਆਂ ਚੀਜ਼ਾਂ ਨਾ ਰੱਖੋ। ਉਹ ਸਲਾਹਾਂ ਦੇ ਰਹੇ। ਇਸੇ ਕਰਕੇ ਲੋਕਾਂ ਦੇ ਵਿੱਚ ਬੜੀ ਸ਼ਾਂਤੀ ਜਿਹੜੀ ਹੈ ਭੰਗ ਹੋ ਰਹੀ ਹੈ। ਬਿਲਕੁਲ ਜੀ, ਉਹ ਮਾਹੌਲ, ਉਹ ਸਾਰਾ ਵਾਤਾਵਰਣ ਅੱਜ ਲੋਕ ਬੜਾ ਮਿਸ ਕਰਦੇ ਨੇ। ਅੱਜ ਕੱਲ੍ਹ ਦੇ ਦਰਖਤ ਵੀ ਨਹੀਂ ਹੈਗੇ, ਨਾ ਉੱਦਾਂ ਦੇ ਖਾਣੇ ਰਹਿ ਗਏ, ਨਾ ਬਜ਼ੁਰਗ ਰਹਿ ਗਏ, ਨਾ ਨਸੀਹਤਾਂ, ਨਾ ਸਲਾਹਾਂ ਰਹਿ ਗਈਆਂ। ਨਾ ਉਹ ਪੰਛੀ, ਨਾ ਚਿੜੀਆਂ ਹੋਏ ਨੇ, ਨਾ ਚਿੜੀਆਂ ਬੋਲਣਗੀਆਂ, ਨਾ ਗਟਾਰਾਂ ਬੋਲਣਗੀਆਂ, ਨਾ ਘੁੱਗੀਆਂ ਦੀ ਕੂਕੂ ਹੋਗੀ, ਤੇ ਨਾ ਕੁੱਕੜ ਬਾਂਗਾਂ ਦੇਣਗੇ। ਸਾਰਾ ਕੁਝ ਖਤਮ। ਅੱਜ ਕੱਲ੍ਹ ਦੇ ਕੁੱਕੜ ਵੀ ਅਲਾਰਮ ਲਗਾ ਕੇ ਸੌਂਦਾ ਕਿ ਸਵੇਰੇ 4 ਵਜੇ ਕੁੱਕੜ ਵੀ ਨਹੀਂ ਜਾਗਦਾ, ਅਲਾਰਮ ਸੁਣ ਕੇ ਫਿਰ ਜਾ ਕੇ ਫਿਰ ਬਾਂਗ ਦਿੰਦਾ, ਕੁੱਕੜੂ ਸਾਰੇ ਜਾਗ ਜਾਓ। ਉਹ ਤਾਂ ਬਾਹਰ ਚੈਨੀ ਆ ਗਿਆ ਨਾ, ਕੁੱਕੜ ਵੀ ਚੈਨੀ ਆ, ਜਿਹੜੇ ਹੈਗੇ ਨਾ ਹਾਈਬ੍ਰਿਡ ਦੇ ਆ ਗਏ। ਦੇਸੀ ਕੁੱਕੜ ਤਾਂ ਲੱਭਣਾ ਨਹੀਂ ਕਿਤੇ ਵੀ। ਸਾਰਾ ਕੁਝ ਸਵਾਦ ਗਏ ਹੈ ਨਾ, ਸਾਰਾ ਕੁਝ ਦੁਨੀਆ ਗਈ, ਔਰ ਨੇਕ ਸਲਾਹਾਂ ਖਤਮ ਹੋ ਗਈਆਂ। ਇਸੇ ਕਰਕੇ ਲੋਕਾਂ ਦੇ ਵਿੱਚ ਨਿਮਰਤਾ ਵੀ ਖਤਮ ਹੋ ਗਈ। ਚਲੋ ਅਸੀਂ ਜੀਰਾ ਕਹਿੰਦੇ ਹਾਂ, ਲੋਕ ਉਹਨੂੰ ਅੰਗਰੇਜ਼ੀ 'ਚ ਪੇਸ਼ੈਂਸ ਕਹਿੰਦੇ ਆ। ਉਹ ਕਹਿੰਦੇ ਵੀ ਜਿਹੜਾ ਅੰਦਰੂਨੀ ਜਿਗਰਾ ਵਾ, ਜੀਰਾ, ਉਹ ਤਾਂ ਰੱਖੋ ਆਪਣਾ। ਪੇਸ਼ੈਂਸ ਖਤਮ ਹੋ ਗਈ, ਜਿਹਨੂੰ ਆਪਾਂ ਵਾਰ ਆਨੇ ਫਿਰ ਆਉਂਦੇ ਯਾਰ, ਜਿਹਨੂੰ ਆਪਾਂ ਬਹੁਤ ਕਹਿੰਦੇ ਚਿੰਤਾ 'ਚ ਆ ਗਿਆ ਜੀ, ਤੇ ਉਹ ਟੈਨਸ਼ਨ ਬੜੀ ਕਹਿੰਦੇ ਯਾਰ, ਇਹ ਤੂੰ ਟੈਨਸ਼ਨ ਨਾ ਲੈ। ਇਹ ਬੜੀਆਂ ਗੱਲਾਂ ਆ ਗਈਆਂ, ਅੰਗਰੇਜ਼ੀ ਆ ਗਈ, ਉਹ ਗੱਲਾਂ ਨਹੀਂ ਖਤਮ। ਨਿੱਕੇ ਬੱਚਿਆਂ ਨੂੰ ਟੈਨਸ਼ਨ ਹੋਈ ਹੈ। ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਨੇਕ ਸਲਾਹ ਦੇਣ ਦੀ। ਜ਼ਰੂਰ ਸਹੀ ਗੱਲ ਮੁੱਦਿਆਂ ਦੇ ਉੱਤੇ ਠੀਕ ਰਿਹਾ। ਦੱਸੋ ਕੀ। ਤੇ ਅਮਰੀਕਾ ਵਿੱਚ ਕੀ ਹੋਇਆ ਕਿ ਜ਼ਰੂਰੀ ਦਵਾਈਆਂ ਦੀ ਕਮੀ ਹੋ ਗਈ ਹੈ ਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਦੇਖੋ, ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਆਹ ਗੱਲਾਂ ਹੋ ਜਾਣ ਤੇ ਬੰਦਾ ਫਿਰ ਕੀ ਕਹੇਗਾ? ਕਿਹਦੀ ਮਾਂ ਨੂੰ ਮਾਸੀ ਕਵੇ? ਸਿੱਧੀ ਗੱਲ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨਾ, ਕਿਹਦੀ ਮਾਂ ਨੂੰ ਮਾਸੀ ਕਹਿਣਾ ਫਿਰ, ਜੇ ਇੱਦਾਂ ਦੀਆਂ ਗੱਲਾਂ ਸੁਪਰ ਕੰਟਰੀ 'ਚ ਹੋਣ ਲੱਗ ਪਈਆਂ। ਸੋ G7 ਸਿਖਰ ਸੰਮੇਲਨ ਉਹ ਹੋ ਰਿਹਾ। ਬਾਈਡਨ ਸਾਹਿਬ ਸਭ ਤੋਂ ਪਹਿਲਾਂ ਪਹੁੰਚੇ ਸੀ, ਅਸੀਂ ਹਾਈਲਾਈਟ ਦਿੱਤੀ ਸੀ ਇੱਥੋਂ ਆਪਣੀ। ਤੇ ਯੂਕਰੇਨ ਤੇ ਰੂਸ ਦੀ ਜੰਗ ਨੂੰ ਕਿੱਦਾਂ ਰੋਕਣਾ ਚਾਹੀਦਾ, ਸਾਲ ਤੋਂ ਉੱਤੇ ਹੋ ਗਿਆ। ਇਹ ਆਪਣੇ ਭਾਰਤ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਗੱਲਬਾਤ ਕੀਤੀ ਹੈ, ਆਵਾਜ਼ ਚੁੱਕੀ ਹੈ ਕਿ ਇਹਨਾਂ ਯਤਨਾਂ ਦੇ ਉੱਤੇ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਤੇ G7 ਜਿਹੜਾ ਹੈ ਨਾ, ਉਹ ਉੱਥੇ ਹੋ ਰਿਹਾ ਹੀਰੋਸ਼ੀਮਾ 'ਚ। ਉਹਦਾ ਕਾਰਨ ਇਹ ਹੈ ਕਿ ਦੇਖੋ, ਅਮਰੀਕਾ ਨੇ ਸਭ ਤੋਂ ਪਹਿਲਾਂ ਬੰਬ ਸੁੱਟਿਆ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ, ਸੈਕੰਡ ਵਰਲਡ ਵਾਰ 1945 ਦੇ ਵਿੱਚ। ਹੁਣ ਉਹ ਸਾਰੀਆਂ ਗੱਲਾਂ ਇਤਿਹਾਸ ਨੂੰ ਬਈ
ਦਰਕਿਨਾਰ ਕੀਤਾ ਜਾਵੇ, ਭੁਲਾਇਆ ਜਾਵੇ ਜੋ ਗਲਤੀਆਂ ਹੋ ਗਈਆਂ। ਔਰ ਅੱਜ ਇੱਕ ਨਵੀਂ ਦੁਨੀਆ, ਇੱਕ ਨਵਾਂ ਸੂਰਜ ਉੱਗਿਆ ਤੇ ਨਵੀਂ ਸੋਚ ਦੇ ਨਾਲ ਆਪਾਂ ਨਵੀਂ ਦੁਨੀਆ ਦਾ ਸਿਰਜਣ ਕਰੀਏ। ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਤੇ ਜੰਗ ਨੂੰ ਕਿੱਦਾਂ ਰੋਕਣਾ ਹੈ ਜੀ, ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਤੇ 2000 ਦੇ ਨੋਟ ਬੰਦ ਹੋ ਗਏ ਨੇ, ਬਾਇਬੈਕ ਕਰ ਦਿੱਤੀ ਅਸੀਂ ਉਹਨਾਂ ਨੂੰ, 30 ਸਤੰਬਰ ਤੱਕ ਹੀ ਹੈਗੇ ਨੇ। ਉਦੋਂ ਤੱਕ ਬੈਂਕਾਂ 'ਚ ਜਾ ਕੇ ਤੁਸੀਂ ਬਦਲੋ। ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਕਹਿ ਰਹੇ ਨੇ ਵੀ ਕੀ ਲੋੜ ਪਈ ਸੀ 6.5 ਸਾਲ ਦੇ ਅੰਦਰ ਹੀ ਇਹਨਾਂ ਨੂੰ ਘਰ ਭੇਜਤਾ। 2000 ਦੇ ਨੋਟਾਂ ਨੂੰ ਬਲੈਕ ਮਨੀ ਕਿੱਦਾਂ ਰੁਕੇਗੀ, ਖੈਰ ਆਪਾਂ ਡਿਟੇਲ 'ਚ ਗੱਲ ਕਰਾਂਗੇ। ਤੇ ਪੰਜਾਬ ਪੁਲਿਸ ਦੇ ਜਿਹੜੇ IG ਛੀਨਾ ਸਾਹਿਬ ਹੋਣਗੇ, ਜਿਹੜੀ ਮਜੀਠੀਆ ਦੇ ਖਿਲਾਫ ਜਾਂਚ ਚੱਲ ਰਹੀ ਹੈ ਡਰੱਗ ਕੇਸ ਦੇ ਵਿੱਚ, ਉਹਦੀ ਜਿਹੜੀ ਸਿੱਟ ਹੈਗੀ ਆ, ਸਪੈਸ਼ਲ ਕਮੇਟੀ ਜਿਹੜੀ ਬਣੀ ਹੈ, ਉਹਦੇ ਚੀਫ, ਉਹਦੇ ਮੁਖੀ ਬਣਾਏ ਜਾ ਰਹੇ ਨੇ ਜੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਕੇਜਰੀਵਾਲ ਨਾਲ ਰਾਜ ਸਭਾ ਬਿੱਲ ਰੋਕਣ ਲਈ ਮੁਲਾਕਾਤ, ਕਿਉਂਕਿ ਇੱਧਰ 6 ਹਫ਼ਤਿਆਂ ਦੀਆਂ ਛੁੱਟੀਆਂ ਹੋਈਆਂ ਸੁਪਰੀਮ ਕੋਰਟ ਦੇ ਵਿੱਚ ਤੇ ਉਧਰ ਸਰਕਾਰ ਇੱਕ ਨਵਾਂ ਬਿੱਲ ਲੈ ਕੇ ਆ ਗਈ ਹੈ ਜੋ ਸਿੱਧੇ ਤੌਰ ਤੇ ਵਾਬਸਤਾ ਹੈਗਾ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣੀ ਕੇਜਰੀਵਾਲ ਸਾਹਿਬ ਦੀ, ਆਮ ਆਦਮੀ ਪਾਰਟੀ ਦੀ, ਤੇ ਉਹਨੂੰ ਕਿੱਦਾਂ ਰੋਕਣਾ ਹੈ ਉਹ ਬਿੱਲ ਨੂੰ, ਤੇ ਉਹ ਕੇਜਰੀਵਾਲ ਸਾਹਿਬ ਦੀ ਜਿਹੜੀ ਸਰਕਾਰ ਹੈ ਉਹਦੇ ਉੱਤੇ ਕਿੱਦਾਂ ਉਹਨੂੰ ਅਟੈਕ ਮੰਨਿਆ ਜਾ ਰਿਹਾ, ਇਹ ਸਾਰੀਆਂ ਗੱਲਾਂ ਕਰਾਂਗੇ। ਔਰ ਕਹਿੰਦੇ ਟਾਈਮਿੰਗ ਦੇਖੋ ਕਿ 6 ਹਫ਼ਤੇ ਵਾਸਤੇ ਸੁਪਰੀਮ ਕੋਰਟ ਬੰਦ ਹੋਇਆ ਤੇ ਇਹ ਬਿੱਲ ਲੈ ਕੇ ਆ ਗਏ ਨੇ, ਪਹਿਲਾਂ ਕਿਉਂ ਨਹੀਂ ਲਿਆਂਦਾ, ਕਿਉਂਕਿ ਇਹ ਗੈਰ ਸੰਵਿਧਾਨਿਕ ਹੈ। ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜੀ। ਸੋ ਅੱਗੇ ਚੱਲਦੇ ਹਾਂ। ਗੁਰਬਾਣੀ ਦਾ ਪ੍ਰਸਾਰਣ ਸਿਰਫ PTC ਚੈਨਲ ਕੋਲ ਹੈ ਤੇ ਹੁਣ ਇਹ ਮੰਗ ਉੱਠਦੀ ਪਈ ਹੈ ਕਿ ਸਾਰੇ ਚੈਨਲਾਂ ਕੋਲ ਹੋਣਾ ਚਾਹੀਦਾ, ਕਿਉਂਕਿ ਮੇਨ ਮਕਸਦ ਹੈ ਗੁਰਬਾਣੀ ਨੂੰ ਘਰ ਘਰ ਪਹੁੰਚਾਉਣਾ, ਹਰ ਦੇਸ਼ ਦੇ ਵਿੱਚ ਪਹੁੰਚਾਉਣਾ। ਤੇ ਹਰ ਦੇਸ਼ ਦੇ ਵਿੱਚ ਹਰ ਚੈਨਲ ਤਾਂ ਹੀ ਕਾਮਯਾਬ ਹੋ ਸਕਦਾ ਹੈ ਕਿ ਜੇ ਸਾਰੇ ਚੈਨਲਾਂ ਕੋਲ ਹੋਵੇ, ਕਿਉਂਕਿ ਇੱਕ ਚੈਨਲ ਹਰ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦਾ। ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ। ਪਿੱਛੇ ਜੇ ਤਾਂ ਇੱਕ ਵੀ ਗੱਲ ਹੋ ਰਹੀ ਸੀ ਕਿ YouTube ਦੇ ਉੱਤੇ ਵੀ ਪਾਇਆ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਗੱਲ ਕਰ ਰਹੀ ਸੀ। ਸੋ ਦੇਸ਼ ਦੀ ਨਵੀਂ ਬਣੀ ਪਾਰਲੀਮੈਂਟ ਦੀ ਇਮਾਰਤ ਜਿਹੜੀ ਹੈ ਉਹਦਾ ਉਦਘਾਟਨ ਪ੍ਰਾਈਮ ਮਿਨਿਸਟਰ ਮੋਦੀ ਨਾ ਕਰਨ ਬਲਕਿ ਰਾਸ਼ਟਰਪਤੀ ਕਰਨ, ਇਹ ਰਾਹੁਲ ਗਾਂਧੀ ਕਹਿ ਰਹੇ ਨੇ। ਦੇਖੋ ਹੁਣ ਇਸ ਗੱਲ ਦਾ ਕੀ ਬਣਦਾ ਹੈ। ਤੇ 28 ਮਈ ਨੂੰ ਖੱਪ ਪੰਚਾਇਤ ਤੇ ਔਰਤਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਹੱਕ ਦੇ ਵਿੱਚ ਸੰਸਦ ਦੇ ਸਾਹਮਣੇ ਧਰਨਾ ਦਿੱਤਾ ਜਾਏਗਾ। ਕਾਫੀ ਲੰਬਾ ਸਮਾਂ ਹੋ ਗਿਆ ਹੈ। ਬ੍ਰਿਜ ਭੂਸ਼ਣ ਜੀ ਦੇ ਉੱਤੇ ਵੀ ਇਹ ਐਕਸ਼ਨ ਲਿੱਤਾ ਜਾ ਰਿਹਾ ਕਿ ਉਹਨਾਂ ਨੂੰ ਵੀ ਆਪਣੀ ਪੋਸਟ ਛੱਡਣੀ ਪਏਗੀ ਜੀ, ਔਰ ਕਾਫੀ ਜ਼ਿਆਦਾ ਇਹਦੇ ਉੱਤੇ ਸਾਰਿਆਂ ਨੂੰ ਸਪੋਰਟ ਮਿਲਦੀ ਪਈ ਹੈ ਪਹਿਲਵਾਨਾਂ ਨੂੰ। ਤਾਂ ਬਾਕੀ ਰਹਿ ਗਿਆ ਜੀ ਖੇਤੀ ਸਮਰਥਨ ਮੁੱਲ। MSP ਕਮੇਟੀ ਵੱਲੋਂ ਤਿਆਰ ਡਰਾਫਟ ਨੂੰ ਅੰਤਿਮ ਛੋਹਾਂ, ਕੇਂਦਰ ਸਰਕਾਰ ਇਹ ਸਾਰੀ ਗੱਲਬਾਤ ਕਰ ਰਹੀ ਹੈ ਕਿ ਉਹਨੂੰ ਫਾਈਨਲ ਡਰਾਫਟਿੰਗ ਕੀਤੀ ਜਾਵੇ, ਫਾਈਨਲ ਰੂਪ ਦਿੱਤਾ ਜਾਵੇ MSP ਨੂੰ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ। ਜ਼ਰੂਰ। ਦਵਾਈਆਂ ਤਾਂ ਸਭ ਨੂੰ ਚਾਹੀਦੀਆਂ ਨੇ, ਸਿਹਤ ਸੁਵਿਧਾਵਾਂ ਸਭ ਨੂੰ ਚਾਹੀਦੀਆਂ ਨੇ। ਹੁਣ ਆਹ ਕੀ ਹਾਲ ਹੈ ਕਿ ਉੱਥੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ, ਕਮੀ ਆ ਗਈ ਦਵਾਈਆਂ ਦੀ ਅਮਰੀਕਾ ਦੇ ਵਿੱਚ। ਇਹ ਦੇਖੋ ਜਿਹਨੂੰ ਅਸੀਂ ਸੁਪਰ ਦੇਸ਼ ਕਹਿੰਦੇ ਆ, ਉਹਦੇ ਵਿੱਚ ਜੇ ਇਸ ਤਰ੍ਹਾਂ ਦੀ ਕਿੱਲਤ ਆਉਂਦੀ ਹੈ ਦਵਾਈਆਂ ਦੇ ਵਿੱਚ, ਮੈਡੀਸਨ ਜਿਹੜੀਆਂ ਜ਼ਰੂਰਤ ਨਾਲ ਹੈਗੀਆਂ ਨੇ, ਜਿਹਦੇ ਵਿੱਚ ਮਰੀਜ਼ ਚਾਹੁੰਦੇ ਨੇ ਕਿ ਦਵਾਈਆਂ ਸਾਨੂੰ ਖੁੱਲ੍ਹੇਆਮ ਮਿਲਣ, ਚਾਹੇ ਮਹਿੰਗੀਆਂ ਮਿਲਣ, ਪਰ ਉਹਨਾਂ ਦੀ ਨੌਨ ਅਵੇਲੇਬਿਲਟੀ ਇਸ ਵੇਲੇ ਸਾਰਿਆਂ ਸਟੋਰਾਂ 'ਤੇ ਹੈਗੀ ਆ। ਔਰ ਇਹ ਸੈਸ਼ਨ ਦਾ ਜਿਹੜਾ ਚੱਲ ਰਿਹਾ ਸੀਗਾ ਵਾਈਟ ਹਾਊਸ ਵਿੱਚ, ਉੱਥੋਂ ਤੱਕ ਗੱਲ ਪਹੁੰਚ ਗਈ, ਬਾਈਡਨ ਸਾਹਿਬ ਤੱਕ ਗੱਲ ਪਹੁੰਚ ਗਈ ਕਿ ਤੁਸੀਂ ਇਸ ਨੂੰ ਕਿਸੇ ਤਰੀਕੇ ਨਾਲ ਖੁੱਲ੍ਹੇਆਮ ਕਰੋ, ਚਾਹੇ ਬਾਹਰਲੇ ਦੇਸ਼ ਤੋਂ ਮੰਗਾ ਲਓ। ਜਦੋਂ ਕਿ ਕਰੋਨਾ ਦਾ ਆਮਦ ਹੋਈ ਆ ਅਮਰੀਕਾ ਦੇ ਵਿੱਚ ਵੀ, ਉਦੋਂ ਕਰੋਸੀਨ ਇੰਡੀਆ 'ਚੋਂ ਗਈ ਆ, ਔਰ ਉਸ ਵੇਲੇ ਵੀ ਇਹਨਾਂ ਨੇ ਮੰਗਵਾਈ, ਉੱਥੋਂ ਸਪਲਾਈ ਗਈ ਇੱਥੋਂ ਇੰਡੀਆ 'ਚ, ਊਨੇ ਬਣਦੀ ਸੀਗੀ, ਔਰ ਉਹਦੇ ਵਿੱਚ ਇੰਜੈਕਸ਼ਨ ਵੀ ਗਏ, ਬੜਾ ਕੁਝ ਗਿਆ, ਕਿਉਂਕਿ ਅਮਰੀਕਾ ਕਰੋਨਾ ਦੀ ਮਾਰ ਹੇਠ ਜ਼ਿਆਦਾ ਆ ਗਿਆ। ਜਰਮਨ ਆ ਗਿਆ ਸੀਗਾ, ਇਟਲੀ ਆ ਗਿਆ ਸੀਗਾ, ਜਦੋਂ ਕਿ ਇਹ ਜ਼ਿਆਦਾ ਫੈਲਿਆ ਵਾ ਚਾਈਨਾ ਤੋਂ। ਅਤੇ ਇਸ ਵੇਲੇ ਜਿਹੜੀ ਕਿੱਲਤ ਹੈਗੀ ਹੈ ਦਵਾਈਆਂ ਦੀ ਹੈ। ਦਵਾਈਆਂ ਜਿਹੜੀਆਂ ਬਿਲਕੁਲ ਸਟੋਰਾਂ ਵਿੱਚ ਹੈ ਨਹੀਂ ਗੀਆਂ, ਜਿੱਥੇ ਵਿੱਚ ਜਿੱਦਾਂ ਡਾਕਟਰ ਪ੍ਰਿਸਕ੍ਰਾਈਬ ਕਰਦਾ ਲਿਖ ਦਿੰਦਾ, ਔਰ ਉਹਦੇ ਤੋਂ ਬਾਅਦ ਜਿਹੜੀ ਉਹ ਦਵਾਈ ਲੈਣ ਜਾਂਦੇ ਆ, ਸਟੋਰ ਦੇ ਵਿੱਚ ਲਾਈਨਾਂ ਲੱਗੀਆਂ, ਉਹਦੇ ਵਿੱਚ ਜਦੋਂ ਡਾਕਟਰ ਉਹਦੇ ਕੋਲ ਪਹੁੰਚਦੇ, ਕੈਮਿਸਟ ਕੋਲ ਆਉਂਦਾ ਨਹੀਂ ਜੀ ਹੈ ਨਹੀਂ ਇਹ ਦਵਾਈ, ਔਰ ਉਹ ਇੱਥੋਂ ਤੱਕ ਪਹੁੰਚ ਕੇ ਕਹਿੰਦੇ ਸਾਨੂੰ ਭਾਵੇਂ ਦੁੱਗਣੇ ਮੁੱਲ 'ਤੇ ਦੇ ਦਿਓ, ਪਰ ਸਾਨੂੰ ਦਵਾਈ ਤਾਂ ਮਿਲਣੀ ਚਾਹੀਦੀ ਹੈ, ਕਿਉਂਕਿ ਮਰੀਜ਼ ਤਾਂ ਮੰਜੇ 'ਤੇ ਤੜਫ ਰਿਹਾ। ਉਦੋਂ ਡਾਕਟਰ ਨੇ ਕਹਿਤਾ ਕਿ ਆਹ ਦਵਾਈ ਚਾਹੀਦੀ ਹੈ, ਉਹਨੂੰ ਦਵਾਈ ਦੇਣ ਤੋਂ ਬਾਅਦ ਮੰਨ ਲਓ ਗਲੂਕੋਜ਼ ਉਹਦੇ ਵਿੱਚ ਕੁਛ ਉਹਨਾਂ ਨੇ ਹੋਰ ਚੀਜ਼ਾਂ ਪਾ ਕੇ ਉਹਨਾਂ ਨੂੰ ਟ੍ਰਿਪ ਚਾੜ੍ਹਨੀ ਹੈਗੀ ਹੈ, ਤਾਂ ਉਹ ਜੇ ਮਿਲਿਆ ਹੀ ਨਾ ਕੁਛ ਵੀ ਤਾਂ ਬੰਦਾ ਤਾਂ ਵਿਚਾਰਾ ਗਿਆ ਨਾ। ਜਦੋਂ ਕਿ ਉਹਨੂੰ ਜੇ ਲੂਜ਼ ਮੋਸ਼ਨ ਨਾਲ ਪਾਣੀ ਦੀ ਘਾਟ ਆ ਗਈ ਆ, ਉਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਫੌਰੀ ਤੌਰ 'ਤੇ ਦਵਾਈ ਚਾਹੀਦੀ ਹੈ। ਪਰ ਜਿਸ ਦੇਸ਼ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਦੇਸ਼ ਤਾਂ ਸਾਰੀ ਦੁਨੀਆ ਦੇ ਸਿਖਰ 'ਤੇ ਬੈਠਾ, ਔਰ ਉਹ ਦੇਸ਼ ਦੀ ਇਕੋਨਮੀ ਬਹੁਤ ਦੂਰ ਤੱਕ ਪਹੁੰਚੀ ਆ, ਜਿੱਥੇ ਤੱਕ ਉਹ ਰਾਜਨੀਤੀ ਦੇ ਤੌਰ 'ਤੇ ਵੀ ਕੋਈ ਵੀ ਸੋਚ ਦੇ ਲਿਹਾਜ਼ ਨਾਲ ਹਰ ਦੇਸ਼ ਦੇ ਵਿੱਚ ਅਮਰੀਕਾ ਹੁੰਦੀ ਹੈ। ਪਰ ਜਿਸ ਦੇਸ਼ ਵਿੱਚ ਦਵਾਈਆਂ ਬਣਦੀਆਂ ਜਾਂ ਨਹੀਂ ਬਣਦੀਆਂ, ਉਸ ਦੇਸ਼ ਨੂੰ ਇਸ ਚੀਜ਼ ਦੀ ਕਿੱਲਤ ਆ ਜੇ, ਘਾਟ ਆ ਜੇ, ਤਾਂ ਬੜੀ ਮਾੜੀ ਗੱਲ ਹੈ, ਤਾਂ ਹੈਰਾਨੀਜਨਕ ਵੀ ਹੈ। ਔਰ ਉਹਦੇ ਵਿੱਚ ਜੇ ਅਸੀਂ ਡਿਵੈਲਪਿੰਗ ਕੰਟਰੀ ਦੀ ਗੱਲ ਕਰੀਏ ਕਿ ਇੱਦਾਂ ਦੀ ਕੋਈ ਊਣਤਾਈ ਨਹੀਂ ਆਈ। ਅਸੀਂ ਇੰਡੀਆ 'ਚ ਬੈਠੇ ਹਾਂ, ਹਿੰਦੁਸਤਾਨ 'ਚ ਇੱਦਾਂ ਦੀ ਕਦੀ ਕੋਈ ਗੱਲ ਨਹੀਂ। ਜਿਹੜੀ ਮੈਡੀਕਲ ਕਾਉਂਸਲ ਆਫ ਇੰਡੀਆ, ਉਹਦੀ ਕੰਸਲਟੇਸ਼ਨ ਨਾਲ ਸਾਰੇ ਪਾਸੇ ਦਵਾਈਆਂ ਬਣਦੀ,
ਉਹਦੇ 'ਚ ਡਾਕਟਰ ਪ੍ਰਿਸਕ੍ਰਾਈਬ ਕਰਦਾ, ਦਵਾਈ ਉਸੇ ਵੇਲੇ ਲੈ ਕੇ ਅਸੀਂ ਆ ਜਾਂਦੇ ਹਾਂ। ਪਰ ਆਪਣੇ ਤਾਂ ਹੁਣ ਹੋਰ ਸਸਤੀਆਂ ਹੋ ਰਹੀਆਂ, ਜਿੱਥੇ ਇੱਥੇ ਸਟੋਰ ਬਣਿਆ, ਕੈਮਿਸਟ ਉੱਥੇ ਬੈਠੇ ਆ, ਦਵਾਈ ਤੁਸੀਂ ਇਮੀਡੀਏਟ ਤੇ ਲਿਆ ਸਕਦੇ ਜੇ। ਤੁਹਾਨੂੰ ਡਾਕਟਰ ਨੇ ਕਹਿਤਾ, ਕੈਮਿਸਟ ਨੇ ਕਹਿਤਾ ਵੀ ਆਹ ਦਵਾਈ ਚਾਹੀਦੀ ਆ, ਤੁਸੀਂ ਫੌਰੀ ਤੌਰ ਤੇ ਆਪਣੇ ਬੱਚੇ ਲਈ, ਆਪਣੇ ਘਰ ਵਾਲੇ ਲਈ, ਆਪਣੇ ਭਰਾ ਲਈ, ਜਿਹਦੀ ਵੀ ਜੀ ਕਰਦਾ ਲਿਆ ਸਕਦੇ ਜੇ। ਇਹਨੂੰ ਕਹਿੰਦੇ ਅਸੀਂ ਜਿਹੜੀ ਮੁੱਢਲੀ ਸਹਾਇਤਾ, ਜ਼ਰੂਰਤ ਹੈ, ਜਿਹੜੀ ਫਸਟ ਏਡ ਕਹਿੰਦੇ ਆ। ਫਸਟ ਏਡ ਦਾ ਮਤਲਬ ਇਹ ਉੱਥੋਂ ਲਿਆਉਣੀ। ਪੱਟੀ ਚਾਹੀਦੀ ਤੁਹਾਨੂੰ, ਕਿਸੇ ਦੇ ਜ਼ਖਮ ਹੋ ਗਿਆ, ਉਹ ਡਿੱਗ ਪਿਆ, ਰਗੜਾਂ ਲੱਗੀਆਂ, ਪੱਟੀ ਚਾਹੀਦੀ ਉੱਤੇ, ਉਹਨੂੰ ਟੈਂਚਰ ਲਾਉਣ ਲਈ ਸਾਰਾ ਚਾਹੀਦਾ, ਇਮੀਡੀਏਟ ਤੁਸੀਂ ਲਿਆ ਕੇ ਪੱਟੀ ਤੇ ਕਰ ਸਕਦੇ ਹੋ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਬਾਹਰਲੇ ਦੇਸ਼ਾਂ 'ਚ ਤਾਂ ਹੈਗੀਆਂ, ਅਮਰੀਕਾ 'ਚ ਹੈ ਹੀ ਨਹੀਂ ਜੀ। ਬਲਕਾਰ ਜੀ, ਗੱਲ ਇੱਦਾਂ ਹੈ ਨਾ, ਪਹਿਲਾਂ ਕਹਿੰਦੇ ਸੀ ਰੋਟੀ ਕੱਪੜਾ ਮਕਾਨ, ਆ ਹੁਣ ਉਹਦੇ ਨਾਲ ਸਿਹਤ ਸੁਵਿਧਾਵਾਂ ਆ ਤੇ ਉਹਦੇ ਨਾਲ ਐਜੂਕੇਸ਼ਨ, ਇਹ ਵੀ ਜੋੜ ਦਿੱਤਾ ਜ਼ਰੂਰੀ ਹੈ, ਗਿਆ। ਬੇਸਿਕ ਨੀਡ। ਹੁਣ ਭਾਰਤ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਹੈ, ਜਿਹਦੇ ਵਿੱਚ ਦਵਾਈਆਂ ਸਸਤੀਆਂ ਹੋ ਗਈਆਂ ਤਾਂ ਕਿ ਗਰੀਬ ਆਦਮੀ ਦੀ ਵੀ ਪਹੁੰਚ ਹੋ ਸਕੇ, ਉੱਥੇ ਅਸੀਂ ਦੇਖਦੇ ਹਾਂ ਕਿ ਬਿਲਕੁਲ ਨਾ ਦੇ ਬਰਾਬਰ ਮੁੱਲ ਦੇ ਉੱਤੇ ਤਕਰੀਬਨ ਮੁਫਤੋਂ ਮੁਫਤ ਸਹੀ ਗੱਲ ਦਵਾਈਆਂ ਮਿਲਦੀਆਂ ਪਈਆਂ ਲੋਕਾਂ ਨੂੰ। ਉਹ ਕੋਈ ਵੀ ਵੱਡੇ ਹਸਪਤਾਲ ਵਾਲੇ ਦਵਾਈ ਲਿਖ ਕੇ ਦੇ ਦੇਣਗੇ ਤਾਂ ਉਹ ਕੀ ਕਰਦਾ, ਕੈਮਿਸਟ ਉਹ ਨੈੱਟ ਦੇ ਉੱਤੇ ਜਾਂਦਾ, ਉਹ ਸਾਲਟ ਮਿਲਾ ਲੈਂਦਾ ਕਿ ਜਿਹੜੇ ਵੱਡੇ ਹਸਪਤਾਲ ਨੇ ਦਵਾਈ ਲਿਖ ਕੇ ਦਿੱਤੀ ਹੈ ਜੋ ਵੱਲੋਂ 500 ਰੁਪਏ ਦੀ ਹੈ, ਤਾਂ ਉਹਦੇ ਸਾਲਟ ਕੀ ਨੇ, ਉਹ ਸਾਲਟ ਦੇ ਮੁਤਾਬਿਕ ਜਿਹੜੀ ਮੇਰੇ ਕੋਲ ਦਵਾਈ ਹੈ ਕਿੱਥੇ ਸਾਲਟ ਮੈਚ ਕਰਦੇ ਨੇ, ਉਹ ਜਾ ਕੇ ਕਿਤੇ 100 ਰੁਪਏ ਦੀ ਮਿਲਦੀ ਹੈ, ਇੰਨਾ ਡਾਊਨ ਆ ਜਾਂਦਾ। ਸਹੀ ਗੱਲ। ਸੋ ਉਹ ਸਸਤੀ ਹੁੰਦੀ ਹੈ ਕਿਉਂਕਿ ਕੰਮ ਤਾਂ ਸਾਲਟਸ ਨੇ ਕਰਨਾ ਨਾ, ਉਹ ਬੇਸਿਕਲੀ ਸਾਲਟ ਮਿਲਾ ਕੇ ਦੇਖ ਲੈਂਦਾ। ਵੈਸੇ ਤੁਹਾਨੂੰ ਗੱਲ ਦੱਸਾਂ, ਅਸਲ ਗੱਲ ਪਤਾ ਕੀ ਆ ਕਿ ਜਿਹੜੇ ਦਵਾਈਆਂ ਬਣਦੀਆਂ, ਪ੍ਰਿਸਕ੍ਰਿਪਸ਼ਨ ਜਿਹੜੀ ਦਿੰਦਾ ਡਾਕਟਰ, ਜਿਹਦੇ ਉੱਤੇ ਲਿਖੀ EMEI, ਜਦੋਂ ਉਹਦਾ ਰੇਟ ਲਿਖਿਆ, ਬੇਸਿਕਲੀ ਰੇਟ ਉਹ ਨਹੀਂ ਹੁੰਦਾ। ਜਿਹੜੇ ਡਾਕਟਰ ਕੰਪਨੀਆਂ ਲਿਖ ਦਿੰਦੀਆਂ ਹੈਗੀਆਂ, ਦਵਾਈਆਂ 10-10 ਗੁਣਾ ਮਹਿੰਗੀਆਂ। ਜਦੋਂ ਕਿ ਕੈਂਸਰ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਇੰਨੀਆਂ ਮਹਿੰਗੀਆਂ ਨੇ, ਉਹਦਾ ਇੰਜੈਕਸ਼ਨ ਜਿਹੜਾ ਆਮ ਬੰਦਾ ਲਵਾ ਨਹੀਂ ਸਕਦਾ। ਬਾਕੀ ਬਿਮਾਰੀਆਂ, ਸ਼ੂਗਰ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ, ਔਰ ਉਹ ਜਿਹੜੀਆਂ ਹੈਗੀਆਂ ਉਹ ਲੁੱਟ ਪਾਈ ਹੈ ਪੂਰੇ ਪਾਸੇ। ਜਿਸ ਪਾਸੇ ਵੀ ਅਸੀਂ ਚੱਲ ਜਾਈਏ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕਿਹਾ ਹੈਗਾ ਕਿ ਇੰਡੀਆ 'ਚ ਦਵਾਈਆਂ ਸਭ ਤੋਂ ਜ਼ਿਆਦਾ ਮਹਿੰਗੀਆਂ ਹੈਗੀਆਂ। ਇੱਕ ਹੋਰ ਵੀ ਗੱਲ ਹੁੰਦੀ ਹੈ, ਇੱਕ ਹੋਰ ਹੁੰਦੀ ਹੈ ਕਿ ਜਾਣ ਕੇ ਵੀ ਕਈ ਵਾਰੀ ਬਿਮਾਰੀਆਂ ਦਾ ਰੌਲਾ ਪਾਉਂਦੇ ਆ ਮੈਡੀਕਲ ਜਿਹੜੀਆਂ ਹੈਲਥ ਕਾਉਂਸਲਸ ਹੈਗੀਆਂ ਕਿ ਆਹ ਬਿਮਾਰੀ ਇੰਡੀਆ 'ਚ ਆ ਬੜੀ। ਉਹਦੇ ਨਾਲ ਇਹ ਹੁੰਦਾ ਕਿ ਉਹਨਾਂ ਨੇ ਬੈਨੀਫਿਟ ਲੈਣੇ ਹੁੰਦੇ ਆ ਦਵਾਈਆਂ ਦੇ, ਔਰ ਉਹ ਕਿੰਨਾ ਤੋਂ ਲੈਣੇ ਆ, ਗਰੀਬਾਂ ਤੋਂ। ਕਾਰਨ ਦੇਖੋ, ਸਹੀ ਗੱਲ, ਕਈ ਵਾਰ ਦੇਖੋ ਹੁਣ ਕਰੋਨਾ ਵੇਲੇ ਭਾਰਤ ਨੇ ਆਪਣੀ ਕਈ ਕਰੋਨਾ ਦੀਆਂ ਜਿਹੜੀਆਂ ਦਵਾਈਆਂ ਨੇ ਬਾਕੀ ਮੁਲਕਾਂ ਨੂੰ, ਕਈਆਂ ਮੁਲਕਾਂ ਨੂੰ ਮੁਫਤ 'ਚ ਭੇਜੀ, ਸਪੋਰਟ ਕੀਤੀ ਆ। ਸ਼੍ਰੀਲੰਕਾ ਵਰਗੇ, ਪਾਕਿਸਤਾਨ ਨੂੰ। ਇੰਡੀਆ ਦੇ ਵਿੱਚ ਜਿਹੜੀਆਂ ਅੰਦਰ ਦੀਆਂ ਖਬਰਾਂ ਨੇ ਕਿ 10,000 ਕਰੋੜ ਤੋਂ ਲੈ ਕੇ 20,000 ਕਰੋੜ ਦੀ ਜਿਹੜੀ ਇੰਡਸਟਰੀ ਹੈ ਮੈਡੀਸਨ ਦੀ, ਜਿਹੜੀ ਪੈਰਲਲ ਚੱਲਦੀ ਪਈ। ਮਤਲਬ ਇਹ ਹੈ ਕਿ ਐਕਚੁਅਲ ਇੰਨੀ ਕੀਮਤ ਨਹੀਂ ਦਵਾਈਆਂ ਦੀ ਜਿੰਨੀ ਉਹ ਲੈਂਦੇ ਨੇ। ਸੋ ਇਸ ਇੰਡਸਟਰੀ ਦਾ ਕੀ ਕਰੀਏ? ਇਹ ਇੰਡਸਟਰੀ ਤੇ ਆਮ ਲੋਕਾਂ ਦੇ ਹੱਕ 'ਚ ਨਹੀਂ, ਕਿਉਂਕਿ ਇਹ ਆਪਣਾ ਪੈਸਾ ਕਮਾਉਣ ਲੱਗੇ ਹੋਏ ਨੇ। ਔਰ ਦੂਜਾ, ਜਿਹੜੇ ਦਵਾਈਆਂ ਦੇ ਰਿਪਰੈਜ਼ੈਂਟੇਟਿਵਸ ਨੇ, ਉਹ ਡਾਕਟਰਾਂ ਕੋਲ ਜਾਂਦੇ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੀਆਂ ਦਵਾਈਆਂ ਰਿਕਮੈਂਡ ਕਰੋ ਤੇ ਅਸੀਂ ਤੁਹਾਨੂੰ ਇੰਨਾ ਕਮਿਸ਼ਨ ਦੇਵਾਂਗੇ। ਨਾਲੇ ਦਵਾਈਆਂ ਫ੍ਰੀ ਦਿੰਦੇ ਨੇ ਸੈਂਪਲ ਦੇ ਤੌਰ ਤੇ, ਉਹ ਫਿਰ ਤੁਹਾਡੇ ਕੋਲ ਪੈਸੇ ਲੈ ਕੇ ਦਿੰਦੇ ਡਾਕਟਰ। ਮੰਨ ਲਓ ਇੱਕ ਡਾਕਟਰ ਬੈਠਾ, ਉਹਨੇ ਨਾਕ ਕੀਤਾ, ਜਿਹੜਾ ਰਿਪਰੈਜ਼ੈਂਟੇਟਿਵ ਮੈਡੀਕਲ ਰਿਪਰੈਜ਼ੈਂਟੇਟਿਵ ਆ, ਉਹਨੇ ਕਿਹਾ ਵੇਟ ਆ ਜੀ, ਮੇਰੇ ਕੋਲ ਪੇਸ਼ੈਂਟ ਬੈਠਾ। 15 ਮਿੰਟ ਬਾਅਦ ਉਹਨੇ ਆਪਣਾ ਥੈਲਾ ਪਾਇਆ, ਉਹਨੂੰ ਕੋ ਆ ਗਿਆ ਜੀ ਆਹ ਹੈਗੀ ਸਾਡੀ ਬਣੀ ਜਿਹੜੀ ਕੰਪਨੀ ਨੇ, ਇਹ ਮੈਡੀਸਨ ਜਿਹੜੀ ਇਸ ਵੇਲੇ ਪ੍ਰਚਲਿਤ ਕਰਨੀ ਹੈ, ਤੁਸੀਂ ਉਹਨੂੰ ਦੱਸੋ ਕੀ ਕੁਛ ਚਾਹੀਦਾ। ਉਹਨੇ ਕਹਿਣਾ ਵੀ ਤੂੰ ਕਿੰਨੀ ਦਵਾਈ ਲਿਆ, ਉਹ ਪੈਕ ਪੂਰੇ ਦਾ ਪੂਰਾ ਉਹਨੂੰ ਦੇ ਦੂਗਾ। ਆਪ ਚਲੇ ਗਿਆ, ਡਾਕਟਰ ਨੇ ਫਿਰ ਪ੍ਰਿਸਕ੍ਰਿਪਸ਼ਨ ਉਹ ਕਰਨੀ ਹੈ, ਉਹ ਲਿਖ ਕੇ ਦੇਣੀ ਆ, ਉਹ ਤੁਹਾਡੇ ਝੋਲੇ 'ਚ ਪੈਣੀ ਹੈ ਸਾਰੇ ਪੈਸੇ। ਇਹ ਜਾਂਦੀ ਹੈ ਚੈਨਲ ਵਾਈਜ਼, ਜਿਹੜੀ ਮਤਲਬ ਇੱਕ ਦੂਜੇ ਤੋਂ ਤੀਜੇ ਬੰਦੇ ਤੱਕ ਬਣੇ ਹੋਏ ਆ। ਤੁਸੀਂ ਦੇਖੋ ਇੱਥੇ ਤੱਕ ਹੋ ਗਿਆ, ਕਈ ਅੰਦਰ ਦੀਆਂ ਖਬਰਾਂ ਇਹ ਨੇ ਕਿ ਕਈ ਛੋਟੇ ਡਾਕਟਰ ਦੱਸਦੇ ਨੇ ਕਿ ਸਾਡੇ ਕੋਲ ਵੱਡੇ ਹਸਪਤਾਲਾਂ ਦੇ ਲੋਕ ਆਉਂਦੇ ਨੇ, ਉਹਨਾਂ ਦੇ ਰਿਪਰੈਜ਼ੈਂਟੇਟਿਵ ਆਉਂਦੇ ਨੇ, ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਕੋਲ ਮਰੀਜ਼ ਆਉਣ ਨਾ, ਉਹਨਾਂ ਨੂੰ ਸਾਡਾ ਹਸਪਤਾਲ ਰਿਕਮੈਂਡ ਕਰ ਦਿਓ ਔਰ ਉਹਨਾਂ ਨੂੰ ਕਹੋ ਤੁਹਾਨੂੰ ਹਾਰਟ ਦੇ ਆਪਰੇਸ਼ਨ ਦੀ ਲੋੜ ਹੈ, ਤੁਹਾਨੂੰ ਇਸ ਆਪਰੇਸ਼ਨ ਦੀ ਲੋੜ ਹੈ। ਆਪਰੇਸ਼ਨ ਦੀ ਲੋੜ ਨਹੀਂ ਹੈਗੀ, ਪਰ ਉਹਨਾਂ ਦਾ ਆਪਰੇਸ਼ਨ ਕਰਵਾ ਦਿਓ। ਪੈਸੇ ਜੇ 5 ਲੱਖ ਲਵਾਂਗੇ ਤਾਂ ਉਹਦੇ ਚੋਂ 2 ਲੱਖ ਤੁਹਾਡਾ, ਦੱਸੋ, ਜਾਂ 1 ਲੱਖ ਤੁਹਾਡਾ, ਦੱਸੋ। ਆਹ ਤੇ ਕੰਮ ਫੜੇ ਹੋਏ ਨੇ। ਮੈਂ ਇੱਕ ਗੱਲ ਦਾ ਹੋਰ, ਆਪਣੀ ਏਜ ਦਾ ਅਸੀਂ ਮਤਲਬ ਅਬਵ 60 ਆ, ਅਸੀਂ ਦੇਖਦੇ ਰਹੇ ਜਦੋਂ ਬੱਚਾ ਦਾ ਜਨਮ ਹੁੰਦਾ ਸੀਗਾ, ਦਾਈਆਂ ਹੁੰਦੀਆਂ ਸੀ ਪਿੰਡ ਦੇ ਵਿੱਚ, ਮਾਤਾ ਨਰੋਈਆਂ ਹੁੰਦੀਆਂ ਸੀਗੀਆਂ, ਹੈ ਨਾ। ਉਹ ਮਾਤਾ ਉਹਨਾਂ ਨੂੰ ਆਪਣਾ ਦੁੱਧ ਆਪ ਪਿਆਉਂਦੀਆਂ ਬੱਚਿਆਂ ਨੂੰ। ਕਦੇ ਵੀ ਡਿਲੀਵਰੀ ਜਿਹੜੀ ਹੈਗੀ ਹੈ, ਕਦੇ ਵੀ ਬਾਈ ਆਪਰੇਸ਼ਨ ਨਹੀਂ ਹੋਈ ਪੰਜਾਬ 'ਚ ਜਾਂ ਕਿਸੇ ਹੋਰ ਸੂਬੇ 'ਚ, ਜਦੋਂ ਵੀ ਹੈਗਾ, ਅਜੇ ਵੀ ਬਾਹਰਲੇ ਸੂਬਿਆਂ 'ਚ ਨਹੀਂ ਹੁੰਦੀਆਂ। ਅਸੀਂ ਜਦੋਂ ਡਾਕਟਰ ਕੋ ਗਾਇਨੀਕੋਲੋਜਿਸਟ ਕੋ ਜਾਂਦੇ ਹਾਂ, ਡਾਕਟਰ ਕੋ, ਉਹਨੇ ਇਹਨੂੰ ਦੇਖਿਆ, ਸਾਰਾ ਕੁਝ ਹੋਇਆ, ਫਿਰ ਤੁਹਾਨੂੰ ਉਹਨੇ ਕਹਿਣਾ ਕਿ ਤੁਹਾਡੀ ਡਿਲੀਵਰੀ ਨੇੜੇ ਆ ਰਹੀ ਹੈ। ਫਿਰ ਉਹਨੇ ਕਹਿਣਾ ਕਿ ਇਹ ਬਾਈ ਆਪਰੇਸ਼ਨ ਹੋਏਗੀ, ਆਪਰੇਟ ਕਰਕੇ ਕਰਨਾ ਹੈਗਾ, ਕਿਉਂਕਿ ਉਹਨਾਂ ਦੇ ਪੈਸੇ ਬਣਨੇ ਆ। ਕਈ ਵਾਰੀ ਬਗੈਰ ਮਤਲਬ ਹੀ ਆਪਰੇਟ ਕੀਤਾ ਜਾਂਦਾ, ਉਹ ਵਿਚਾਰੇ ਫਸੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਚਲੋ ਬੱਚੇ ਦਾ ਜਨਮ ਜੇ ਪੈਸੇ 4 ਲੱਖ ਦੇ, ਕੋਈ ਗੱਲ ਨਹੀਂ ਹੈਗੀ ਆ। ਫਿਰ ਕਹਿੰਦੇ ਅਗਲਾ ਬੱਚਾ ਪੈਦਾ ਕਰਨ ਲਈ ਮੁਸ਼ਕਲ ਹੋ ਜਾਊਗਾ, ਆਪਰੇਟ ਕੀਤਾ। ਜਦੋਂ ਉਹਨਾਂ ਨੇ ਆਪਰੇਸ਼ਨ ਦੇ ਨਾਲ ਬੱਚਾ ਪੈਦਾ ਕੀਤਾ, ਇਹ ਪੈਸੇ ਦੇ ਲੈਣ ਲਈ ਦੁਨੀਆ ਦੇ ਜਿਹੜੀ ਜ਼ਿੰਦਗੀ ਉਹਦੇ ਨਾਲ ਵੀ ਖੇਡਦੇ ਹੈਗੇ। ਔਰ ਉਹਦੇ 'ਚ ਇੱਕ ਹੋਰ ਗੱਲ ਹੁੰਦੀ ਹੈ, ਇੱਕ ਡਾਕਟਰ ਕੋਲ ਤੁਸੀਂ ਗਏ, ਉਹਨਾਂ ਕੋਲ ਨਾਲ ਤੁਸੀਂ ਗੱਲ ਕੀਤੀ, ਇਹਨੇ ਸਾਰਾ ਕੁਛ, ਉਹਨੇ ਦਵਾਈ ਲਿਖ ਦਿੱਤੀ। ਤੁਸੀਂ ਦਵਾਈ ਵਾਹ ਜਹਾਨ ਦੀ ਲਾ ਲਓ, ਸਾਰੇ ਸ਼ਹਿਰ ਦੇ ਵਿੱਚੋਂ ਨਹੀਂ ਲੱਭੂਗੀ ਪਤਾ ਕਿੱਥੋਂ?
ਜਿਹੜੇ ਡਾਕਟਰ ਦਾ ਆਪਣਾ ਸ਼ਾਪ ਹੈਗੀ ਆ, ਜਿਹੜੀ ਉਹਦੀ ਕੈਂਪਸ ਜਿੱਥੇ ਸ਼ਾਪ ਕਮਿਸ਼ਨ ਸੈੱਟ ਹੈਗੀ ਆ, ਨਹੀਂ ਉਹਦੇ ਆਪਣੇ ਉਹਦੇ ਵਿੱਚ ਬਿਲਕੁਲ ਉੱਥੇ ਹੀ ਹੈ, ਕਲੀਨਿਕ ਉਹਦਾ ਵਿੱਚ ਹੀ ਹੈਗਾ, ਤੁਹਾਨੂੰ ਹੋਰ ਨਹੀਂ ਕਿਤੇ ਮਿਲੂਗੀ, ਕਿਉਂਕਿ ਉਸ ਕੰਪਨੀ ਨਾਲ ਕਮਿਸ਼ਨ ਸੈੱਟ ਹੈ ਨਾ। ਗੱਲ ਤਾਂ ਪੈਸੇ ਦੀ ਆ, ਪੈਸੇ ਦੀ ਬਾਤ। ਹੁਣ ਅਸੀਂ ਗੱਲ ਮੁੱਦੇ ਤੇ ਫਿਰ ਤੋਂ ਆਈਏ ਜੀ ਜੀ ਕਿ ਭਾਰਤ ਦਾ ਤਾਂ ਇਹ ਹਾਲ ਹੋਇਆ ਪਿਆ ਇਸ ਵਕਤ। ਇਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਲੋਕਾਂ ਨੂੰ ਰਾਹਤ ਮਿਲਦੀ ਪਈ ਹੈ, ਉਹਨਾਂ ਨੂੰ ਸਸਤੀਆਂ ਦਵਾਈਆਂ ਮਿਲਦੀਆਂ ਪਈਆਂ, ਗਰੀਬ ਆਦਮੀ ਦੀ ਅਪਰੋਚ ਹੁੰਦੀ ਪਈ, ਗਰੀਬ ਆਦਮੀ ਪਹੁੰਚ ਹੁੰਦੀ ਪਈ ਦਵਾਈਆਂ ਤੱਕ। ਮੁਹੱਲਾ ਕਲੀਨਿਕ ਖੋਲੇ ਗਏ ਨੇ, ਇਹ ਵਧੀਆ ਗੱਲ ਹੈ। ਤੇ ਜਿੱਥੇ ਠੱਗਬਾਜ਼ੀਆਂ ਚੱਲਦੀਆਂ ਪਈਆਂ, ਚੋਰ ਬਾਜ਼ਾਰੀ ਹੈਗੀ, ਉਹ ਵੀ ਆਪਾਂ ਗੱਲ ਕਰਦੇ ਹਾਂ, ਉਹ ਵੀ ਵਿੱਚੇ ਤੁਰੇ ਫਿਰਦੇ ਨੇ। ਉਹ ਜਿਹੜੀ ਠੱਗਬਾਜ਼ੀ ਚੋਰ ਮੋਰੀਆਂ, ਉਹਦੇ ਬਾਰੇ ਆਪਾਂ ਗੱਲ ਕੀਤੀ। ਵੈਸੇ ਸਿਹਤ ਸਹੂਲਤਾਂ ਤਾਂ ਪੰਜਾਬ 'ਚ ਬਹੁਤ ਨੇ, ਸਰਕਾਰਾਂ ਵੱਲੋਂ ਬਹੁਤ ਕੁਝ ਮਿਲਦਾ ਹੈ। ਆ ਲੋਕ ਨਾ ਸੂਤ ਆਉਣ ਦੇ ਜਿਹੜੇ ਪੈਸਾ ਕਮਾਉਣ ਪਿੱਛੇ ਲੱਗੇ ਹੋਏ ਨੇ, ਤੇ ਪੈਸਾ ਕਮਾਉਣ ਲਈ ਕਿਸੇ ਵੀ ਹੱਦ ਤੱਕ ਜਾਂਦੇ ਨੇ। ਝੋਲਾ ਛਾਪ ਡਾਕਟਰ ਜਿਹੜੇ, ਉਹਨਾਂ ਦਾ ਕੀ ਕਰੀਏ? ਉਹ ਹੀ ਬਸ ਬਿਲਕੁਲ, ਉਹਨਾਂ ਨੂੰ ਖੁਦ ਸੋਝੀ ਪੈਣੀ ਚਾਹੀਦੀ ਵੀ ਅਸੀਂ ਕਰਦੇ ਕੀ ਪਏ ਹਾਂ। ਸੋ ਅਮਰੀਕਾ ਦੇ ਵਿੱਚ ਜਿਹੜੀਆਂ ਦਵਾਈਆਂ ਦੀ ਕਮੀ ਆ ਰਹੀ ਹੈ, ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਗਵਰਨਮੈਂਟ ਕਿਹੜੀ ਪਾਲਿਸੀ ਲੈ ਕੇ ਆਉਂਦੀ ਆ, ਤੇ ਕਿੱਦਾਂ ਇਹਨਾਂ ਪ੍ਰੋਬਲਮਸ ਦੇ ਨਾਲ ਨਜਿੱਠਿਆ ਜਾਵੇ, ਕਿਉਂਕਿ ਦਵਾਈਆਂ ਦੇ ਬੇਸਿਕ ਚੀਜ਼ ਹੈ, ਉਹ ਤਾਂ ਹੋਣੀ ਚਾਹੀਦੀ ਸਭ ਨੇ। ਮੁੱਦਾ ਉਹਨਾਂ ਦੇ ਸਾਹਮਣੇ ਆ ਗਿਆ, ਹੁਣ ਉਹਨਾਂ ਨੇ ਇਮੀਡੀਏਟ ਕੋਈ ਨਾ ਕੋਈ ਇਹਦਾ ਸੋਲੂਸ਼ਨ ਲੱਭ ਲੈਣਾ ਉਹਨਾਂ ਨੇ, ਕਿਉਂਕਿ ਸੁਪਰ ਕੰਟਰੀ ਹੈ, ਕੁਝ ਨਾ ਕੁਝ ਕਰ ਹੀ ਲੈਣਗੇ। ਔਰ ਬਾਕੀ ਦੇਸ਼ਾਂ ਤੋਂ ਵੀ ਮਦਦ ਆ ਸਕਦੀ ਹੈ, ਕੋਈ ਐਸੀ ਪ੍ਰੋਬਲਮ ਆਰਡਰ ਕਰਨਾ ਕਿਤੇ ਵੀ ਦਵਾਈ ਕਿਤੋਂ ਵੀ ਆ ਸਕਦੀ ਹੈ, ਈਵਨ ਭਾਰਤ ਵੱਲੋਂ ਵੀ ਜਾ ਸਕਦੀ ਹੈ, ਤਿਆਰ ਆ ਲੋਕ, ਕੋਈ ਦਿੱਕਤ ਵਾਲੀ ਗੱਲ ਨਹੀਂ, ਸਭ ਕੁਝ। ਕਿਉਂਕਿ ਇੱਥੇ ਤੇ ਦਵਾਈਆਂ ਦਾ ਲੰਗਰ ਵੀ ਲਾਉਣ ਵਾਲੇ ਬੈਠੇ ਨੇ, ਗੁਰੂ ਸਾਹਿਬ ਦੇ ਬੱਚੇ ਦਵਾਈਆਂ ਦਾ ਲੰਗਰ ਵੀ ਲਾ ਦੇਣਗੇ, ਨਾਲੇ ਪ੍ਰਧਾਨ ਮੰਤਰੀ ਤੇ ਪ੍ਰੈਜ਼ੀਡੈਂਟ ਸਾਰੇ ਇਸ ਵੇਲੇ ਇਕੱਠੇ ਹੋਏ ਆ। ਬਿਲਕੁਲ ਸਹੀ ਆ, ਹੁਣ ਇਕੱਠੇ ਹੋਏ ਨੇ। ਹੁਣ ਉੱਥੋਂ ਦੀ ਗੱਲ ਕਰਦੇ ਆ। ਤੁਸੀਂ ਵੈਸੇ ਕਦੀ ਗੱਲ ਸੁਣੀ ਹੈ, ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾ ਦਿਓ ਤੇ ਫਿਰ ਦੁੱਧ ਦਾ ਕੀ ਬਣੂਗਾ? ਇਹੀ ਗੱਲ ਹੈ ਕਿ ਉਹੀ ਕਿ ਜਦੋਂ ਵਾੜ ਹੀ ਖੇਤ ਨੂੰ ਖਾਈ ਜਾਣੀ, ਉਹ ਗੱਲ ਹੈਗੀ, ਵਾੜ ਹੀ ਹੈ ਬਿੱਲੀ ਵਾੜ। G7 ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਯੂਕਰੇਨ ਤੇ ਰੂਸ ਦੀ ਜੰਗ ਕਿੱਦਾਂ ਬੰਦ ਕੀਤੀ ਜਾਵੇ। ਹੁਣ ਇਹ ਗੱਲ ਕੌਣ ਕਰ ਰਹੇ ਨੇ? ਜਿਨ੍ਹਾਂ ਨੇ ਜੰਗਾਂ ਲਾਈਆਂ ਹੋਈਆਂ, ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੰਗ ਕਿਵੇਂ ਰੋਕੀ ਜਾਵੇ। ਤੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਵੀ ਇਸ ਆਵਾਜ਼ ਨੂੰ ਚੁੱਕਦੇ ਪਏ ਨੇ ਕਿ ਕਿੱਦਾਂ ਜੰਗ ਰੋਕਣੀ ਹੈ, ਕੀ ਕੂਟਨੀਤੀ ਹੋ ਸਕਦੀ ਹੈ। ਹੁਣ ਗੱਲ ਇਹ ਹੈ, ਸਾਰਿਆਂ ਨੂੰ ਪਤਾ ਹੈ, ਸਭ ਕੁਝ ਐਕਸਪੋਜ਼ ਹੋ ਚੁੱਕਾ ਹੈ, ਸਭ ਨੰਗੇ ਹੋ ਚੁੱਕੇ ਨੇ 1 ਸਾਲ ਦੇ ਅੰਦਰ, ਕਿ ਜੰਗ ਕਿਹਨੇ ਲਾਈ, ਕਿਉਂ ਲਾਈ, ਕੀ ਮਕਸਦ ਹੈ, ਇਹਦਾ ਰਿਜ਼ਲਟ ਕੀ ਹੈ, ਤੇ ਇਹਦਾ ਰਿਜ਼ਲਟ ਇਹਨਾਂ ਨੇ ਕੀ ਲੈਣਾ, ਕਿ ਕਿੱਦਾਂ ਕਿਹਨੂੰ ਕਿਵੇਂ ਕਾਬੂ ਕਰਨਾ ਹੈ। ਸਭ ਕੁਝ ਸਭ ਨੂੰ ਪਤਾ ਹੈ, ਸਭ ਨੰਗੇ ਹੋ ਚੁੱਕੇ, ਐਕਸਪੋਜ਼ ਹੋ ਚੁੱਕੇ। ਫਿਰ ਵੀ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਬਿੱਲੀ ਨੂੰ ਦੁੱਧ ਦੀ ਰਾਖੀ ਕਿਵੇਂ ਬਿਠਾਇਆ ਜਾਵੇ। ਇਸ ਵੇਲੇ G7 ਦੀ ਜਿਹੜੀ ਸਾਰੀ ਮੀਟਿੰਗ ਹੈ, ਉੱਥੇ ਬੜਾ ਵੱਡਾ ਸਿਖਰ ਸੰਮੇਲਨ ਹੋ ਰਿਹਾ। ਇਹਦੇ 'ਚ ਹੀਰੋਸ਼ੀਮਾ ਜਾਪਾਨ ਦੇ ਵਿੱਚ, ਉਹਦੇ ਵਿੱਚ ਸਾਰੇ ਦੇਸ਼ਾਂ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਪਹੁੰਚ ਚੁੱਕੇ ਆ। ਔਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈ ਸਾਹਮਣੇ ਮੇਨ ਮੁੱਦਾ ਇਹ ਹੋਇਆ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੁਣੇ, ਜਿਹੜੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਦਾ ਇਸ ਵੇਲੇ ਮੁੱਦਾ ਸਾਹਮਣੇ ਆਇਆ, ਜਿਹਦੇ 'ਚ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਹਮਣੇ ਹੋ ਕੇ ਗੱਲ ਕੀਤੀ ਆ ਕਿ ਇਹ ਗੱਲ ਗਲਤ ਹੈਗੀ ਹੈ, ਇਹਨਾਂ ਲੰਬਾ ਲੜਾਈ ਜਿਹੜੀ ਕਰਨੀ ਹੈਗੀ ਹੈ, ਲੋਕਾਂ ਦਾ ਵਿਨਾਸ਼ ਹੋ ਰਿਹਾ, ਨੁਕਸਾਨ ਹੋ ਰਿਹਾ। ਬਾਕੀਆਂ ਨੇ ਵੀ ਉਹਨਾਂ ਦੀ ਪ੍ਰੋੜਤਾ ਕੀਤੀ, ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਇਹ ਕੀਤੀ ਉਹਨਾਂ ਨੇ ਕਿ ਰਸ਼ੀਆ ਨੇ ਤਾਂ ਕਹਿਤਾ ਕਿ ਅਸੀਂ ਤਾਂ ਉੱਥੇ ਕਬਜ਼ਾ ਕਰ ਲਿਆ ਪੂਰੇ ਤੇ ਯੂਕਰੇਨ ਤੇ। ਜਦੋਂ ਇਹਨਾਂ ਦਾ ਪ੍ਰੈਜ਼ੀਡੈਂਟ ਆ ਗਿਆ ਉੱਥੇ, ਉਹਨੇ ਕਹਿਤਾ, ਜ਼ੈਲੈਂਸਕੀ ਨੇ ਆ ਕੇ ਕਹਿਤਾ ਕਿ ਕਿਹੜਾ ਕਬਜ਼ਾ ਕੀਤਾ, ਅਸੀਂ ਉੱਥੇ ਬੈਠੇ ਹਾਂ, ਮੈਂ ਇੱਥੇ ਆਇਆ ਤੁਹਾਡੇ ਕੋਲ, ਤੇ ਤੁਸੀਂ ਜਿਹੜੇ ਇਹਨਾਂ ਨੇ ਜੋ ਕੰਮ ਕੀਤਾ ਹੈਗਾ, ਨੁਕਸਾਨ ਤਾਂ ਜ਼ਰੂਰ ਹੋਇਆ, ਮਿਜ਼ਾਈਲਾਂ ਚੱਲ ਗਈਆਂ ਉੱਥੇ, ਬੰਬਾਰਮੈਂਟ ਹੋਈ ਆ ਔਰ ਬੜਾ ਕੁਝ ਹੋਇਆ, ਪਰ ਹੁੰਦੇ ਸਾਡੇ ਹੁਣ ਬੱਚਾ ਬੁੱਢਾ 1 ਬਾਈ 1 1 2 ਸਾਰੇ ਇਕੱਠੇ ਹੋ ਗਏ ਆ, ਯੂਨਾਈਟ ਹੋ ਕੇ ਲੜ ਰਹੇ ਆ। ਔਰ ਉਹਦੇ ਵਿੱਚ ਸਾਡੇ ਕੋਲ ਬਾਹਰੋਂ ਆ ਰਿਹਾ ਪੈਸਾ, ਬਾਹਰੋਂ ਆ ਰਿਹਾ ਹਥਿਆਰ, ਟੈਂਕ ਆ ਰਹੇ ਆ, ਸਾਡੇ ਕੋਲ ਜਿਹੜੇ ਜੰਗੀ ਬੇੜੇ ਆ ਗਏ, ਬਹੁਤ ਕੁਝ ਆ ਗਿਆ, ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਪਰ ਜਿੰਨੇ ਪ੍ਰੈਜ਼ੀਡੈਂਟ ਜਾਂ ਜਿੰਨੇ ਉੱਥੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਮਿਲੇ ਨੇ, ਉਹਨਾਂ ਨੇ ਸ਼ਾਂਤੀ ਬਹਾਲ ਕਰਨ ਲਈ ਜ਼ੋਰ ਲਾ ਦਿੱਤਾ, ਕਿਉਂਕਿ ਪਹਿਲਾਂ ਤਾਂ ਇੰਡੀਆ ਚੁੱਪ ਸੀਗਾ, ਪਹਿਲਾਂ ਇੰਡੀਆ ਨੇ ਕੋਈ ਕਿਸੇ ਪਾਸੇ ਗੱਲ ਨਹੀਂ ਕੀਤੀ। ਪਰ ਹੁਣ ਨਰਿੰਦਰ ਮੋਦੀ ਨੇ ਜਾ ਕੇ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਜੱਫੀ ਪਾ ਕੇ ਗੱਲ ਕਹੀ ਹੈਗੀ ਹੈ ਕਿ ਜੇ ਤੁਸੀਂ ਚਾਹੁੰਦੇ ਜੇ ਪ੍ਰਕਾਸ਼ੀ ਦੇਸ਼ ਇਹਨਾਂ ਦੇ ਸਾਹਮਣੇ ਆ ਚੁੱਕੇ ਆ, ਤੁਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਓਗੇ ਤਾਂ ਬਚ ਜਾਗੇ, ਨਹੀਂ ਤਾਂ ਫਿਰ ਸਾਰੇ ਮਰਨਗੇ, ਨਹੀਂ ਤਾਂ ਲੌਬੀ ਤਾਂ ਬਣ ਗਈਆਂ ਸਾਰੀਆਂ। ਇਹਦੇ ਵਿੱਚ ਇਹ ਹੈਗਾ ਕਿ ਵਰਲਡ ਵਾਰ ਦੇ ਵਾਲੇ ਪਾਸੇ ਹੀ ਆ ਰਹੇ ਹਾਂ। ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵੀ ਕਹਿ ਦਿੱਤਾ ਹੈਗਾ ਕਿ ਅਸੀਂ ਹਥਿਆਰ ਦੇਣਾ ਬੰਦ ਕਰ ਦਾਂਗੇ, ਸਾਰੀ ਲੜਾਈਆਂ ਬੰਦ ਕਰਾਂਗੇ। ਸਾਡਾ ਮੂਲ ਮੁੱਦਾ ਇਹ ਹੈਗਾ ਕਿ ਅਸੀਂ ਖਾਸ ਤੌਰ 'ਤੇ ਯੂਕਰੇਨ ਨੂੰ ਬਚਾਉਣਾ ਹੈਗਾ। ਰਸ਼ੀਆ ਤਾਂ ਪਹਿਲਾਂ ਪਾਵਰਫੁਲ ਕੰਟਰੀ ਹੈਗਾ, ਔਰ ਇਹਦੀ ਬਹੂਦਗੀ ਨਾਲ ਇਹਦੇ 'ਚ ਜਿੰਨਾ ਨੁਕਸਾਨ ਹੈ ਇਸ ਵੇਲੇ ਚੱਲ ਗਿਆ, ਇਹਦੇ ਵਿੱਚ UNO ਦਾ ਕੋਈ ਰੋਲ ਇੰਨਾ ਵਧੀਆ ਪੋਜ਼ੀਟਿਵ ਰੋਲ ਨਹੀਂ ਗਾ। ਪਰ ਹੁਣ ਸਾਰੇ ਦੇਸ਼ਾਂ ਨੇ ਜਿਹੜੀ ਸੁਪਰ ਪਾਵਰ ਇਕੱਠੀਆਂ ਹੋ ਗਈਆਂ, ਇਹੋ ਲੜਾਈ ਲਾਉਂਦੀਆਂ ਜਿੱਦਾਂ ਤੁਸੀਂ ਕਿਹਾ, ਤੇ ਇਹੋ ਹੀ ਸਾਰਾ ਕੁਛ ਆਉਂਦੀਆਂ। ਉਹੀ ਬਿੱਲੀ ਦੁੱਧ ਦੀ ਰਾਖੀ ਬਹਿਣ ਲਈ ਹੈਗੀ ਆ, ਮਲਾਈ ਖਾਣ ਵਾਲੇ ਇਹੀ ਬੰਦੇ ਹੈਗੇ ਆ। ਔਰ ਮਲਾਈ ਦਾ ਮਤਲਬ ਹੈਗਾ ਕਿ ਜਿਹੜੇ ਮਾਰਕੀਟ ਬਣੀ ਹੈ ਨਾ, ਵਰਲਡ ਦੀ, ਵਿਸ਼ਵ ਦੀ ਮਾਰਕੀਟ ਬਣੀ ਹੈ, ਉੱਥੇ ਸਾਰਾ ਕੁਛ ਇਹਨਾਂ ਵੇਚਣਾ ਹੈਗਾ। ਬੋਰੀਆਂ ਦੀਆਂ ਬੋਰੀਆਂ ਬੰਬ ਜਾ ਰਹੇ ਉੱਥੇ ਮਿਜ਼ਾਈਲਾਂ ਜਾ ਰਹੀਆਂ, ਉੱਥੋਂ ਚੱਲਦੀਆਂ। ਹੁਣ ਮੈਨ ਟੂ ਮੈਨ ਫਾਈਟ ਨਹੀਂ ਤਾਈ, ਹੁਣ ਜਿਹੜੀ ਹੈਗੀ ਆਪਰੇਸ਼ਨ ਉੱਥੋਂ ਹੀ ਹੁੰਦਾ ਸਾਰਾ ਕੁਛ, ਉੱਥੋਂ ਸੈੱਟ ਕਰਕੇ ਕਿਹੜੀ ਰੇਂਜ ਤੱਕ ਕਿੱਥੇ ਗੋਲਾ ਜਾਣਾ ਉੱਥੋਂ ਤੱਕ ਹੀ ਜਾਂਦਾ। ਇਹ ਕੰਟਰੀ ਛੋਟਾ ਸੀਗਾ, ਫਿਰ ਮੂਲ ਮੁੱਦਾ ਇਹੀ ਰਿਹਾ। ਪਰ ਜਿਹੜੀਆਂ ਸਿਖਰ ਸੰਮੇਲਨ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਤੁੱਛ ਹੋ ਜਾਂਦੀਆਂ, ਜਦੋਂ ਸਾਰਾ ਕੁਝ ਕਹਿੰਦੇ ਆ, ਕੰਟਰੀ ਵਾਪਸ ਆ ਕੇ ਮੁੜ ਕੇ ਉੱਤੇ ਅਮਲ ਨਹੀਂ ਕਰਦੀਆਂ। ਨਿਬੇੜਾ ਇੱਥੇ ਆ ਜਾਂਦਾ ਕਿ ਕੋਈ ਵੀ ਕੰਮ ਜਿਹੜਾ ਸਿਰੇ ਨਹੀਂ ਪਹੁੰਚਦਾ,
ਨਿਪਟਾਰਾ ਪੂਰਾ ਨਹੀਂ ਹੁੰਦਾ। ਪਰ ਹੁਣ ਦੇਖੋ ਇਹ ਜਿਹੜਾ ਸਾਰਾ ਕੁਝ ਡਿਸਕਸ ਹੋ ਰਿਹਾ ਕਿਸ ਭਾਅ ਤੁਲਦਾ, ਔਰ ਇੰਡੀਆ ਦਾ ਜਿਹੜਾ ਰੋਲ ਆ ਉਹ ਕਿੱਥੋਂ ਤੱਕ ਜਾਂਦਾ। ਜੇ ਇਹ ਕਰ ਲਿਆ, ਕਿਉਂਕਿ ਪ੍ਰਧਾਨ ਮੰਤਰੀ ਨੂੰ ਪਤਾ ਇਲੈਕਸ਼ਨ ਆਉਣ ਵਾਲੀ ਆ, ਜੇ ਅਸੀਂ ਇਹ ਕੰਮ ਕਰਾਤਾ ਤੇ ਜਿਹੜੇ ਸਾਡੇ NRI ਵੀਰ ਬੈਠੇ ਸਾਰੀ ਕੰਟਰੀਆਂ 'ਚੋਂ, ਯੂਕਰੇਨ ਤੋਂ ਜਿਹੜੇ ਭੱਜ ਕੇ ਆਏ ਮੁੰਡੇ ਜਿਹੜੇ ਮੈਡੀਕਲ ਕਰ ਰਹੇ ਸੀ ਉੱਥੇ, ਉਹ ਜੇ ਮਸਲਾ ਬੰਦ ਹੋ ਜਾਂਦਾ ਤਾਂ ਬਹੁਤ ਲੋਕ ਇੰਡੀਆ ਦੀ ਜਿਹੜੀ ਪ੍ਰੋਤਾ ਕਰਨਗੇ, ਹਮਦਰਦੀ ਕਰਨਗੇ ਕਿ ਇੰਡੀਆ ਨੇ ਇੰਡੀਆ ਦੀ ਫੋਰਨ ਪਾਲਿਸੀ ਜਾਂ ਇੰਡੀਆ ਦੀ ਜਿਹੜੀ ਕੂਟਨੀਤੀ ਹੈ ਉਹ ਆਪਣੀ ਜਗ੍ਹਾ, ਡਿਪਲੋਮੈਸੀ ਆਪਣੀ ਜਗ੍ਹਾ। ਬਿਲਕੁਲ ਅਸੀਂ ਵੈਸੇ ਵੀ ਗੱਲ ਕਰਦੇ ਹਾਂ G7 G20 ਦੀ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਬਿਲਕੁਲ ਹਮੇਸ਼ਾ ਹੀ ਗੱਲ ਕਰਦੇ ਹਾਂ ਇੱਕ ਕੁਟੁੰਬ ਹੋ ਗਿਆ ਨਾ, ਕਿ ਸਾਡਾ ਇੱਕ ਪਰਿਵਾਰ ਹੈ। ਗਲੋਬਲਾਈਜੇਸ਼ਨ ਆਹੀ ਹੈ। ਹੁਣ ਜਦੋਂ ਅਸੀਂ ਇੱਕ ਦੇਸ਼ ਦੀ ਗੱਲ ਕਰਦੇ ਹਾਂ ਕਿ ਸਾਰੇ ਇਕੱਠੇ ਹਾਂ, ਇੱਕ ਪਰਿਵਾਰ ਹੈ, ਸਾਰੇ ਮਿਲ ਕੇ ਇੱਕੋ ਹੀ ਜੀਵਨ ਜੀ ਰਹੇ ਹਾਂ, ਇੱਕੋ ਹੀ ਸੋਚ ਹੋਣੀ ਚਾਹੀਦੀ ਹੈ, ਤੇ ਉਹਦੇ ਵਿੱਚ ਜੰਗਾਂ ਦਾ ਸਥਾਨ ਕਿੱਥੇ ਆ? ਜੰਗ ਕਿੱਥੇ ਰਹਿ ਗਈ? ਆ ਜਿਹੜੇ ਜੰਗਾਂ ਦੇ ਉੱਤੇ ਖਰਚੇ ਹੁੰਦੇ ਨੇ, ਇੰਨੇ ਬੰਬ ਬਣਾਏ ਜਾਂਦੇ, ਮਿਜ਼ਾਈਲਾਂ ਬਣਾਈਆਂ ਜਾਂਦੀਆਂ ਨੇ, ਇਹ ਪੈਸਾ ਗਰੀਬੀ ਦੇ ਹਟਾਉਣ ਦੇ ਕੰਮ ਆਵੇ। ਕਿਉਂਕਿ ਯੂਨਾਈਟਿਡ ਨੇਸ਼ਨਸ ਕਹਿੰਦਾ ਇਰੈਡੀਕੇਟ ਪਾਵਰਟੀ ਨੂੰ ਹਟਾ ਦਿਓ, ਦੁਨੀਆ ਤੋਂ ਖਤਮ ਕਰ ਦਿਓ। ਕਿੱਦਾਂ? ਇੰਨਾ ਪੈਸਾ ਤੇ ਤੁਸੀਂ ਬੰਬ ਬਣਾਉਣ ਤੇ ਲਾ ਦਿੰਦੇ ਹੋ, ਤੇ ਉਹ ਪੈਸਾ ਜਿਹੜਾ ਗਰੀਬਾਂ ਨੂੰ ਦਿੱਤਾ ਜਾਵੇ, ਗਰੀਬੀ ਦੂਰ ਹੋਵੇ, ਭੁੱਖਮਰੀ ਦੂਰ ਹੋਵੇ, ਰੋਟੀ ਮਿਲੀ ਸਭ ਨੂੰ ਖਾਣ ਵਾਸਤੇ। ਇੱਕ ਤਾਂ ਇਹ, ਦੂਸਰੀ ਐਜੂਕੇਸ਼ਨ ਦਿੱਤੀ ਜਾਵੇ, ਭਈ ਆਬਾਦੀ ਬਹੁਤ ਹੋ ਗਈ, ਹੁਣ ਆਬਾਦੀ ਦੇ ਉੱਤੇ ਕੰਟਰੋਲ ਕਰ ਲਓ, ਬਹੁਤ ਜੰਮ ਲਏ ਆਪਾਂ ਬੱਚੇ, ਠੀਕ ਹੈ ਨਾ। ਤੇ ਹੁਣ ਇਸ ਧਰਤੀ ਦੇ ਉੱਤੇ ਇਦਾਂ ਦੀਆਂ 2 ਧਰਤੀਆਂ ਹੋਰ ਚਾਹੀਦੀਆਂ ਨੇ ਤਾਂ ਜਾ ਕੇ ਕਿਤੇ ਆਪਾਂ ਸੈਟਲ ਹੋ ਸਕਦੇ ਹਾਂ। ਇੰਨੀ ਆਬਾਦੀ ਅਸੀਂ ਵਧਾ ਕੇ ਬਹਿ ਗਏ ਹਾਂ, ਤਾਂ ਇਸ ਦੇ ਉੱਤੇ ਵੀ ਐਜੂਕੇਸ਼ਨ ਦਿੱਤੀ ਜਾਵੇ। ਉਹਨਾਂ ਜਿਹੜਾ ਸਾਰਾ ਪੈਸਾ ਉਹਨੂੰ ਠੀਕ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ। ਇੱਥੇ ਤੇ ਆਪਣੀਆਂ ਜੰਗਾਂ ਖਤਮ ਨਹੀਂ ਹੁੰਦੀਆਂ। ਚੀਨ ਦਾ ਨਿਤ ਨਵਾਂ ਪੁਆੜਾ ਪਿਆ ਰਹਿੰਦਾ, ਆਹ ਜ਼ਮੀਨ ਮੇਰੀ, ਆਹ ਜ਼ਮੀਨ ਮੇਰੀ। ਉਹਦਾ ਹਰੇਕ ਪੜੋਸੀ ਮੁਲਕ ਜਿਹੜਾ, ਉਹਦਾ ਹਰੇਕ ਗੁਆਂਢੀ ਮੁਲਕ ਹੈ, ਉਹ ਸਭ ਦੇ ਨਾਲ ਉਹਦਾ ਪੰਗਾ ਪਿਆ ਰਹਿੰਦਾ ਜ਼ਮੀਨ ਪਿੱਛੇ, ਕਿਤੇ ਵਾਟਰਸ ਪਿੱਛੇ, ਜਿਹੜੀ ਆ ਸਮੁੰਦਰੀ ਸੀਮਾਵਾਂ ਨੇ ਉਹਨਾਂ ਕਰਕੇ। ਮਤਲਬ ਇੱਦਾਂ ਦੇ ਮਾਹੌਲ ਦੇ ਵਿੱਚ ਤੁਸੀਂ ਕਿੱਦਾਂ ਉਮੀਦ ਕਰ ਸਕਦੇ ਹੋ ਕਿ ਪੂਰੀ ਦੁਨੀਆ ਇਕੱਠੀ ਹੋ ਸਕਦੀ ਹੈ, ਵਨ ਗਵਰਨਮੈਂਟ ਹੋ ਸਕਦੀ ਹੈ, ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ? ਤੁਸੀਂ ਤੇ ਆਪਸ 'ਚ ਹੀ ਲੜੀ ਜਾਂਦੇ ਹੋ। ਹੁਣ ਇੱਥੇ ਉਹੀ ਗੱਲ ਕਿ ਜਿਹੜੇ ਜੰਗਾਂ ਲਾਉਂਦੇ ਨੇ ਉਹਨਾਂ ਨੂੰ ਅਸੀਂ ਕਹੀ ਜਾਈਏ ਕਿ ਜੰਗ ਨਾ ਲਾਓ ਜੀ। ਇਹ ਪਬਲਿਕ ਨੂੰ ਉੱਠਣਾ ਪਊਗਾ, ਪਬਲਿਕ ਨੂੰ ਇਕੱਠੇ ਹੋਣਾ ਪਊਗਾ, ਔਰ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਪਏਗਾ। ਇਹ ਮੁੱਠੀ ਭਰ ਲੋਕ ਸਾਡੇ ਸਾਰਿਆਂ ਦੇ ਜੀਵਨ ਨੂੰ ਕੰਟਰੋਲ ਕਰਦੇ ਪਏ। ਗੱਲ ਕੀਤੀ ਪਬਲਿਕ ਦੀ ਨਾ, ਪੁਰਾਣਾ ਇਤਿਹਾਸ ਜੇ ਫੋਲਿਆ ਜਾਵੇ ਨਾ ਤੇ ਸਾਰੀਆਂ ਗੱਲਾਂ ਹੋਈਆਂ ਅੱਗੇ। ਰਸ਼ੀਆ 'ਚ ਹੋਈ ਆ 1917 'ਚ, ਮਜ਼ਦੂਰ ਕਿਸਾਨ ਇਕੱਠੇ ਹੋ ਗਏ ਸੀ। ਲੈਨਨਵਾਦ ਜਦੋਂ ਆ ਗਿਆ, ਉਹਨਾਂ ਨੇ ਰੁੱਖਾਂ ਦੇ ਟੰਗ ਤੇ ਸਾਰੇ ਮਾਰ ਕੇ। ਫਿਰ ਆਇਆ ਫਰਾਂਸ 'ਚ ਵੀ ਕ੍ਰਾਂਤੀ ਆਈ ਹੈ, ਔਰ ਉਹਨਾਂ ਦੇਸ਼ਾਂ 'ਚ ਆਉਂਦੀ ਕ੍ਰਾਂਤੀ ਜਿੱਥੇ ਤੁਹਾਡੇ ਸਿਰ ਤੋਂ ਪਾਣੀ ਨਿਕਲ ਜਾਂਦਾ। ਸਹੀ ਹੈ। ਹੁਣ ਵੀ ਇਹ ਹੈਗਾ ਕਿ ਜਿੱਥੇ ਸਾਰਿਆਂ ਦੇਸ਼ਾਂ ਵਿੱਚ ਵੱਧ ਤੋਂ ਵੱਧ ਜਿੱਥੇ ਹੋ ਰਿਹਾ, ਉੱਥੇ ਯੂਥ ਜਦੋਂ ਉੱਠਦਾ, ਕਿਸਾਨ ਉੱਠਦਾ, ਜਿੱਥੇ ਮਜ਼ਦੂਰ ਉੱਠਦਾ, ਫਿਰ ਉੱਥੇ ਕੋਈ ਅੱਗੇ ਸਾਹਮਣੇ ਨਹੀਂ ਆਉਂਦਾ। ਕਿਉਂਕਿ ਇਹ ਸੰਘਰਸ਼ 'ਚੋਂ ਗੁਜ਼ਰੀਆਂ ਕੌਮਾਂ ਨੇ, ਕੁਝ ਸੰਘਰਸ਼ 'ਚੋਂ ਉੱਠਦੀਆਂ ਜਥੇਬੰਦੀਆਂ ਨੇ, ਔਰ ਸਾਰੇ ਦੇਸ਼ਾਂ 'ਚ ਦਾ ਕਿਸਾਨ ਇੱਕੋ ਤਰ੍ਹਾਂ ਸੋਚਦਾ, ਸਾਰੇ ਦੇਸ਼ਾਂ ਦਾ ਜਵਾਨ ਇੱਕ ਤਰ੍ਹਾਂ ਦਾ ਸੋਚਦਾ ਹੈਗਾ। ਜਿਸ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਨੇ ਨਾਅਰਾ ਦਿੱਤਾ ਸੀ, ਜੈ ਜਵਾਨ ਜੈ ਕਿਸਾਨ, ਔਰ ਉਹ ਨਾਅਰਾ ਬਿਲਕੁਲ ਅੱਛਾ ਸੀਗਾ, ਔਰ ਉਸੇ ਤਰ੍ਹਾਂ ਹੀ ਜੈ ਜਵਾਨ ਜੈ ਕਿਸਾਨ ਹੀ ਹੁੰਦਾ। ਉਹਨੇ ਖੇਤ ਸੰਭਾਲ ਲੈਣੇ ਆ, ਹੈ ਨਾ, ਤੇ ਜਵਾਨ ਨੇ ਜਿਹੜੀ ਹੈਗੀ ਆ, ਜਿਹੜਾ ਜਵਾਨ ਫੌਜੀ ਆ, ਉਹਨੇ ਸਰਹੱਦਾਂ ਸੰਭਾਲ ਲੈਣੀਆਂ। ਫਿਰ ਤੁਹਾਨੂੰ ਕਾਹਦਾ ਡਰ ਹੈਗਾ? ਇਸੇ ਕਰਕੇ ਸਾਰੇ ਦੇਸ਼ਾਂ ਵਿੱਚ ਜਵਾਨ ਤੇ ਜਿਹੜਾ ਹੈਗਾ ਕਿਸਾਨ, ਉਹਦੀ ਇੱਜ਼ਤ ਹੁੰਦੀ ਆ, ਔਰ ਉਹਦੇ ਲਿਹਾਜ਼ ਨਾਲ ਹੀ ਕ੍ਰਾਂਤੀਆਂ ਆਉਂਦੀਆਂ। ਪਰ ਜੇ ਕ੍ਰਾਂਤੀ ਤੋਂ ਪਹਿਲਾਂ ਹੀ ਲੋਕ ਸਮਝ ਜਾਣ, ਜਿਹੜੇ ਆਗੂ ਨੇ ਜਾਂ ਜਿਹੜੇ ਨੇਤਾ ਨੇ, ਉਹਨਾਂ ਨੂੰ ਸਮਝਦਾਰੀ ਵਰਤ ਲੈਣੀ ਚਾਹੀਦੀ, ਉਹ ਪਹਿਲਾਂ ਵਰਤ ਲੈਣ, ਤੇ ਫਿਰ ਉਹਨਾਂ ਨੂੰ ਵੋਟਾਂ ਵੀ ਪੂਰੀਆਂ ਮਿਲਣਗੀਆਂ, ਵੋਟ ਅਧਿਕਾਰ ਵੀ ਠੀਕ ਹੋਊਗਾ, ਤੇ ਉਹ ਚੰਗੇ ਤਰੀਕੇ ਨਾਲ ਰਾਜ ਵੀ ਕਰ ਸਕਦੇ ਆ। ਜਿੱਥੇ ਪ੍ਰਜਾ ਦੁਖੀ ਹੁੰਦੀ ਹੈ, ਜਿੱਥੇ ਰਾਜਾ ਨਿਰਕੁੰਸ਼ ਹੁੰਦਾ, ਜਿੱਥੇ ਤਾਨਾਸ਼ਾਹ ਹੁੰਦਾ, ਉੱਥੇ ਹਮੇਸ਼ਾ ਬਗਾਵਤ ਹੋਈ ਹੈ, ਉੱਥੇ ਰੈਵੋਲੂਸ਼ਨ ਹੋਈ ਹੈ। ਇਤਿਹਾਸ ਕਹਿੰਦਾ ਹਰ ਕੰਟਰੀ 'ਚ, ਜਿਹੜੀ ਐਡਵਾਂਸ ਕੰਟਰੀ ਉਹਨਾਂ 'ਚ ਵੀ ਹੋਈ ਆ, ਜਿਹੜੇ ਡਿਵੈਲਪ ਕੰਟਰੀ ਉਹਨਾਂ 'ਚ ਵੀ ਆ, ਜਿਹੜੇ ਡਿਵੈਲਪਿੰਗ ਕੰਟਰੀ ਉਹਨਾਂ 'ਚ ਵੀ ਹੈ। ਇਹ ਸੋਚ ਮਨੁੱਖ ਦੀ ਇੱਕੋ ਤਰ੍ਹਾਂ ਦੀ। ਫਿਰ ਉਹ ਡਾਂਗ ਚੁੱਕਦਾ, ਕਿਰਪਾਨ ਚੁੱਕਦਾ, ਸ਼ਮਸ਼ੀਰ ਚੁੱਕਦਾ, ਫਿਰ ਕਮਾਉਂਦਾ, ਫਿਰ ਸਾਰੇ ਪਾਸਿਆਂ ਦਾ ਹੁਣ ਮੇਰੀ ਆਜ਼ਾਦੀ ਆ, ਆ ਜਾਓ ਅੱਗੇ ਜਿਹਨੇ ਆਉਣਾ। ਇਹ ਗੱਲ ਹੁੰਦੀ ਹੈ ਬਕਾਇਦਾ ਤੌਰ ਤੇ। ਸਹੀ ਹੈ, ਬਗਾਵਤ ਹੁੰਦੀ ਹੈ ਇਸੇ ਤਰ੍ਹਾਂ ਦੀ। ਸਹੀ ਹੈ, ਕਿਉਂਕਿ ਇੱਕ ਹੱਦ ਤੱਕ ਬਰਦਾਸ਼ਤ ਹੋ ਸਕਦਾ, ਉਸ ਤੋਂ ਬਾਅਦ ਫਿਰ ਬਰਦਾਸ਼ਤ ਦੀ ਤਾਕਤ ਖਤਮ ਹੋ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ। ਹੁਣ ਇਹ ਪਬਲਿਕ ਦੇ ਬਰਦਾਸ਼ਤ ਦੀ ਤਾਕਤ ਖਤਮ ਹੋ ਚੁੱਕੀ, ਕਿਉਂਕਿ ਇਹ ਮੁੱਠੀ ਭਰ ਲੋਕ ਸਾਡੇ ਸਭ ਨੂੰ, ਸਾਡੇ ਸਾਰਿਆਂ ਦੇ ਜੀਵਨ ਨੂੰ ਕੰਟਰੋਲ ਕਰਦੇ ਪਏ ਆਪਣੇ ਫਾਇਦੇ ਵਾਸਤੇ। ਜੀ, ਆਪਣੇ ਜੀਵਨ ਨੂੰ ਸੁਨਹਿਰਾ ਬਣਾਉਣ ਵਾਸਤੇ। ਇਹ ਸੋਚ ਸਹੀ ਨਹੀਂ ਹੈ। ਚਲੋ ਆਪਾਂ ਅੱਗੇ ਚੱਲਦੇ ਹਾਂ। ਜ਼ਰੂਰ। 2000 ਦੇ ਨੋਟ ਕਿੰਨੇ ਕੁ ਹੈਗੇ ਨੇ ਤੁਹਾਡੇ ਕੋਲ? ਮੇਰੇ ਕੋਲ ਤਾਂ ਜੇ ਹੋਣ ਨਾ ਹੋਣ, ਸਾਡੇ ਗੁਆਂਢੀ ਹੋ ਸਕਦੇ ਆ, ਤੇ ਕੁਝ ਬੀਬੀਆਂ ਨੇ ਵੀ ਰੱਖੇ ਸੀਗੇ, ਕਿਉਂਕਿ ਇਹ ਦੂਜੀ ਨੋਟਬੰਦੀ ਆ ਗਈ ਆ। ਪਹਿਲੀ ਨੋਟਬੰਦੀ 'ਚ ਬਹੁਤ ਵਿਚਾਰੇ ਨੁਕਸਾਨ ਉਠਾਏ ਲੋਕਾਂ ਨੇ, ਹੁਣ ਫਿਰ ਉਠਾ ਰਹੇ। ਮੈਂ ਕਿਤੇ 500 ਦਾ ਨੋਟ ਤੋੜਾਉਣ ਲੱਗਾ, ਤੇ ਉੱਥੇ ਉਹ ਕੋਈ ਪੇਮੈਂਟ ਲੈਣ ਆਈ ਸੀ ਪਾਰਟੀ। ਉਹ ਪੇਮੈਂਟ ਦੇਣ ਵਾਲਾ 2-2000 ਦੇ ਨੋਟ ਦੇਈ ਜਾਵੇ, ਤੇ ਪੇਮੈਂਟ ਲੈਣ ਵਾਲੀ ਪਾਰਟੀ ਕਹਿੰਦੀ ਅਸੀਂ ਨਹੀਂ ਲੈਣੇ, ਸਾਨੂੰ 500 ਦੇ ਚਾਹੀਦੇ ਨੇ, ਕਿਉਂਕਿ ਗਵਰਨਮੈਂਟ ਬੰਦ ਕਰਨ ਲੱਗੀ। ਕਹਿੰਦਾ ਭਾਜੀ ਹੁਣੇ ਥੋੜਾ ਬੰਦ ਕੀਤੇ, 30 ਸਤੰਬਰ ਤੱਕ ਡੇਟ ਹੈਗੀ ਹੈ,
ਤੁਸੀਂ ਫਿਲਹਾਲ ਲੈ ਲਓ। ਤੇ ਮੈਂ 500 ਦਾ ਨੋਟ ਤੁੜਵਾਉਣਾ ਸੀ, ਮੈਂ ਕਿਹਾ ਤੁਸੀਂ 500 ਦਾ ਨੋਟ ਰੱਖੋ, 2-2000 ਦੇ ਮੈਨੂੰ ਦੇ ਦਿਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਵੈਸੇ ਜਦੋਂ ਡਾਕਟਰ ਮਨਮੋਹਨ ਸਿੰਘ ਰਹੇ ਆ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ, ਇਹਨਾਂ ਦੇ ਸਾਈਨ ਹੁੰਦੇ ਸੀ ਨੋਟ ਤੇ, ਉਦੋਂ ਕੋਈ ਵੀ ਇਸ ਤਰ੍ਹਾਂ ਦੇ ਆ ਪਿੰਕ ਕਲਰ ਦੇ ਆ ਜਿਹ 'ਚ ਗੁਲਾਬੀ ਰੰਗ ਆ, ਕਿਸੇ ਨੀਲਾ ਵਾ, ਕਿ ਜਿਹੜਾ 20 ਦਾ ਨੋਟ ਆ ਤਾਂ 2000 ਵਾਲੇ ਰੰਗ 'ਚ ਉਸੇ ਤਰ੍ਹਾਂ ਇੱਕੋ ਜਿੱਕੇ ਲੱਗਦੇ ਆ, ਇੱਕੋ ਜਿਹੇ ਲੱਗਦੇ ਆ। ਫਿਰ 20 ਦੇ ਨੋਟ ਦਾ ਤੇ ਇੱਕ 20 ਦਾ ਹਰੇ ਨੋਟ ਹੈ, ਕਿ ਦੂਜਾ ਨੋਟ ਹੈਗਾ ਉਹਦਾ ਰੰਗ ਵੀ ਪਿੰਕ ਹੈਗਾ, ਔਰ ਇਹਨਾਂ ਨੂੰ ਮਾੜਾ ਜਿਹਾ ਗਿੱਲਾ ਹੱਥ ਲਾਓ ਤੇ ਇਹਨਾਂ ਦਾ ਰੰਗ ਲੱਥਣਾ ਸ਼ੁਰੂ ਹੋ ਜਾਂਦਾ। ਇਹ ਪਤਾ ਨਹੀਂ, ਦੇਖੋ ਜੇ ਤੁਹਾਡਾ ਨੋਟ ਹੈ ਉਹਦੀ ਵੈਲਿਊ ਦਾ ਕਾਗਜ਼ ਤਾਂ ਉਹਦਾ ਕੋਈ ਚੰਗਾ ਤਾਂ ਲਾਓ, ਡਾਲਰ ਦਾ ਦੇਖੋ ਖੜਕਦੇ ਆ ਸਾਰੇ, ਜਦੋਂ ਲੋਕ ਖੜਖੜ ਕਰਦੇ ਆ, ਪਰ ਇਹਦੇ ਵਿੱਚ ਨਾ ਕਾਗਜ਼ ਚੰਗਾ, ਜੇ ਕਾਗਜ਼ ਮਾੜਾ ਹੈਗਾ ਤਾਂ ਇਹਨੂੰ ਕੁਝ ਤਰੀਕੇ ਨਾਲ ਸਟੇਬਲ ਤੇ ਰਹਿਣ ਦਿਓ, ਫਿਰ ਇਹਨਾਂ ਨੂੰ ਕਹਿੰਦੇ ਵੀ ਬੰਦ ਹੋ ਗਏ। ਹੁਣ ਬੈਂਕਾਂ 'ਚ ਲੋਕ ਕਹੇ ਨੇ ਇੱਕਦਮ ਇਹਨਾਂ ਨੇ ਡੇਟ ਦੇਤੀ ਹੈ ਵੀ ਤੁਸੀਂ ਮਈ ਤੋਂ ਜਿਹੜਾ ਸਤੰਬਰ ਤੱਕ ਤੁਸੀਂ 30 ਤੱਕ ਦੇ ਸਕਦੇ ਜੇ। ਉਹਦੇ ਵਿੱਚ ਬੈਂਕਾਂ ਨੇ ਤਾਂ ਕਹਿਤਾ ਕਿ 30 ਤੱਕ ਜਿਹੜੇ ਆਉਣਗੇ ਸਾਡੇ ਕੋਲ, ਹੁਣ ਕੋਈ ਆਈਡੀ ਨਹੀਂ ਲਵਾਂਗੇ, ਕੁਛ ਉੱਥੇ ਆਈਡੈਂਟੀਫਿਕੇਸ਼ਨ ਦੀ ਲੋੜ ਨਹੀਂ, ਕਿ ਤੁਸੀਂ 10 ਨੋਟ ਲਿਆ ਕੇ ਇਮੀਡੀਏਟ ਤੁਸੀਂ ਜਮ੍ਹਾਂ ਕਰਾ ਦਿਓ, ਜਾਂ ਉਹਨੂੰ ਐਕਸਚੇਂਜ ਕੇ ਲੈ ਕੇ ਤੁਹਾਡੇ ਚੋਂ 500 ਦੇ ਨੋਟ ਦੇ ਦਾਂਗੇ, 100 ਵਾਲੇ ਨੋਟ ਦੇ ਦਾਂਗੇ। ਪਰ ਇਹ ਕਿੱਧਰ ਦੀ ਭਾਜੜ ਪਈ ਸੀ ਕਿ ਪਹਿਲਾਂ 2000 ਬਣਾਤਾ, ਮੁੜ ਕੇ 2000 ਤੋਂ ਬਾਅਦ ਇੱਕ ਇਮੀਡੀਏਟ ਬੰਦ ਕਰ ਦਿੱਤਾ। ਔਰ ਇਹਦੇ ਵਿੱਚ ਕੌਣ, ਜਿਹੜੇ ਵਪਾਰੀ ਆ, ਜਿਹੜੇ ਵੱਡੇ ਘਰਾਣਿਆਂ ਦੇ ਲੋਕ ਹੈਗੇ ਆ, ਜਾਂ ਜਿਹੜੇ ਵੱਡੇ ਸੋਨਾ ਵੇਚਣ ਵਾਲੇ ਆ, ਉਹ ਨਹੀਂ ਇਹ 'ਚ ਫਸਦੇ। ਫਸਦਾ ਕੌਣ ਹੈਗਾ? ਜਿਹੜਾ ਵਿਚਾਰਾ ਗਰੀਬ ਆਦਮੀ ਜਿਹਨੇ ਜੋੜ ਕੇ ਰੱਖੇ ਹੁੰਦੇ ਆ। ਇਹ ਜਦੋਂ ਪਹਿਲੀ ਨੋਟਬੰਦੀ ਹੋਈ ਸੀ 16 ਦੇ ਵਿੱਚ, ਉਦੋਂ ਇਹ ਰਾਤੋਂ ਰਾਤ ਜਲੰਧਰ ਦੇ ਇੱਕ ਜੁਐਲਰ ਜਿੰਨੇ ਬੈਠੇ, ਉਹਨਾਂ ਕੋਲ ਬੋਰੀਆਂ ਨਹੀਂ ਬੋਰੀਆਂ ਪੈਸੇ ਆ ਗਏ ਰਾਤੋਂ ਰਾਤ ਹੀ, ਜਿਨ੍ਹਾਂ ਨੇ ਘਰਾਂ 'ਚ ਰੱਖੇ ਹੈਗੇ। ਬੀਬੀਆਂ ਨੇ ਵਿਚਾਰਿਆਂ ਨੇ ਕੋਈ ਕਾੜਨੇ 'ਚ ਰੱਖਿਆ, ਕੋਈ ਕੁੱਜੇ 'ਚ ਰੱਖਿਆ, ਕੋਈ ਕਿਸੇ ਪਾਸੇ ਰੱਖਿਆ, ਚੀਨੀ ਵਾਲੇ ਲਗਾ ਕੇ ਚੀਨੀ ਵਾਲੇ ਡੱਬੇ 'ਚ ਰੱਖਿਆ। ਉਹ ਵਿਚਾਰੀਆਂ ਉਹ ਵੀ ਹੁਣ ਵੇਖ ਕੇ ਰੋਂਦੀਆਂ ਉਹਨਾਂ ਨੂੰ, ਕਿ ਉਹ ਕਿੱਧਰ ਦੇਣਗੇ। ਉਹਨਾਂ ਨੇ ਰੱਖੇ ਹੁੰਦੇ ਆਪਣੇ ਘਰ ਲਈ, ਵਰਤੋਂ ਲਈ, ਆਪਣੀ ਧੀਆਂ ਨੂੰ ਪੈਸਾ ਦੇਣ ਲਈ, ਆਪਣੇ ਦੋਹਤਰਿਆਂ ਨੂੰ, ਪੋਤਰਿਆਂ ਦੇ ਲਈ ਰੱਖਿਆ ਹੁੰਦਾ, ਰਿਸ਼ਤਿਆਂ 'ਚ ਪੈਸਾ ਵੰਡਣ ਲਈ ਰੱਖਿਆ ਹੁੰਦਾ, ਘਰਾਂ ਨੂੰ ਚਲਾਉਣ ਲਈ। ਬਿਲਕੁਲ ਰੱਖਿਆ ਹੁੰਦਾ। ਇਹ ਦੁਨੀਆ ਪੈਸੇ ਦੀ ਹੈ। ਇਹ ਕਹਿੰਦੇ ਨੇ ਵੀ ਪੈਸਾ ਜਿਹੜਾ ਕਾਗ ਬਨੇਰੇ ਦਾ, ਅੱਜ ਇਸ ਬਨੇਰੇ ਤੇ ਕੱਲ ਉਸ ਬਨੇਰੇ ਤੇ ਉੱਡਦੇ ਹੀ ਹੈ ਬਨੇਰਿਆਂ ਤੇ। ਪੰਜਾਬੀ ਗਲਤ ਗੱਲ ਹੈਗੀ ਆ। ਜਿਹੜੀਆਂ ਪੰਜਾਬ ਦੇ ਵਿੱਚ ਲੇਡੀਜ਼ ਨੇ ਨਾ, ਉਹਨਾਂ ਨੂੰ ਤਾਂ ਖਾਸ ਪ੍ਰੋਬਲਮ ਹੋ ਗਈ। ਇੱਕ ਤਾਂ ਮਾਨ ਸਾਹਿਬ 1000 ਰੁਪਏ ਮਹੀਨਾ ਦੇਣਾ ਉਹ ਨਹੀਂ ਦਿੰਦੇ ਪਏ, ਤੇ ਦੂਜਾ 2000 ਦਾ ਨੋਟ ਵੀ ਬਦਲਣਾ ਪੈ ਜਾਣਾ। ਆ ਤੁਸੀਂ ਅਮਰੀਕਾ ਦੇ ਡਾਲਰ ਦੀ ਗੱਲ ਕੀਤੀ ਹੈ ਨਾ, ਐ ਖੜਕਦਾ ਹੁੰਦਾ ਹੈ। ਮੈਂ ਇੱਕ ਗੱਲ ਸੁਣੀ ਸੀ, ਉਹ ਕੋਈ ਪਿੰਡ ਦਾ ਬੰਦਾ ਸੀ, ਉਹਨੂੰ ਕਿਸੇ ਨੇ ਨਾ ਬਾਹਰੋਂ ਆਏ ਨੇ ਅਮਰੀਕਾ ਦਾ ਡਾਲਰ ਦਿਖਾਇਆ, ਉਹਨੇ ਹੱਥ 'ਚ ਫੜਿਆ, ਉਹ ਖੜਕੇ ਕਹਿੰਦਾ ਇਹ ਚਿੜੇ ਦੇ ਕੰਨ ਵਰਗਾ ਹੈ। ਹੁਣ ਚਿੜੇ ਦਾ ਕੰਨ ਦੇਖੋ ਕੀ ਉਹਨੇ ਵਿਸ਼ੇਸ਼ਣ ਲੱਭਿਆ ਉਹਦੇ ਵਾਸਤੇ। ਅਸਲ 'ਚ ਕਾਗਜ਼ ਜਿਹੜਾ ਵਧੀਆ ਪੇਪਰ ਲਾਉਂਦੇ ਆ, ਉਹਦੇ ਨਾਲ ਵਧੀਆ ਤਰੀਕੇ ਨਾਲ ਤੁਸੀਂ ਜੇਬ 'ਚ ਪਾ ਸਕਦੇ ਜੇ। ਇਹ ਨਹੀਂ ਵੀ ਤੁਹਾਡਾ ਬਟੂਆ ਭੇਜ ਗਿਆ ਤੇ ਪੈਸੇ ਵੀ ਭੇਜਣ ਨਾਲ ਰੰਗੋ ਰੰਗ ਹੋ ਗਿਆ ਤੁਹਾਡਾ, ਹੈ ਕਿ ਨਹੀਂ। ਉਹ ਤਾਂ ਹੈਗਾ ਕਿ ਪੈਸੇ ਤਾਂ ਚੰਗੇ ਲਾਓ, ਕਿਉਂਕਿ ਇਹਦੀ ਵੈਲਿਊ ਹੈ। 2000 ਦਾ ਨੋਟ ਹੁਣ ਇਹ ਬੰਦ ਹੋ ਜਾਣਾ। ਔਰ ਕਹਿੰਦੇ ਨੇ ਕਿ ਬਲੈਕ ਮਨੀ ਨੂੰ ਕੰਟਰੋਲ ਕਰਨ ਵਾਸਤੇ ਪਤਾ ਨਹੀਂ ਕਿੰਨੇ ਹੀ ਲੱਖਾਂ ਕਰੋੜਾਂ ਦੇ ਨੋਟ ਜਿਹੜੇ ਨੇ ਉਹ ਛਪ ਚੁੱਕੇ ਨੇ, ਜਿਹੜੇ ਵੰਡੇ ਗਏ ਨੇ ਪਿਛਲੇ 6-6.5 ਸਾਲਾਂ ਦੇ ਵਿੱਚ। ਉਹਨਾਂ ਵਿੱਚੋਂ ਕਈ ਨੋਟ ਲੱਖਾਂ 'ਚ ਇਦਾਂ ਦੇ ਨੇ ਜਿਹੜੇ ਸਰਕੂਲੇਸ਼ਨ 'ਚ ਹੈ ਹੀ ਨਹੀਂ, ਮਤਲਬ ਉਹ ਬਲੈਕ ਮਨੀ ਬਣ ਚੁੱਕੀ ਹੈ। ਹੁਣ ਕੀ ਕੀਤਾ ਜਾਵੇ? ਉਹ ਬਲੈਕ ਮਨੀ ਕਢਵਾਈ ਜਾਵੇ। ਪਰ ਨਾਲ ਇੱਕ ਬਲਕਾਰ ਜੀ ਆ ਵੀ ਹੈ, ਜਿਹੜੇ 500 ਦੇ ਨੋਟ ਨੇ ਉਹ ਵੀ ਜਿੰਨੇ ਛਪ ਕੇ ਸਰਕੂਲੇਸ਼ਨ 'ਚ ਆਏ ਹੋਏ ਨੇ, ਉਹ 'ਚੋਂ ਕਈ ਲੱਖਾਂ ਦੇ ਗਾਇਬ ਨੇ, ਸਰਕੂਲੇਸ਼ਨ 'ਚ ਨਹੀਂ ਹੈਗੇ, ਉਹ ਵੀ ਬਲੈਕ ਮਨੀ ਬਣ ਚੁੱਕੀ ਹੈ। ਹੁਣ 500 ਦਾ ਨੋਟ ਵੀ ਬੰਦ ਕਰਾਂਗੇ ਆਪਾਂ, ਬਣ ਕੇ ਆ ਰਹੇ ਆ ਜਿਹੜੇ ਫੇਕ ਮਨੀ, ਨਕਲੀ ਮਨੀ ਆ ਰਹੀ ਹੈ। ਜਾਲੀ 500 ਦੇ ਮਤਲਬ 2000 ਤੋਂ ਬਾਅਦ 500 ਦੇ ਨੋਟ ਵੀ ਬੰਦ ਕਰ ਦਵਾਂਗੇ। ਜਾਲੀ ਨੋਟ ਵੀ ਬਹੁਤ ਆ ਰਹੇ। ਤੁਸੀਂ ਜਿੱਦਾਂ ਅਮਰੀਕਾ ਦੀ ਗੱਲ ਕੀਤੀ, ਉੱਥੇ ਵੱਡੇ ਨੋਟ ਹੈ ਹੀ ਨਹੀਂ, ਸਾਰੇ ਛੋਟੇ ਨੋਟ ਨੇ। ਤੇ ਹੁਣ ਇੱਕ ਗੱਲ ਹੈਗੀ ਹੈ, ਜਿੱਦਾਂ ਇਹ 2 ਟਰਮਸ ਰਹੇ ਆ, ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ 2 ਟਰਮਸ ਰਹੇ, ਇੱਦਾਂ ਦੇ ਅਰਥ ਸ਼ਾਸਤਰੀ ਨੂੰ ਨਹੀਂ ਸੀ ਪਤਾ। ਜਿਹੜੇ ਇਕਨੋਮਿਸਟ ਇੰਨੇ ਵਧੀਆ ਹੈਗੇ, ਜਿਨ੍ਹਾਂ ਨੂੰ ਪਤਾ ਕਿ ਅਰਥ ਵਿਵਸਥਾ ਕਿੱਦਾਂ ਬਹਾਲ ਰੱਖਣੀ, ਕਿੱਦਾਂ ਸਟੇਬਲ ਰੱਖਣੀ, ਉਹਨਾਂ ਤਾਂ ਨੋਟਬੰਦੀ ਕੀਤੀ ਨਹੀਂ। ਉਹ ਹੁਣ 10 ਸਾਲਾਂ 'ਚ ਉਦੋਂ ਕੀ ਬਲੈਕ ਮਨੀ ਆਈ ਨਹੀਂ ਸੀ ਕਿ ਉਦੋਂ ਪੈਸਾ ਬਾਹਰੋਂ ਨਹੀਂ ਸੀ ਆ ਰਿਹਾ, ਤਾਂ ਇੱਧਰੋਂ ਇੰਡੀਆ ਤੋਂ ਬਾਹਰ ਨਹੀਂ ਜਾ ਰਿਹਾ। ਹੁਣ ਉਹਨਾਂ ਦਾ ਨਹੀਂ ਇਹ ਸੋਚਿਆ, ਜਾਂ ਉਹਨਾਂ ਕੋਲ ਗਲਤੀ ਹੋ ਗਈ ਹੈ, ਜਾਂ ਇਹਨਾਂ ਕੋਲ ਗਲਤੀ, ਦੋ ਪਾਸੇ ਹੀ ਹੈ, ਜਾਂ ਇਹ ਗਲਤੀ ਕਰ ਰਿਹਾ ਜਾਂ ਉਹ ਗਲਤੀ ਹੋ ਗਈ ਹੈ। ਇਹ ਹੁਣ ਸਾਡੇ ਜਿਹੜੇ ਅਰਥਸ਼ਾਸਤਰੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਆਮ ਆਦਮੀ ਪਾਰਟੀ, ਬਾਕੀ ਵਿਰੋਧੀ ਧਿਰ ਜਿਹੜੇ ਹੈਗੇ ਨੇ, ਉਹਨਾਂ ਵੱਲੋਂ ਇੱਕ ਨਵੀਂ ਗੱਲ ਸੁਣਨ ਨੂੰ ਆ ਰਹੀ ਹੈ ਕਿ ਜਿਹੜੇ ਬੀਜੇਪੀ ਦੇ ਸਾਰੇ ਕਾਰਪੋਰੇਟ ਮਿੱਤਰ ਨੇ ਨਾ, ਵੱਡੇ ਵੱਡੇ ਬਿਜ਼ਨਸਮੈਨ ਮਿੱਤਰ, ਉਹਨਾਂ ਨੂੰ ਘਾਟੇ ਪੈ ਗਏ। ਉਹਨਾਂ ਦੀਆਂ ਰਿਪੋਰਟਾਂ ਆ ਗਈਆਂ, ਉਹਨਾਂ ਕੋਲ ਘਾਟੇ ਹੋਣ ਕਰਕੇ ਕਮੀ ਆ ਗਈ ਨੋਟਾਂ ਦੀ। ਹੁਣ ਉਹਨਾਂ ਨੂੰ ਪੈਸੇ ਦੇਣੇ ਨੇ, ਇਸ ਕਰਕੇ ਲੋਕਾਂ ਤੋਂ ਪੈਸੇ ਲੈ ਕੇ ਨਾ 2-2 ਹਜ਼ਾਰ ਰੁਪਈਆ ਬੈਂਕਾਂ 'ਚ ਰੱਖਿਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਅੱਗੇ ਲੋਨ ਦਿੱਤਾ ਜਾ ਸਕੇ। ਇਹ ਵੀ ਹੋ ਸਕਦਾ। ਦੱਸੋ, ਐਦਾਂ ਦੀਆਂ ਗੱਲਾਂ ਵੀ ਆਉਣ ਲੱਗ ਪਈਆਂ। ਅਸਲ 'ਚ ਕਈ ਵਾਰੀ ਪਾਲਿਸੀਆਂ ਜਿਹੜੀਆਂ ਬਣਦੀਆਂ ਉਹਨਾਂ ਦੀ ਫੇਵਰ 'ਚ ਬਣਦੀਆਂ। ਕੋਈ ਟੈਕਸ ਲਾਉਣ ਦਾ ਆਉਂਦਾ, ਉਹਨਾਂ ਦੀ ਫੇਵਰ 'ਚ ਹੁੰਦਾ। ਜਿਹੜੇ 4 ਕਾਰਪੋਰੇਟ ਆ ਜਿਹੜੇ ਚਲਾ ਰਹੇ ਸਰਕਾਰਾਂ ਨੂੰ, ਇਹ ਇਹਨਾਂ ਦੀ ਸਰਕਾਰ ਨੂੰ ਨਹੀਂ, ਪਿਛਲੀ ਸਰਕਾਰਾਂ 'ਚ ਵੀ ਰਹੇ ਆ। ਇਹਨਾਂ ਦੀ ਜਿਹੜੇ ਆ 65, ਇਹਨਾਂ ਦੇ ਜਿਹੜਾ ਪੈਂਤੜਾ ਜਾਂ ਇਹਨਾਂ ਦਾ ਪੜੋਲਾ ਉੱਦਾਂ ਹੀ ਵੱਜਾ ਰਹਿੰਦਾ। ਉਹਦੇ ਵਿੱਚ ਅਬਾਨੀ, ਅਡਾਨੀ, ਉਹਦੇ ਵਿੱਚ ਜਿੰਨਾ ਬਾਟਾ, ਟਾਟਾ, ਬਿਰਲਾ, ਸਾਰੇ ਉਹਦੇ ਵਿੱਚ ਹੈਗੇ। ਔਰ ਉਹਨਾਂ ਦੇ ਇਸ਼ਾਰੇ ਨਾਲ ਹੀ ਗੌਰਮੈਂਟ ਚੱਲਦੀ ਹੈ। ਇਹ ਆਪ ਸੱਚੀ ਜਾਂ ਝੂਠੀ ਨਹੀਂ, ਪਰ ਉਹਦੇ ਵਿੱਚ ਆਪੋਜੀਸ਼ਨ ਜਿਹੜੀਆਂ ਇਹ ਹੁਣ ਤਾਂ ਕਹਿੰਦੀਆਂ, ਪਰ ਜਦੋਂ ਇਹ ਕਾਂਗਰਸ ਜਿਹੜੀ ਹੁਣ ਕਹਿ ਰਹੀ ਆ, ਜਦੋਂ ਇਹ ਸੀ ਉਦੋਂ ਵੀ ਇਹ ਬੈਠੇ ਸੀਗੇ।
ਉਦੋਂ ਤੁਹਾਡਾ ਖਿਆਲ ਹੈ ਕਿ ਅਲਾਦਾ ਨਹੀਂ ਸੀਗੇ, ਇਹ ਹਰ ਜਗ੍ਹਾ ਤੇ ਹੈਗਾ। ਇਹ ਅਮਰੀਕਾ ਦੇ ਵਰਗੇ ਦੇਸ਼ਾਂ 'ਚ ਵੀ ਬੈਠੇ ਆ, ਫਰਾਂਸ 'ਚ ਵੀ ਬੈਠੇ ਇੱਦਾਂ ਦੇ ਲੋਕ, ਤੇ ਜਾਪਾਨ 'ਚ ਵੀ ਬੈਠੇ ਆ, ਉਹਨਾਂ ਦੇ ਆਪਣੇ ਕਾਰਪੋਰੇਟ ਘਰਾਣੇ ਹੈਗੇ ਜਿਹੜੇ ਸਰਕਾਰਾਂ ਨੂੰ ਚਲਾਉਂਦੇ ਆ। ਔਰ ਤਦੇ ਕਰਕੇ ਇੰਗਲੈਂਡ 'ਚ ਵੀ ਬੈਠੇ ਆ, ਤਦੇ ਉੱਥੋਂ ਦਾ ਸੋਨਾ ਜਿਹੜਾ ਡਾਲਰ ਆ, ਜਿਹੜਾ ਪਾਉਂਡ ਆ, ਉਹ ਸਭ ਤੋਂ ਮਹਿੰਗਾ ਹੈਗਾ। ਅਮਰੀਕਾ ਦਾ ਹਰ ਜਗ੍ਹਾ ਡਾਲਰ ਚੱਲਦਾ। ਔਰ ਇਹਦੇ ਵਿੱਚ ਇਹ ਜਿਹੜੀ ਚੀਜ਼ਾਂ ਹੈਗੀਆਂ ਨੇ, ਇਹਨਾਂ ਦੇ ਪਿੱਛੇ ਕਈ ਤਰ੍ਹਾਂ ਦੇ ਲਕੂਨੇ ਆ, ਕਈ ਤਰ੍ਹਾਂ ਦੇ ਭੇਦ ਆ, ਪਰ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੁੰਦੀ ਆ। ਅਸੀਂ ਮੀਡੀਆ ਦੇ ਤੌਰ 'ਤੇ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਪਿੱਛੇ ਜਿਹੜੀਆਂ ਕਾਰਪੋਰੇਟ ਜਿਹੜੀਆਂ ਸੂਚਨਾਵਾਂ ਨੇ ਜਾਂ ਉਹਨਾਂ ਦੀਆਂ ਨੀਤੀਆਂ ਨੇ, ਉਹਨਾਂ ਨੂੰ ਪੂਰਾ ਕਰਨ ਲਈ ਸਾਰਾ ਕੁਝ ਹੁੰਦਾ ਆ ਰਿਹਾ ਵਾ। ਇਮੀਡੀਏਟ ਐਵੇਂ ਡਿਸੀਜਨ ਨਹੀਂ ਹੁੰਦੇ, ਕਿ ਤੁਹਾਡੇ ਤੇ ਸੁਪਨੇ 'ਚ ਵੀ ਨਹੀਂ ਹੁੰਦਾ ਕਿ 2000 ਦਾ ਨੋਟ ਬੰਦ ਹੋ ਜਾਊਗਾ। ਜੇ ਬੰਦ ਕਰਨਾ ਤਾਂ ਪਹਿਲਾਂ ਅਗਾਂਹ ਸੂਚਨਾ ਕਰ ਦਿਓ, ਬਿਲਕੁਲ ਸਹੀ ਹੈ, ਸੰਭਾਲ ਲਓ ਆਪਣੇ। ਹੁਣ ਕਿ ਮੀਡੀਆ ਤੇ 1 ਸੈਕਿੰਡ ਲੱਗਦਾ ਜਦੋਂ ਤੁਹਾਡਾ ਟਵੀਟ ਤੇ ਪਾ ਸਕਦੇ ਜੇ ਵੀ ਇਹਨਾਂ ਨੂੰ ਸੰਭਾਲ ਲਓ, ਹਫ਼ਤੇ ਦੇ ਵਿੱਚ ਵਰਤ ਲਓ। 23 ਮਈ ਤੋਂ 30 ਸਤੰਬਰ ਤੱਕ ਇਹ ਲੀਗਲ ਟੈਂਡਰ ਰਹੇਗਾ। 2000 ਦਾ ਨੋਟ ਸਤੰਬਰ ਤੱਕ ਜਾ ਕੇ ਤੁਸੀਂ ਬਦਲਵਾ ਸਕਦੇ ਹੋ, ਬਦਲਵਾਓ। ਤੇ ਰੋਜ਼ ਦਾ ਤੁਸੀਂ 20000 ਰੁਪਈਆ ਬਦਲਵਾ ਸਕਦੇ ਹੋ, ਇਸ ਤੋਂ ਵੱਧ ਨਹੀਂ। ਇੱਕ ਵਾਰ 'ਚ 20000 ਰੁਪਈਆ ਤੇ ਆਪਣਾ ਪੈਨ ਕਾਰਡ, ਆਧਾਰ ਕਾਰਡ ਨਾਲ ਲੈ ਕੇ ਜਾਓ। 10 ਨੋਟ ਹੋ ਗਏ, 10 ਨੋਟ ਚਲੇ ਗਏ, 10 ਨੋਟ ਹੋ ਗਏ। ਤੁਹਾਡੇ ਕੋਲ ਹੈਗੇ ਨੇ, ਮੈਨੂੰ ਪਤਾ, ਤਾਂ ਹੀ ਤੁਸੀਂ ਗਿਣ ਲੈਂਦੇ ਹੋ, ਫਟਾਫਟ ਗਿਣ ਲੈਂਦੇ ਹੋ। ਬਹੁਤ ਹਾਂ। ਚਲੋ ਆਪਾਂ ਅੱਗੇ ਚੱਲੀਏ ਜੀ। ਆਪਾਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਤੋਂ ਪੀਟੀਸੀ ਪ੍ਰਸਾਰਣ ਕਰਦੀ ਹੈ, ਸਵੇਰ ਵੇਲੇ ਵੀ ਸ਼ਾਮ ਵੇਲੇ ਵੀ ਗੁਰਬਾਣੀ ਦਾ ਸੰਚਾਰ ਹੁੰਦਾ ਹੈ, ਪੂਰੀ ਦੁਨੀਆ ਦੇ ਵਿੱਚ ਜਾਂਦਾ ਹੈ ਜੀ। ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਤਾਂ YouTube ਦੇ ਉੱਤੇ ਜਾਂ ਇੰਟਰਨੈਟ ਦੇ ਉੱਤੇ ਵੀ ਚੈਨਲਸ ਨੇ ਜਿੱਥੇ ਤੁਸੀਂ ਇਸ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਇਹਦਾ ਆਨੰਦ ਲੈ ਸਕਦੇ ਹੋ ਔਰ ਗੁਰਬਾਣੀ ਦਾ ਸਤਿਕਾਰ ਤੁਸੀਂ ਹਾਸਲ ਕਰ ਸਕਦੇ ਹੋ। ਨਾਲ ਹੁਣ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਬਾਕੀ ਚੈਨਲਸ ਨੂੰ ਵੀ ਇਹ ਅਧਿਕਾਰ ਮਿਲਣੇ ਚਾਹੀਦੇ ਨੇ, ਸਿਰਫ ਪੀਟੀਸੀ ਕੋਲ ਨਾ ਰਵੇ, ਇਹ ਅਧਿਕਾਰ ਸਭ ਕੋਲ ਰਵੇ, ਕਿਉਂਕਿ ਮੁੱਖ ਮੰਤਵ ਇਹ ਹੈ ਕਿ ਅਸੀਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ 'ਚ ਕਰਨਾ ਹੈ। SGPC ਨੇ ਵੀ ਕਿਹਾ ਕਿ ਅਸੀਂ ਆਪਣਾ YouTube ਚੈਨਲ ਸ਼ੁਰੂ ਕਰਨਾ ਚਾਹੁੰਦੇ ਹਾਂ, ਤਾਂ ਇਹ ਸਾਰਾ ਮੁੱਦਾ ਭਖਿਆ ਹੋਇਆ ਅੱਜ ਕੱਲ੍ਹ। ਹਾਂ, ਇਹ ਮੁੱਦਾ ਬੜਾ ਪੁਰਾਣਾ ਵਾ, ਜਦੋਂ ਕਿ ਦਰਬਾਰ ਸਾਹਿਬ ਤੋਂ ਹਾਂਜੀ ਬਕਾਇਦਾ ਲਗਾਤਾਰ ਜਿਹੜੇ ਬੜੇ ਰਾਗੀ ਨੇ, ਜਿਹੜੇ ਕੀਰਤਨ ਦੇ ਜਥੇ ਆਉਂਦੇ ਨੇ, ਉਹ ਤਾਂਤੀ ਸਾਜ਼ਾਂ ਨਾਲ ਗੁਰਬਾਣੀ ਦੀ ਵਿਆਖਿਆ ਤੇ ਕੀਰਤਨ ਦਾ ਜਿਹੜਾ ਉੱਥੋਂ ਸਾਈਟ ਕਰਦੇ ਆ, ਚਲਾਉਂਦੇ ਆ। ਔਰ ਉਹਦੇ ਵਿੱਚ ਜਿੰਨੇ ਵੀ ਕੀਰਤਨ ਜਥੇ ਆਉਂਦੇ ਆ, ਉਹਨਾਂ ਦੀ ਵੈਸੇ ਡਿਊਟੀ ਲੱਗਦੀ ਉੱਥੇ, ਔਰ ਉਹਨਾਂ ਦਾ ਇੱਕ ਪੂਰਾ ਡਿਊਟੀ ਚਾਰਟ ਬਣਿਆ ਹੁੰਦਾ, ਤਾਂ ਉਹ ਆ ਕੇ ਆਪਣਾ ਉਸ ਟਾਈਮ ਨਾਲ ਗੁਰਬਾਣੀ ਸ਼ੁਰੂ ਕਰਦੇ ਆ, ਕੀਰਤਨ ਸ਼ੁਰੂ ਕਰਦੇ ਆ, ਔਰ ਲੋਕ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਦੇ ਆ, ਬਾਹਰ ਵਿਦੇਸ਼ਾਂ ਵਿੱਚ ਬੈਠੇ ਵੀ। ਇਹ ਬੜੀ ਦੇਰ ਤੋਂ ਜਿਹੜਾ PTC ਚੈਨਲ 'ਤੇ ਚੱਲ ਰਿਹਾ ਸੀ। ਇਹ ਤੋਂ ਪਹਿਲਾਂ ਇੱਕ ਪ੍ਰਾਈਵੇਟ ਹੋਰ ਚੈਨਲ ਸੀਗਾ, ਉਹਦੇ ਕੋਲ ਅਧਿਕਾਰ ਸੀਗਾ, ਔਰ ਇਹ 2 ਚੈਨਲ ਹੀ ਅੱਗੇ ਰਹੇ ਆ। ਪਰ ਇਹਦਾ ਮਸਲਾ ਪਹਿਲਾਂ ਹੋਰ ਥੋੜ੍ਹਾ ਜਿਹਾ ਟੇਢਾ ਹੋ ਗਿਆ ਸੀਗਾ। PTC ਚੈਨਲ ਦੇ ਜਿਹੜੇ CEO ਨੇ, ਉਹਨਾਂ 'ਤੇ ਕੋਈ ਬਲੇਮ ਲੱਗੇ ਸੀਗੇ, ਔਰ ਉਹ ਥੋੜ੍ਹੀ ਦੇਰ ਅਰੈਸਟ ਵੀ ਰਹੇ ਆ, ਜੁਡੀਸ਼ੀਅਲ ਰਿਮਾਂਡ ਵੀ ਰਿਹਾ। ਉਦੋਂ ਇਹ ਸਾਰਾ ਕੁਝ ਮਸਲਾ ਢਿੱਲਾ ਹੋ ਗਿਆ ਸੀ ਕਿ ਇੱਥੋਂ ਜਿਹੜਾ ਕੀਰਤਨ ਦਰਬਾਰ ਸਾਹਿਬ ਤੋਂ ਚੱਲ ਰਿਹਾ, ਇਹਨੂੰ ਕਿਸੇ ਹੋਰ ਚੈਨਲ 'ਤੇ, ਕੋਈ ਹੋਰ ਚੈਨਲ ਅਸੀਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਬਣਾਵਾਂਗੇ, ਜਾਂ ਇਹਨੂੰ YouTube ਤੋਂ ਚਲਾਇਆ ਜਾਊਗਾ। ਔਰ ਉਸ ਤੋਂ ਬਾਅਦ ਉਹ ਫਿਰ ਆ ਕੇ ਉੱਥੇ ਆਪਣੀ ਗੱਦੀ 'ਤੇ ਬੈਠ ਗਏ, ਔਰ ਉਹਨਾਂ ਨੇ ਫਿਰ ਦੁਬਾਰਾ ਸ਼ੁਰੂ ਕੀਤਾ, ਇਹਨੂੰ ਕਿਤੇ ਡਿਸਕੰਟੀਨਿਊ ਕੀਤਾ ਨਹੀਂ। ਪਰ ਇਸ ਵੇਲੇ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਹੈਗੀ ਆ, ਆਪ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਕਿ ਇਹ ਕਿੱਧਰ ਦਾ ਅਧਿਕਾਰ ਹੈਗਾ ਕਿ ਇੱਕੋ ਚੈਨਲ ਚਲਾਈ ਜਾਵੇ, ਜਦੋਂ ਕਿ ਬਾਕੀ ਚੈਨਲ, ਇਹ ਡਿਜੀਟਲ ਚੈਨਲ ਜਿਹੜੇ ਹੈਗੇ ਆ, ਇਹ ਹੈਗੇ ਆ ਜਿਹਦੀ ਪਿੰਡਾਂ 'ਚ ਪਹੁੰਚ ਬਹੁਤ ਘੱਟ ਹੈ। ਇਹ ਚੈਨਲ, ਜਦੋਂ ਕਿ ਪੰਜਾਬ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ, ਬਾਹਰਲੇ ਦੇਸ਼ਾਂ 'ਚ ਵੀ ਪਿੰਡਾਂ ਦੇ ਲੋਕ ਬੈਠੇ ਆ, ਜਦੋਂ ਕਿ ਦੂਰਦਰਸ਼ਨ ਜਿਹੜਾ ਹੈਗਾ ਜਲੰਧਰ, ਇਹਦੇ ਕੋਲ ਪਿੰਡਾਂ ਤੱਕ ਅਪਰੋਚ ਬਹੁਤ ਰਹੀ ਆ। ਪਹਿਲਾਂ ਤਾਂ ਐਂਟੀਨਾ ਨਾਲ ਹੁੰਦੀ ਸੀਗੀ, ਜਦੋਂ ਪਾਕਿਸਤਾਨ ਟੈਲੀਵਿਜ਼ਨ ਚੱਲਦਾ ਰਿਹਾ, ਉਦੋਂ ਜਲੰਧਰ ਦਾ ਜਿਹੜਾ ਦੂਰਦਰਸ਼ਨ ਕੇਂਦਰ ਸੀਗਾ, ਇਹ ਵੀ ਪਿੰਡਾਂ ਤੱਕ ਬੇਸ਼ੁਮਾਰ ਦਰਸ਼ਕ ਸੀ ਇਹਦੇ। ਔਰ ਇਹ ਸਰਕਾਰੀ ਚੈਨਲ ਆ, ਇਹਦੇ ਕੋਲ ਵੀ ਆ ਸਕਦਾ, ਜਾਂ ਕਿ ਹੋਰ ਚੈਨਲ ਵੀ ਹੈਗੇ ਪ੍ਰਾਈਵੇਟ ਜਿਨ੍ਹਾਂ ਨਾਲ ਇਹ ਡਿਸਾਈਡ ਕਰਨ, ਪਰ ਡਿਸਾਈਡ ਤਾਂ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਇਹ ਅਧਿਕਾਰ ਹੁਣ ਇਹਨਾਂ ਕੋਲ ਨਹੀਂ ਹੈਗਾ, ਜਿਹੜੀ ਪੰਜਾਬ ਗੌਰਮੈਂਟ ਆ। ਪਹਿਲਾਂ ਜਦੋਂ ਆਇਆ ਸੀਗਾ, ਇਹਦੇ ਵਿੱਚ ਕਾਂਗਰਸ ਨੇ ਇਹਦਾ ਕਿਹਾ ਸੀਗਾ ਕਿ ਇਹ ਆਉਣਾ ਚਾਹੀਦਾ ਵਾ, ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਅੱਗੇ ਲਿਆਂਦੀ ਸੀ ਕਿ ਇਹ ਇਕੱਲਾ PTC ਚੈਨਲ ਕਿਉਂ ਚਲਾਈ ਜਾਂਦਾ, ਬਾਕੀ ਚੈਨਲ ਕਿੱਥੇ ਚਲੇ ਗਏ। ਉਹ ਵੀ ਉੱਥੇ ਦੀ ਉੱਥੇ ਬੈਠ ਗਈ ਗੱਲ। ਇਹ ਹਰ ਵਾਰੀ ਰੌਲਾ ਪੈਂਦਾ, ਪਰ ਇਹਦਾ ਜਵਾਬ ਜਿਹੜੇ ਉੱਥੋਂ ਦੇ ਹਰਜਿੰਦਰ ਸਿੰਘ ਧਾਮੀ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਉਹਨਾਂ ਨੇ ਕਹਿਤਾ ਕਿ ਭਗਵੰਤ ਮਾਨ ਜੀ ਨੂੰ ਧਾਰਮਿਕ ਮਾਮਲਿਆਂ ਵਿੱਚ ਨਹੀਂ ਵੜਨਾ ਚਾਹੀਦਾ। ਇਹ ਜੇ ਕਰਨ ਤਾਂ ਰਾਜਨੀਤੀ ਤੱਕ ਰਹਿਣ, ਇਹ ਆਪਣੀ ਹੱਦ ਨੂੰ ਨਾ ਪਾਰ ਕਰਨ, ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ। ਦੂਜੇ ਪਾਸੇ ਜਿਹੜੇ ਬਾਕੀ ਵੀ ਨੇਤਾ ਨੇ ਜਾਂ ਹੋਰ ਵੀ ਕਾਂਗਰਸੀ ਨੇਤਾ ਨੇ, ਉਹਨਾਂ ਨੇ ਇਹ ਕਿਹਾ ਕਿ ਇਹ ਚੈਨਲ ਦੇ ਕੋਲ ਨਹੀਂ ਰਹਿਣਾ ਚਾਹੀਦਾ, ਬਾਕੀ ਚੈਨਲ ਜਿਹੜੇ ਹੈਗੇ ਆ ਉਹ ਚਲਾਉਣਾ ਜਾਣਦੇ ਆ, ਉਹਨਾਂ ਨੂੰ ਪਤਾ ਹੈਗਾ। ਇਹਨਾਂ ਦੇ ਕੈਮਰੇ ਉੱਥੇ ਫਿੱਟ ਹੈਗੇ ਆ, ਉੱਥੇ ਇਹਨਾਂ ਦਾ ਪੈਨਲ ਬਣਿਆ ਹੋਇਆ ਦਰਸ਼ਨ ਜੋੜੀ ਦੇ ਸਾਈਡ 'ਤੇ, ਔਰ ਉਹਦੇ ਵਿੱਚ ਇਹਨਾਂ ਦੀ ਇੱਕ ਟੀਮ ਹੈਗੀ ਆ, ਬਹੁਤ ਪੁਰਾਣੀ ਟੀਮ ਹੈਗੀ ਆ, ਬਹੁਤ ਟਾਈਮ ਹੋ ਗਿਆ ਚੱਲਦਿਆਂ ਨੂੰ, ਬਹੁਤ ਸਮਾਂ ਹੋ ਗਿਆ।
ਪਰ ਚੱਲ ਆ ਤਾਂ ਰਹੇ ਆ, ਪਰ ਇਹਨਾਂ ਨੇ ਹੁਣ ਇਸ ਵੇਲੇ ਟਾਈਮ ਦਿੱਤਾ ਬਦਲ, ਹੁਣ ਟਾਈਮ ਵੀ ਇਹਦਾ ਬਦਲ ਦਿੱਤਾ। ਕੋਈ ਇਹਨਾਂ ਦੀ ਕੋਈ ਆਪਣੀ ਪ੍ਰੋਬਲਮ ਹੋ ਸਕਦੀ ਹੈ। ਦਰਬਾਰ ਸਾਹਿਬ ਤੋਂ ਤਾਂ 24 ਆਵਰਸ ਕੀਰਤਨ ਦਰਬਾਰ ਚੱਲਦਾ, ਸਾਰਾ ਕੁਝ ਹੁੰਦਾ, ਔਰ ਉਹਦੇ ਵਿੱਚ ਹੁਕਮਨਾਮਾ ਵੀ ਆਉਂਦਾ ਵਾ, ਉਹਦੇ ਵਿੱਚ ਸਾਰਾ ਕੁਝ ਹੁੰਦਾ, ਔਰ ਦਰਸ਼ਕ ਤੇ ਸਾਰੇ ਸੰਗਤ ਆਉਂਦੀ ਆ, ਸਾਰੇ ਦੇਖਣਾ ਚਾਹੁੰਦੇ ਨੇ। ਔਰ ਕਈ ਬਲਕਾਰ ਜੀ, ਕਈ ਸਿਆਣੇ ਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਜਿਹੜੇ ਬੈਠੇ ਨੇ, ਉਹ ਇਹ ਕਹਿੰਦੇ ਨੇ ਕਿ ਇੱਕ ਇੰਡੀਵਿਜੂਅਲ ਚੈਨਲ ਹੋਣਾ ਚਾਹੀਦਾ। ਹਾਂ, ਇੱਕ ਦਰਬਾਰ ਸਾਹਿਬ ਵੱਲੋਂ ਹੀ, ਇੱਕ ਗਵਰਨਮੈਂਟ ਵੱਲੋਂ ਹੀ, ਗਵਰਨਮੈਂਟ ਆਫ ਇੰਡੀਆ ਵੱਲੋਂ ਹੀ ਇੱਕ ਇੰਡੀਵਿਜੂਅਲ ਚੈਨਲ ਹੋਣਾ ਚਾਹੀਦਾ, ਟੀਵੀ ਚੈਨਲ, ਜੋ ਪੂਰੀ ਤਰ੍ਹਾਂ ਨਾਲ ਦਰਬਾਰ ਸਾਹਿਬ ਨੂੰ ਡੈਡੀਕੇਟਿਡ ਹੋਵੇ ਔਰ 24 ਘੰਟੇ ਉਹ ਪ੍ਰਸਾਰਣ ਹੁੰਦਾ ਰਹੇ। ਵੈਸੇ ਗੱਲ ਤੁਹਾਡੀ ਸਹੀ ਹੈ, ਕਿਉਂਕਿ ਵੱਖ-ਵੱਖ ਦੇਸ਼ਾਂ ਦਾ ਵੱਖ-ਵੱਖ ਟਾਈਮ ਹੈ, ਜਦੋਂ ਕੋਈ ਦੇਖਣਾ ਚਾਹਵੇ ਦੇਖ ਸਕੇ। ਪਰ ਮੈਂ ਤੁਹਾਡੇ ਨਾਲ ਇੱਥੇ ਥੋੜਾ ਇਸ ਡਿਫਰ ਕਰੋਗੇ, ਦੱਸ ਰਿਹਾ, ਕਿਉਂਕਿ ਮੈਂ ਖੁਦ ਮੀਡੀਆ 'ਚ ਰਿਹਾ, ਮੈਨੂੰ ਪਤਾ ਹੈ। ਔਰ ਰੇਡੀਓ ਦਾ ਇਸ ਵੇਲੇ ਜਿਹੜਾ ਚੱਲ ਰਿਹਾ, ਪਹਿਲਾਂ ਰੇਡੀਓ ਦਾ ਸਟੇਸ਼ਨ ਬਣ ਲੱਗਾ ਸੀ ਦਰਬਾਰ ਸਾਹਿਬ, ਹਾਂਜੀ, ਔਰ ਉਹਦੇ 'ਚ ਸਮਾਨ ਵੀ ਆਇਆ ਸੀ, ਸਾਰਾ ਕੁਝ ਹੋਇਆ, ਫਿਰ ਕੁਝ ਰਾਜਨੀਤੀ ਬਦਲ ਗਈ, ਕਈ ਕੁਝ ਹੋਇਆ, ਉਹ ਹੋ ਗਿਆ। ਤਾਂ ਹੁਣ ਇਸ ਵੇਲੇ ਵੀ 4 ਵਜੇ ਤੋਂ 6 ਵਜੇ ਤੱਕ ਦਰਬਾਰ ਸਾਹਿਬ ਤੋਂ ਕੀਰਤਨ ਰੇਡੀਓ ਤੇ ਲੋਕ ਸਰਵਣ ਕਰਦੇ ਆ। ਉਸੇ ਤਰ੍ਹਾਂ ਹੁਕਮਨਾਮਾ ਵੀ ਆਉਂਦਾ, ਸਾਰਾ ਕੁਝ ਜਦੋਂ ਬਿਗਨਿੰਗ ਹੁੰਦੀ ਹੈ, ਜਦੋਂ ਸ਼ੁਰੂਆਤ ਹੁੰਦੀ ਆ ਦਰਬਾਰ ਸਾਹਿਬ ਤੋਂ ਚੱਲਦਾ ਹੈਗਾ, ਤੇ ਕਿਉਂ ਨਾ ਉਹਦੇ ਪੈਰਲਲ ਦੂਰਦਰਸ਼ਨ ਗਵਰਨਮੈਂਟ ਦਾ ਮੀਡੀਆ ਹੈਗਾ, ਇਹ ਚਲਾਏਗਾ। ਉਹਦੇ ਵਿੱਚ ਕੋਈ ਫੀਸ ਨਹੀਂ, ਕੁਝ ਨਹੀਂ ਹੈਗਾ, ਇਹਨਾਂ ਕੋਲ ਟੀਮ ਵੀ ਹੈਗਾ, ਇਹਨਾਂ ਕੋਲ ਟੈਕਨੀਕਲ ਵੀ ਸਾਰਾ ਕੁਝ ਹੈਗਾ, ਆਊਟ ਬ੍ਰੌਡਕਾਸਟ ਵੈਨ ਹੈਗੀ ਹੈ, ਸਾਰਾ ਕੁਝ ਉਹਦੇ 4 ਕੈਮਰੇ ਵੀ ਹੈਗੇ ਆ ਬਾਹਰ, ਸਾਰਾ ਕੁਝ ਟੈਕਨੀਕਲ ਟੀਮ ਵੀ ਪੂਰੀ ਦੀ ਪੂਰੀ ਹੈਗੀ ਆ। ਸਰਕਾਰੀ ਤੌਰ ਤੇ ਜਿਹੜਾ ਹੈਗਾ, ਡਿਜੀਟਲ ਤੌਰ ਤੇ ਜਿਹੜੀਆਂ, ਇਹਨੂੰ 168 ਦੇਸ਼ ਦੇਖ ਰਿਹਾ ਦੂਰਦਰਸ਼ਨ ਨੂੰ। ਪ੍ਰਾਈਵੇਟ ਚੈਨਲ ਆਊਗਾ ਤੇ ਫਿਰ ਰੌਲਾ ਪਊਗਾ, ਜਿਸ ਤਰ੍ਹਾਂ ਅੱਗੇ ਪਿਆ ਹੈਗਾ, ਇਹ ਵੀ ਤਾਂ ਪ੍ਰਾਈਵੇਟ ਹੈਗਾ, ਇਹ ਬਾਦਲ ਸਾਹਿਬ ਦਾ ਆਪਣਾ ਚੈਨਲ ਹੈਗਾ। ਇਹਨਾਂ ਦੇ ਜਿਹੜੇ PTC ਦੇ ਚੈਨਲ ਕਿੰਨੇ ਹੀ ਇਹਨਾਂ ਕੋਲ ਹੈਗੇ, ਮਿਊਜ਼ਿਕ ਦੇ ਵੀ ਹੈਗੇ, ਧਾਰਮਿਕ ਚੈਨਲ ਵੀ ਹੈਗੇ ਆ, ਔਰ ਇਹਦੇ ਵਿੱਚ ਆਹ ਚੈਨਲ ਜਿਹੜਾ ਜਿਹਦੇ ਅਸੀਂ ਕਰ ਰਹੇ ਦਰਬਾਰ ਸਾਹਿਬ ਤੋਂ ਚਲਾ ਰਹੇ ਆ। ਪਰ ਇਸ ਵੇਲੇ ਉਹਨਾਂ ਨੇ ਜਵਾਬ ਦੇ ਦਿੱਤਾ, ਸ਼੍ਰੋਮਣੀ ਕਮੇਟੀ ਨੇ, ਕਿ ਇਹਨਾਂ ਨੂੰ ਚਾਹੀਦਾ ਹੈਗਾ ਆਪਣੇ ਹੱਦ ਦੇ ਅੰਦਰ ਰਹਿਣ, ਇਹਨਾਂ ਨੂੰ ਨਹੀਂ ਚਾਹੀਦਾ ਧਾਰਮਿਕ ਅਕੀਦਿਆਂ ਦੇ ਵਿੱਚ ਹੈਗਾ, ਕਿਉਂਕਿ ਡਿਸਾਈਡ ਤਾਂ ਸ਼੍ਰੋਮਣੀ ਕਮੇਟੀ ਨੇ ਕਰਨਾ। ਜੇ ਤੁਸੀਂ ਕਿਹਾ ਪ੍ਰਾਈਵੇਟ ਚੈਨਲ ਬਣਨਾ, ਪਰ ਇਹਨਾਂ ਨੇ ਕਿਹਾ ਸੀ ਪਹਿਲਾਂ ਬਣਾਉਣ ਲਈ, ਪਰ ਹੁਣ ਉਹ ਫਿਰ ਮੁੱਕਰ ਗਏ, ਹੁਣ ਫਿਰ ਨਹੀਂ ਬਣਾਏ, ਉਹਨਾਂ ਨੇ ਫਿਰ ਉਸੇ 'ਤੇ ਚਲਾਤਾ, ਕਿਉਂਕਿ ਉਹਨਾਂ ਦਾ ਖੁਦ ਦਾ ਆਪਣਾ ਹੀ ਹੈਗਾ। ਪ੍ਰਾਈਵੇਟ ਤਾਂ ਤਦ ਬਣਾਉਣਗੇ ਜਦ ਤੁਸੀਂ ਓਨ ਚੈਨਲ ਤਦ ਬਣਾਉਣਗੇ ਜੇ ਉਹਨਾਂ ਦਾ ਨਾਂ ਹੋਵੇ, ਫਿਰ ਤਾਂ ਇਹ ਹੈਗਾ ਦੁਨੀਆ ਜਾਣਦੀ ਹੈ, ਸਾਡੇ ਦਰਸ਼ਕਾਂ ਨੂੰ ਪਤਾ ਹੈਗਾ। ਪਰ ਜਿਹੜੇ ਸਾਡੇ ਦਰਸ਼ਕ ਨੇ ਜਾਂ ਸੰਗਤ ਆ, ਉਹਨਾਂ ਨੂੰ ਤਾਂ ਸਿਰਫ ਇਹ ਚਾਹੀਦਾ ਕਿ ਜਿਹੜਾ ਕੀਰਤਨ ਦਰਬਾਰ ਜੋ ਕੀਰਤਨ ਸਰਵਣ ਕਰ ਰਹੇ ਆ, ਉਹ ਉਹਨਾਂ ਨੂੰ ਸੁਣਨਾ ਚਾਹੀਦਾ। ਉਹਨਾਂ ਨੂੰ ਪਤਾ ਨਹੀਂ ਵੀ ਪ੍ਰਾਈਵੇਟ ਜਾਂ ਕੋਈ ਵੀ ਹੋਵੇ, ਜੋ ਵੀ ਹੈ, ਲਗਾਤਾਰ ਜਿਹੜਾ ਸਮੂਥਲੀ ਉੱਥੋਂ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਦਰਬਾਰ ਹੁੰਦਾ, ਉਹ ਲੋਕਾਂ ਤੱਕ ਤਾਂ ਪਹੁੰਚੇ। ਪਰ ਇਹਦੇ ਵਿੱਚ ਹੁਣ ਰਾਜਨੀਤੀ ਵਾਲਾ ਵੀ ਆ ਗਿਆ, ਕਿ ਰਾਜਨੀਤੀ ਜਿਹੜੀ ਹੈ ਮੌਜੂਦਾ ਗੌਰਮੈਂਟ ਆ ਗਈ, ਧਾਰਮਿਕ ਨੀਤੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਆ ਗਈ, ਇਹ ਦੋਨਾਂ ਦਾ ਆਪਸੀ ਖਹਿਬਾਜੀ ਦੇ ਰੌਲਾ ਪੈ ਗਿਆ, ਤੇ ਆਪੋਜੀਸ਼ਨ ਵਿੱਚ ਆ ਗਈਆਂ। ਔਰ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਹੈਗਾ ਜਾਂ ਤਾਂ ਪ੍ਰਾਈਵੇਟ ਛੱਡ ਦੇਣ, ਪ੍ਰਾਈਵੇਟ ਨੂੰ ਛੱਡ, ਗੌਰਮੈਂਟ ਦੇ ਚੈਨਲ ਨੂੰ ਕਿਸੇ ਨੂੰ ਦੇਣ, ਫਿਰ ਕੋਈ ਰੌਲਾ ਨਹੀਂ ਪਊਗਾ। ਜੇ ਪ੍ਰਾਈਵੇਟ ਕੋ ਫਿਰ ਆ ਗਿਆ ਹੁਣ ਦਿੱਤਾ, ਤੇ ਤੀਜੇ ਦਿਨ ਫਿਰ ਉਹਨਾਂ ਨੇ ਕਹਿਣਾ ਵੀ ਇਹਨੂੰ ਕੱਢੋ, ਚੌਥਾ ਵਾੜੋ। ਪ੍ਰਾਈਵੇਟ ਚੈਨਲ ਇੱਕ ਨਹੀਂ ਹੈਗਾ, ਬਹੁਤ ਚੈਨਲ ਹੈਗੇ। ਇਸ ਲਿਹਾਜ਼ ਨਾਲ ਵੀ ਮੀਡੀਆ ਮੈਨ ਮੈਂ ਗੱਲ ਕਹਿ ਰਿਹਾ, ਬਾਕੀ ਤਾਂ ਡਿਸਾਈਡ ਕਰਨਾ ਅਥਾਰਟੀ ਨੇ, ਜਿਹੜੀ ਕੰਪੀਟੈਂਟ ਅਥਾਰਟੀ ਆ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਆਪ ਜਿਹਦੇ ਅਹੁਦੇਦਾਰ ਬੈਠੇ ਨੇ, ਹੈ ਨਾ, ਉਹਦੇ ਵਿੱਚ ਦਿੱਲੀ ਦੇ ਕੁਝ ਅਹੁਦੇਦਾਰ ਉਹ ਬੈਠੇ ਨੇ, ਇੱਧਰ ਰਾਜਨੀਤਿਕ ਤੌਰ ਤੇ ਭਗਵੰਤ ਮਾਨ ਜੀ ਬੈਠੇ ਨੇ। ਉਹਨਾਂ ਨੇ ਗੱਲ ਤਾਂ ਠੀਕ ਕੀਤੀ ਹੈ, ਪਰ ਦੇਖੋ ਉਹਦੇ 'ਤੇ ਕੀ ਪੂਰੀ ਪੈਂਦੀ ਹੈ, ਔਰ ਕੀ ਗੱਲ ਕਿੱਥੋਂ ਤੱਕ ਨੇਪਰੇ ਚੜ੍ਹਦੇ। ਦੇਖੋ, ਗੱਲ ਤਾਂ ਇਹ ਹੈ ਕਿ ਧਰਮ ਦੇ ਵਿੱਚ ਰਾਜਨੀਤੀ ਨੂੰ ਦਖਲ ਨਹੀਂ ਦੇਣਾ ਚਾਹੀਦਾ, ਧਰਮ ਨੂੰ ਪਵਿੱਤਰ ਰਹਿਣ ਦੇਣਾ ਚਾਹੀਦਾ, ਕਿਉਂਕਿ ਰਾਜਨੀਤੀ ਨੂੰ ਅਸੀਂ ਗੰਦਲਾ ਕਰ ਦਿੱਤਾ। ਗੁਰੂ ਸਾਹਿਬ ਨੇ ਤਾਂ ਰਾਜਨੀਤੀ ਨੂੰ ਵੀ ਪਵਿੱਤਰ ਰੱਖਣ ਵਾਸਤੇ ਕਿਹਾ ਹੈ, ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਕਿ ਰਾਜਨੀਤੀ ਨੂੰ ਪਵਿੱਤਰ ਕਿਵੇਂ ਰੱਖਣਾ ਹੈ। ਪਰ ਇਹਨਾਂ ਨੇ ਰਾਜਨੀਤੀ ਨੂੰ ਗੰਦਲਾ ਕਰ ਦਿੱਤਾ, ਤੇ ਉਹ ਗੰਦਲੀ ਰਾਜਨੀਤੀ ਨੂੰ ਜਦੋਂ ਧਰਮ ਦੇ ਵਿੱਚ ਰਾਜਨੀਤੀ ਤਾਂ ਹੁੰਦੀ ਇਦਾਂ ਦੀ ਹੈ, ਰਾਜਨੀਤੀ ਤਾਂ ਹੁੰਦੀ ਇਦਾਂ ਦੀ ਹੈ, ਇਹਦੇ ਤੇ ਤੁਸੀਂ ਕੋਈ ਯਕੀਨ ਨਹੀਂ ਕਰ ਸਕਦੇ। ਕੋਈ ਵੀ ਫੀਲਡ ਹੋਵੇ ਨਾ, ਫੀਲਡ ਆਪਣੇ ਆਪ 'ਚ ਗੰਦਾ ਜਾਂ ਚੰਗਾ ਨਹੀਂ ਹੁੰਦਾ, ਲੋਕ ਜਿਹੜੇ ਵਿੱਚ ਕੰਮ ਕਰਦੇ ਹੁੰਦੇ ਨੇ, ਸਹੀ ਗੱਲ, ਉਹ ਗੰਦੇ ਜਾਂ ਚੰਗੇ ਹੁੰਦੇ ਨੇ। ਸੈਲਫਿਸ਼ਨੈਸ ਜਿਹੜੀ ਹੈ, ਸਵਾਰਥਪੁਣਾ। ਜੇ ਹੁਣ ਸਿਨੇਮਾ ਹੈ, ਜੇ ਗੰਦੇ ਲੋਕ ਆਣਗੇ ਤਾਂ ਗੰਦ ਹੀ ਪਾਉਣਗੇ, ਜੇ ਸਹੀ ਲੋਕ ਆਣਗੇ ਤਾਂ ਸਿਨੇਮਾ ਦਾ ਇਸਤੇਮਾਲ ਸਹੀ ਕਰਨਗੇ। ਧਰਮ ਦੇ ਵਿੱਚ ਵੀ ਜੇ ਗੰਦੇ ਲੋਕ ਆਣਗੇ ਤਾਂ ਧਰਮ ਦੇ ਵਿੱਚ ਵੀ ਗੰਦ ਪਾਉਣਗੇ, ਜੇ ਸਹੀ ਲੋਕ ਹੋਣਗੇ ਧਰਮ ਨੂੰ ਸਾਫ਼ ਸੁਥਰਾ ਪਵਿੱਤਰ ਰੱਖਣਗੇ। ਰਾਜਨੀਤੀ ਵੀ ਉਦਾਂ ਹੀ ਹੈ, ਰਾਜਨੀਤੀ ਦੇ ਵਿੱਚ ਚੰਗੇ ਲੋਕ ਆਣ ਤਾਂ ਰਾਜਨੀਤੀ ਵੀ ਸਾਫ਼ ਸੁਥਰੀ ਹੈ, ਪਵਿੱਤਰ ਹੈ। ਪਰ ਜੇ ਰਾਜਨੀਤੀ ਦੇ ਵਿੱਚ ਗੰਦੇ ਲੋਕ ਆਣਗੇ, ਮਾਫੀਆ ਆਏਗਾ, ਕ੍ਰਿਮੀਨਲਸ ਆਣਗੇ, ਠੀਕ ਹੈ, ਜਿਨ੍ਹਾਂ ਦੇ ਉੱਤੇ 10-10 ਕੇਸ ਚੱਲਦੇ ਪਏ ਨੇ, ਉਹ ਮੁਜਰਿਮ ਟਾਈਪ ਦੇ ਲੋਕ ਆਉਣਗੇ, ਉਹ ਸੋਚਦੇ ਗੁੰਡੇ ਬਦਮਾਸ਼ ਆਣਗੇ, ਤਾਂ ਫਿਰ ਉਹ ਗੰਦ ਹੀ ਪਾਉਣਗੇ। ਉਹਨਾਂ ਨੇ ਕੀ ਕਰਨਾ, ਜੋ ਉਹਨਾਂ ਦੀ ਸੋਚ ਹੈ ਉਹਨਾਂ ਨੇ ਉਹੀ ਸੋਚ ਲੈ ਕੇ ਆਉਣੀ ਹੈ। ਬਿਲਕੁਲ। ਸੋ ਸਮੱਸਿਆ ਬੰਦੇ ਦੀ ਹੈ, ਇਹ ਬੰਦੇ ਨੂੰ ਕਿਵੇਂ ਸੂਤ ਕਰਨਾ ਹੈ, ਇਹ ਸਮੱਸਿਆ। ਸ਼ਰਾਫਤ ਦਾ, ਨਜ਼ਾਕਤ ਦਾ, ਤੇ ਜਿਹੜਾ ਬੰਦਾ ਜਿਹੜਾ ਸੂਝਵਾਨ, ਇਹਦਾ ਬਹੁਤ ਕੋਹਾਂ ਕਾਫਾਂ ਦਾ ਜਿਹੜਾ ਫਾਸਲਾ ਵਾ ਰਾਜਨੀਤੀ ਨਾਲ। ਸ਼ਰੀਫ ਬੰਦਾ ਨਹੀਂ ਉੱਧਰ ਆਉਂਦਾ, ਜਿਹੜਾ ਵਿਚਾਰਾ ਸੂਝਵਾਨ ਉਹ ਵੀ ਘੱਟ ਆਉਂਦਾ।
ਜਿਹੜਾ ਵਿਚਾਰਾ ਬਹੁਤ ਸਰ ਬਹੁਤਾ ਹੀ ਵਿਚਾਰਾ ਸ਼ਰੀਫ ਆ, ਉਹ ਬਿਲਕੁਲ ਨਹੀਂ। ਐਮਐਲਏ ਦੀ ਇਲੈਕਸ਼ਨ ਲੜਨ ਵਾਸਤੇ ਤੁਹਾਡੀ ਜੇਬ 'ਚ 1 ਕਰੋੜ ਰੁਪਈਆ ਹੋਣਾ ਚਾਹੀਦਾ ਹੈ। ਸਹੀ ਗੱਲ। ਹੁਣ ਜੇ 1 ਕਰੋੜ ਰੁਪਈਆ ਤੁਸੀਂ ਖਰਚੋਗੇ ਤਾਂ ਫਿਰ ਪੂਰਾ ਵੀ ਤਾਂ ਕਰਨਾ ਹੈ। ਪੂਰਾ ਵੀ ਫਿਰ ਤਾਂ ਹੀ ਸਕੈਂਡਲ ਹੋਣਗੇ, ਸਕੈਮ ਹੋਣਗੇ, ਤਾਂ ਹੀ ਰਿਸ਼ਵਤਾਂ ਚੱਲਣਗੀਆਂ, ਤਾਂ ਹੀ ਭ੍ਰਸ਼ਟਾਚਾਰ ਹੋਏਗਾ। ਅਗਲੀਆਂ ਇਲੈਕਸ਼ਨਸ ਵਾਸਤੇ ਵੀ ਤੁਸੀਂ ਜੋੜਨਾ, ਕਿੱਥੋਂ ਆਊਗਾ? ਇਹ ਸਾਡੇ ਪਬਲਿਕ ਦਾ ਸਿਰ ਮੁੰਨ ਕੇ ਹੀ ਉੱਥੋਂ ਹੀ ਲੈ ਕੇ ਆਉਣਾ। ਸਹੀ ਗੱਲ। ਤੇ ਆਮ ਆਦਮੀ, ਸ਼ਰੀਫ ਆਦਮੀ ਜਿਹਨੂੰ ਆਪਾਂ ਕਹਿੰਦੇ ਆ, ਉਹ ਇਹ ਸਭ ਕਰ ਨਹੀਂ ਸਕਦਾ ਧੰਦੇ, ਇਸ ਕਰਕੇ ਉਹ ਕੀ ਕਰੇ? ਉਹਦੇ ਕੋਲ 1 ਕਰੋੜ ਰੁਪਈਆ ਤਾਂ ਹੈ ਨਹੀਂ, ਘਰ ਬੈਠਾ ਵਿਚਾਰਾ ਆਰਾਮ ਨਾਲ ਸਹੀ ਜਾਂਦਾ, ਬਰਦਾਸ਼ਤ ਕਰੀ ਜਾਂਦਾ। ਵੀਡੀਓ ਤੇ ਆ ਰਿਹਾ ਸਾਰਾ ਕੁਝ ਹੀ, ਜੋ ਕੁਝ ਇਹ ਦਿੰਦੇ ਆ ਨਾ ਲੋਕਾਂ ਨੂੰ, ਵੰਡਦੇ ਆ ਇਲੈਕਸ਼ਨ ਦੌਰਾਨ, ਹਾਂਜੀ ਸਾਰਾ ਵੀਡੀਓ ਤੇ ਆਉਂਦਾ। ਇਹ ਆਹ ਰੌਲਾ ਪਿਆ ਪੰਜਾਬ ਦੇ ਵਿੱਚ ਵੀ, ਕੁੜੀਆਂ ਨੂੰ ਪੈਸੇ ਵੰਡੇ, ਉਹ ਕਹਿੰਦੇ ਨੇਤਾ ਕਹਿੰਦਾ ਸਾਡੇ ਧੀਆਂ ਵਰਗੀਆਂ। ਇੱਕ ਵੀਡੀਓ ਤੇ ਹੈਗਾ ਕਿ ਉਹਨਾਂ ਨੂੰ ਨਾਲ ਨਾਲ ਅਧੀਆ ਜਿਹੜਾ ਸ਼ਰਾਬ ਦਾ ਫੜਾ ਰਿਹਾ, ਨਾਲ ਮੁਰਗਾ ਦੇ ਰਿਹਾ, ਇੱਕ ਇੱਕ ਦੋ ਦੋ ਨੂੰ। ਹੁਣ ਪਾਰਟੀ ਪਤਾ ਨਹੀਂ ਕਿਹੜੀ ਹੈਗੀ ਹੈ, ਸ਼ਰੇਆਮ ਦੇਖ ਲਓ। ਹੁਣ ਉਹ ਦੇਖੋ ਕੋਕ ਕਰਦੇ ਮੁਰਗੇ ਨਾਲ ਦੇ ਰਹੇ, ਨਾਲ ਦਾਰੂ ਦੇ ਰਿਹਾ, ਦੇਖ ਲਓ। ਇਹ ਸਾਰਾ ਸ਼ਰੇਆਮ ਦਿੱਤਾ ਜਾ ਰਿਹਾ। ਇਹ ਵੀ ਕੋਕੋ ਕਰਦੇ ਮੁਰਗੇ ਵੀ ਦਿੱਤੇ ਨੇ, ਮੁਰਗੇ ਵੀ ਦਿੱਤੇ, ਬੋਤਲਾਂ ਵੀ ਨਾਲ ਉਹ ਕਹਿੰਦੇ ਜੇ ਦਾਰੂ ਪੀਗਾ ਤਾਂ ਮੁਰਗਾ ਵੀ ਨਾਲ ਹੀ ਬਣਾਊਗਾ। ਇਹ ਦਿੱਤਾ ਨਾਲ ਮਸਾਲੇ ਵੀ ਦੇ ਦੇਣੇ, ਮਸਾਲੇ ਵੀ ਦੇ ਦੇਣਗੇ। ਉਹ ਨਹੀਂ ਦਿੱਤੇ, ਉਹ ਆਪੇ ਇੰਤਜ਼ਾਮ ਕਰੋ। ਹਾਂ ਚਲੋ ਠੀਕ ਹੈ। ਹਾਂ ਨਹੀਂ, ਦਾਰੂ ਦੇ ਨਾਲ ਫਿਰ ਉਹ ਠੰਡਾ ਕੁਝ ਜਾਂ ਕੋਲਡ ਡਰਿੰਕ ਜਾਂ ਖਾਰਾ ਸੋਡਾ ਵੀ ਤਾਂ ਦੇਣਾ ਚਾਹੀਦਾ ਨਾ। ਨਗਦੀ ਦਿੱਤਾ। ਅੱਛਾ, ਨਗਦੀ ਦਿੱਤਾ। ਫਿਰ ਤਾਂ ਮਸਾਲੇ ਵੀ ਆ ਸਕਦੇ ਨੇ ਤੇ ਉਹ ਠੰਡਾ ਸੋਡਾ ਵੀ ਆ ਸਕਦਾ। ਚਲੋ ਆਪਾਂ ਅੱਗੇ ਚੱਲੀਏ ਜੀ। ਅਗਲੀ ਗੱਲ ਇਹ ਹੈ ਕਿ 28 ਮਈ ਨੂੰ ਖੱਪ ਪੰਚਾਇਤ ਤੇ ਔਰਤਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਹੱਕ ਦੇ ਵਿੱਚ ਸੰਸਦ ਦੇ ਸਾਹਮਣੇ ਧਰਨਾ ਦਿੱਤਾ ਜਾਣਾ ਹੈ। ਕੁੜੀਆਂ ਬੈਠੀਆਂ ਹੋਈਆਂ ਨੇ ਬੜੀ ਦੇਰ ਤੋਂ, ਜੰਤਰ ਮੰਤਰ ਤੋਂ ਰਾਮਲੀਲਾ ਗਰਾਊਂਡ। ਹੁਣ ਉਹ ਧਰਨਾ ਚੱਲਦਾ ਪਿਆ, ਕਿਸਾਨਾਂ ਦੀ ਸਪੋਰਟ, ਕੇਜਰੀਵਾਲ ਸਾਹਿਬ ਵੀ ਗਏ, ਫਿਲਮੀ ਹਸਤੀਆਂ ਵੀ ਗਈਆਂ, ਵੱਡੇ ਵੱਡੇ ਲੋਕ ਆਉਂਦੇ ਪਏ ਨੇ, ਵੱਡੇ ਵੱਡੇ ਸਾਹਿਬ ਆਉਂਦੇ ਪਏ ਨੇ, ਸਾਰੇ ਸਪੋਰਟ ਦਿੰਦੇ ਪਏ ਨੇ। ਤੇ ਹੁਣ ਇਹ ਖੱਪ ਪੰਚਾਇਤ ਵੀ ਆਉਣ ਲੱਗੀ ਹੈ ਤੇ ਔਰਤਾਂ ਵੱਲੋਂ ਵੀ ਸਪੋਰਟ, ਜਿਹੜੀਆਂ ਸਾਰੀਆਂ NGOs ਵਗੈਰਾ ਨੇ, ਸਭ ਮਿਲ ਕੇ ਇਹ ਜੀ ਪੂਰੀ ਮੂਵਮੈਂਟ ਬਣਦੀ ਪਈ ਹੈ। ਪੂਰਾ ਇੱਕ ਜਿਵੇਂ ਕਿਸਾਨ ਅੰਦੋਲਨ ਬਣਿਆ ਸੀ ਨਾ, ਉਵੇਂ ਇੱਕ ਅੰਦੋਲਨ ਬਣਦਾ ਪਿਆ। 28 ਮਈ ਨੂੰ ਇਹਨਾਂ ਨੇ ਡੈਡਲਾਈਨ ਦੇ ਦਿੱਤੀ ਹੈ। ਵੈਸੇ ਜਿਹੜੀ ਗੱਲ ਤੁਸੀਂ ਕਹੀ ਆ, ਆਸਤੇ ਆਸਤੇ ਇਹ ਉਸ ਪਾਸੇ ਨੂੰ ਰੁਖ ਕਰ ਗਿਆ ਜਿਹੜਾ ਕਿਸਾਨ ਅੰਦੋਲਨ 1.5 ਸਾਲ ਚੱਲਿਆ ਜੀ। ਕਿਉਂਕਿ ਇਹਦੀ ਹਮਾਇਤ ਜਿਹੜੀ ਆ ਬਾਹਰੋਂ ਜਿਹੜੀਆਂ ਤਾਕਤਾਂ ਉਹਨਾਂ ਨੇ ਵੀ ਕਰ ਦਿੱਤੀ ਹੈ, ਜਥੇਬੰਦੀਆਂ ਨੇ ਕਰ ਦਿੱਤੀ ਆ। ਕਿਸਾਨ ਜਥੇਬੰਦੀਆਂ ਇਹਦੇ 'ਚ ਆ ਗਈਆਂ, ਬੀਬੀਆਂ ਇਹਦੇ 'ਚ ਆ ਗਈਆਂ, ਔਰ ਇਹਦੇ 'ਚ ਬਾਕੀ ਲੱਗਦੇ ਖਿਡਾਰੀ ਔਰ ਫਿਲਮੀ ਹਸਤੀਆਂ ਔਰ ਯੂਥ, ਵਕੀਲ, ਸਾਰੇ ਇਹਦੇ 'ਚ ਇਕੱਠੇ ਹੋ ਕੇ ਪਹੁੰਚ ਗਿਆ। ਔਰ ਇਹਨਾਂ ਨੇ ਕੱਲ੍ਹ ਐਲਾਨ ਕਰਤਾ ਕਿ 28 ਮਈ ਨੂੰ ਅਸੀਂ ਸੰਸਦ ਦੇ ਸਾਹਮਣੇ, ਪਾਰਲੀਮੈਂਟ ਦੇ ਸਾਹਮਣੇ ਧਰਨਾ ਦੇਵਾਂਗੇ। ਖੱਪ ਪੰਚਾਇਤ ਜਿਹੜੀ ਹਰਿਆਣਾ ਦੀ, ਉਹ ਵੀ ਬੜੀ ਪਾਵਰਫੁਲ ਪੰਚਾਇਤ ਆ। ਉਹਦੇ ਵਿੱਚ ਕਰਤਾ ਧਰਤਾ ਜਿਹੜੇ ਆ ਉਹ ਵੀ ਉੱਥੇ ਆਉਣਗੇ। ਉਹ 'ਚ ਬੀਬੀਆਂ ਵੀ ਹੈਗੀਆਂ, ਉਹ 'ਚ ਜਵਾਨ ਵੀ ਹੈਗੇ ਆ, ਬਜ਼ੁਰਗ ਵੀ ਹੈਗੇ ਆ, ਬੱਚੇ ਬੜੇ ਸਾਰੇ ਇਕੱਠੇ ਹੋ ਕੇ ਆ ਰਹੇ ਉੱਥੇ। ਔਰ ਇਹ ਉਸ ਦਿਨ ਇੱਕ ਹੋਰ ਹੈਗੀ ਆ ਕਿ ਉਸ ਦਿਨ ਜਿਹੜੀ ਸੰਸਦ ਦਾ ਉਦਘਾਟਨ ਵੀ ਹੈਗਾ। ਸੰਸਦ ਦਾ ਉਸ ਦਿਨ ਰਾਸ਼ਟਰਪਤੀ ਕਰ ਰਿਹਾ ਜਾਂ ਪ੍ਰਧਾਨ ਮੰਤਰੀ ਕਰ ਰਿਹਾ। ਉਸ ਦਿਨ ਪਾ ਲਾ ਕੇ ਉਸ ਦਿਨ ਸਿਕਿਉਰਿਟੀ ਵੀ ਬਹੁਤ ਹੋਏਗੀ ਉੱਥੇ, ਔਰ ਉਸ ਦਿਨ ਮਾਰ ਧਾੜ ਵੀ ਹੋ ਸਕਦੀ ਹੈ, ਕਈ ਕੁਝ ਹੋ ਸਕਦਾ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਆਸੇ-ਪਾਸੇ ਕਰਕੇ ਉਦਘਾਟਨ ਵੀ ਕਰਨਾ, ਪਾਰਲੀਮੈਂਟ ਜਿਹੜੀ ਨਵੀਂ ਇਮਾਰਤ ਬਣੀ ਹੈ ਉਹਦਾ। ਔਰ ਦੂਜੇ ਪਾਸੇ ਜਿਹੜਾ ਹੈਗਾ ਕਿ ਇਹ ਜਿਹੜਾ ਅੰਦੋਲਨ ਆ ਕਿਸੇ ਥੰਮਿਆ ਨਹੀਂ, ਕਿਤੇ ਰੋਕਿਆ ਨਹੀਂ, ਔਰ ਲੋਕ ਆਵਾਜ਼ਾਰ ਹੋ ਗਏ ਇਹਦੇ ਤੋਂ, ਕਿਉਂਕਿ ਜੰਤਰ ਮੰਤਰ ਪਹਿਲਾਂ ਸ਼ਾਂਤੀ ਨਾਲ ਬੈਠੇ ਰਹੇ, ਫਿਰ ਰਾਮਲੀਲਾ ਗਰਾਊਂਡ 'ਚ ਗਏ ਆ, ਫਿਰ ਉਹ ਤੋਂ ਬਾਅਦ ਇਸ ਵੇਲੇ ਇਹਨਾਂ ਨੇ ਕਿਹਾ ਤਾਂ ਕਿ ਅਸੀਂ ਸੰਸਦ ਦੇ ਸਾਹਮਣੇ ਪਹੁੰਚ ਕੇ ਉੱਥੇ ਧਰਨਾ ਵੀ ਦੇਵਾਂਗੇ, ਨਾਅਰੇਬਾਜ਼ੀ ਵੀ ਕਰਾਂਗੇ ਤੇ ਅਸੀਂ ਸਰਕਾਰ ਨੂੰ ਦੱਸਾਂਗੇ ਕਿ ਅਸੀਂ ਕਿਸ ਚੀਜ਼ ਤੋਂ ਤੰਗ ਆ। ਉਹ 'ਚ ਬ੍ਰਿਜ ਭੂਸ਼ਣ ਜੀ ਜਿਹੜੇ ਹੈਗੇ ਉਹ ਤਾਂ ਜੇ ਉਸੇ ਤਰ੍ਹਾਂ ਚੁੱਪ ਨੇ, ਔਰ ਅਸਤੀਫਾ ਵੀ ਦੇ ਦਿੱਤਾ ਉਹਨਾਂ ਨੇ। ਪਰ ਉਹਦੇ ਬਾਅਦ ਜਿਹੜੀ ਚਾਰਜ ਸ਼ੀਟ ਉਹਨਾਂ ਦੀ ਸਬਮਿਟ ਨਹੀਂ ਹੋਈ, ਉਹਦੇ ਬਾਅਦ ਉਹਨਾਂ ਨੂੰ ਕਿੱਥੋਂ ਤੱਕ ਲਿਜਾ ਕੇ ਛੱਡਿਆ ਜਾ ਸਕਦਾ, ਕਿਉਂਕਿ ਉਹ ਜਿਹੜੀ ਹਾਈ ਕੋਰਟ ਤੱਕ ਪਹੁੰਚ ਚੁੱਕੀ ਹੈ। ਇਹ ਮਸਲਾ ਬੜਾ ਟੇਢਾ ਹੋ ਗਿਆ ਇੰਡੀਆ 'ਚ। ਇਹ ਜਿਹੜਾ ਵੀ ਮਸਲਾ ਲੈਂਦੇ ਨੇ ਜਾਂ ਜਿਹੜਾ ਹੁੰਦਾ ਉਹਨੂੰ ਸੋਲਵ ਨਹੀਂ ਕਰਦੇ। ਇਹ ਆਫਟਰ ਆਲ ਤਾਂ ਸੋਲਵ ਹੋਣਾ, ਇਹਦਾ ਹੱਲ ਤਾਂ ਕੋਈ ਨਾ ਕੋਈ ਲੱਭਣਾ ਹੀ ਪੈਣਾ ਇਹਨਾਂ ਨੂੰ। ਜਿਹੜੀਆਂ 7 ਕੁੜੀਆਂ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ, ਜਿਨ੍ਹਾਂ ਦਾ ਜਿਹੜਾ ਸ਼ੋਸ਼ਣ ਹੋਇਆ, ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ 'ਤੇ ਬਲੇਮ ਲੱਗੇ ਆ, ਉਹਨਾਂ ਨੇ ਲਾਏ ਆ, ਔਰ ਭੂਸ਼ਣ ਜੀ 'ਤੇ ਲਾ ਕੇ ਉਹਨਾਂ ਨੇ FIR ਲੌਜ ਕਰਾਈ ਆ, ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ। ਉਹ ਹੁਣ ਉਹ ਕੁੜੀਆਂ ਦਾ ਵਿਚਾਰੀਆਂ ਉਸੇ ਤਰ੍ਹਾਂ ਉਹਦੇ ਵਿੱਚ ਜਿੰਨੇ ਵੀ ਓਲੰਪੀਅਨ ਸਾਰੇ ਉਹ ਗਏ ਆ, ਹੈ ਨਾ, ਜਿਨ੍ਹਾਂ ਨੇ ਓਲੰਪਿਕ ਜਿੱਤਿਆ ਵਾ, ਕਿੰਨੇ ਤਮਗੇ ਜਿੱਤ ਕੇ ਆਏ ਉੱਥੋਂ, ਔਰ ਸਾਰੇ ਕੋਈ ਹਾਕੀ ਦਾ ਖਿਡਾਰੀ ਆ, ਕੋਈ ਕਿਸੇ ਪਾਸੇ ਆ, ਸਾਰੇ ਖਿਡਾਰੀ ਪਹੁੰਚ ਗਏ। ਪਰ ਇਹ ਮਸਲਾ ਦਿਨੋਂ ਦਿਨ ਵਿਗੜਦਾ ਜਾ ਰਿਹਾ, ਸੁਧਰਨ ਦੀ ਬਜਾਏ। ਬਸ ਇੱਕੋ ਹੀ ਗੱਲ ਇਹਦੇ 'ਚ ਆਪਣੀ ਕਹਿ ਸਕਦੇ ਆਪਾਂ ਕਿ ਆਪਣੀ ਤਾਕਤ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਚਾਹੇ ਤੁਸੀਂ ਜਿੱਦੇ ਮਰਜ਼ੀ ਵੱਡੇ ਅਹੁਦੇ ਤੇ ਬੈਠੇ ਹੋਵੋ, ਆਪਣੀ ਤਾਕਤ ਦਾ ਗਲਤ ਇਸਤੇਮਾਲ ਨਾ ਕਰੋ। ਜਦੋਂ ਤੁਸੀਂ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋ, ਉਦੋਂ ਕੋਈ ਨਾ ਕੋਈ ਐਜੀਟੇਸ਼ਨ, ਕੋਈ ਨਾ ਕੋਈ ਵਿਰੋਧ ਖੜਾ ਹੋ ਜਾਂਦਾ ਹੈ। ਜਦੋਂ ਤੁਸੀਂ ਅਨਕਨਸਟੀਟਿਊਸ਼ਨਲ ਹੋ ਜਾਂਦੇ ਹੋ, ਸੰਵਿਧਾਨ ਦੇ ਖਿਲਾਫ ਕਿਸੇ ਦੇ ਨਾਲ ਬਿਹੇਵ ਕਰਦੇ ਹੋ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਬਣ ਜਾਂਦਾ ਹੈ, ਔਰ ਉਹਦੇ ਖਿਲਾਫ ਹਮੇਸ਼ਾ ਐਜੀਟੇਸ਼ਨ, ਅੰਦੋਲਨ ਖੜਾ ਹੁੰਦਾ ਹੈ। ਇਹ ਕੁਦਰਤ ਹੈ, ਇਹ ਕੁਦਰਤ ਦਾ ਨਿਯਮ ਹੈ। ਅੱਤ ਖੁਦਾ ਦਾ ਵੈਰ, ਅਸੀਂ ਸਾਰੇ ਜਾਣਦੇ ਹਾਂ। ਜਿਸ ਬੰਦੇ ਨੇ ਅੱਤ ਚੁੱਕੀ,
ਤਾਂ ਉਸ ਅੱਤ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਖੜੇ ਹੋਣਾ ਹੀ ਹੋਣਾ ਹੈ। ਹਾਂ ਸੋ ਆਪਾਂ ਅੱਗੇ ਚੱਲਦੇ ਹਾਂ, ਜੀ। ਕਿਉਂਕਿ ਇਹਦੇ 'ਚ ਸਾਰੇ ਹੀ ਕਹਿ ਰਹੇ ਨੇ ਕਿ ਅਥਾਰਟੀਜ਼ ਨੇ ਅੱਤ ਚੁੱਕੀ ਹੈ, ਮਰਿਆਦਾ ਦਾ ਉਲੰਘਣ ਕੀਤਾ ਹੈ, ਇਸ ਕਰਕੇ ਕੁੜੀਆਂ ਮੈਦਾਨ 'ਚ ਆਈਆਂ ਨੇ ਔਰ ਇਹਨਾਂ ਦੇ ਵਿਰੋਧ ਦੇ ਵਿੱਚ ਖੜੀਆਂ ਹੋਈਆਂ ਨੇ ਔਰ ਅੱਜ ਉਹਨਾਂ ਨੂੰ ਸਪੋਰਟ ਮਿਲਦੀ ਪਈ ਹੈ। ਬਿਹਾਰ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਮਿਲੇ ਨੇ ਕਿ ਇੱਕ ਰਾਜ ਸਭਾ ਦੇ ਵਿੱਚ ਜਿਹੜਾ ਬਿੱਲ ਆਇਆ ਉਸ ਨੂੰ ਰੋਕਣ ਵਾਸਤੇ ਮੁਲਾਕਾਤ ਕੀਤੀ ਹੈ, ਕਿਉਂਕਿ ਜਿੱਦਾਂ ਆਪਾਂ ਇੰਟਰੋਡਕਸ਼ਨ 'ਚ ਗੱਲ ਕੀਤੀ ਕਿ 6 ਹਫ਼ਤਿਆਂ ਵਾਸਤੇ ਸੁਪਰੀਮ ਕੋਰਟ ਛੁੱਟੀ ਤੇ ਹੈ, ਤਾਂ ਜਦੋਂ ਸੁਪਰੀਮ ਕੋਰਟ ਵਰਕਿੰਗ ਦੇ ਵਿੱਚ ਆ ਉਦੋਂ ਇਹ ਬਿੱਲ ਨਹੀਂ ਲੈ ਕੇ ਆਈ ਕੇਂਦਰ ਸਰਕਾਰ, ਜਦੋਂ ਛੁੱਟੀ ਚਲਾ ਗਿਆ ਉਦੋਂ ਇਹ ਬਿੱਲ ਲੈ ਕੇ ਆਈ ਹੈ। ਟਾਈਮਿੰਗ ਦੇਖ ਲਓ। ਔਰ ਐਕਸਪਰਟਸ ਇਹ ਕਹਿੰਦੇ ਨੇ ਕਿ ਇਹ ਜਿਹੜਾ ਬਿੱਲ ਹੈ ਇਹ ਸੰਵਿਧਾਨ ਦੇ ਮੁਤਾਬਿਕ ਨਹੀਂ ਹੈ, ਗੈਰ ਸੰਵਿਧਾਨਿਕ ਹੈ ਔਰ ਸੁਪਰੀਮ ਕੋਰਟ ਇਹਦੇ ਉੱਤੇ ਰੋਕ ਲਗਾ ਸਕਦੀ ਸੀ। ਇਸ ਕਰਕੇ ਇਹ ਟਾਈਮਿੰਗ ਚੁਣੀ ਗਈ ਹੈ ਕਿ ਜਦੋਂ ਸੁਪਰੀਮ ਕੋਰਟ ਛੁੱਟੀ ਤੇ ਚਲੀ ਜਾਵੇ 6 ਹਫ਼ਤਿਆਂ ਵਾਸਤੇ, ਉਦੋਂ ਇਹ ਬਿੱਲ ਲਿਆਂਦਾ ਜਾਵੇ ਔਰ ਆਪਣੀ ਕਾਰਵਾਈ ਪੂਰੀ ਕੀਤੀ ਜਾਵੇ। ਇੱਦਾਂ ਐਕਸਪਰਟਸ ਮੰਨਦੇ ਆ। ਹਾਂ, ਜਿਹੜਾ ਬਿੱਲ ਆ ਜਿੱਦਾਂ ਟਕਰਾਅ ਹੋ ਜਾਂਦਾ ਬਿੱਲ ਦਾ ਨਾ, ਜਿਹਦੇ ਵਿੱਚ ਵਿਧਾਨ ਸਭਾ ਜਿਹੜਾ ਰਾਜ ਸਭਾ 'ਚ ਪਾਸ ਹੋਣ ਤੋਂ ਰੋਕਣ ਲਈ ਨਿਤਿਸ਼ ਕੁਮਾਰ ਜੀ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਉਹ ਆਪ ਪਹੁੰਚੇ ਉੱਥੇ ਦਿੱਲੀ, ਔਰ ਕੇਜਰੀਵਾਲ ਸਾਹਿਬ ਨਾਲ ਉਹਨਾਂ ਦੀ ਗੱਲ ਹੋ ਗਈ। ਉਹਨਾਂ ਨੇ ਭਰੋਸਾ ਦੇ ਦਿੱਤਾ ਕਿ ਅਸੀਂ ਤੁਹਾਡੇ ਨਾਲ ਹਾਂ, ਔਰ ਮਮਤਾ ਬੈਨਰਜੀ ਵੀ ਆ ਗਏ ਨੇ ਇਸੇ ਮੁਹਾਜ ਦੇ ਵਿੱਚ। ਇਹ ਸਾਰੇ ਇਕੱਠੇ ਹੋ ਕੇ ਉਹਨਾਂ ਵਿੱਚੋਂ RJD ਜਿਹੜੀ ਉੱਥੇ ਦੀ ਇੱਕ ਪਾਰਟੀ ਆ ਬਿਹਾਰ ਦੀ, ਉਹ ਵੀ ਪਹੁੰਚ ਗਿਆ, ਉਹਦੇ ਉਪ ਮੁੱਖ ਮੰਤਰੀ ਵੀ ਆ ਗਏ ਉੱਥੇ, ਔਰ ਇਹਦੇ ਨਾਲ ਬਾਕੀ ਜਿੰਨੇ ਵੀ ਕਰਤਾ ਧਰਤਾ ਨੇਤਾ ਸਾਰੇ ਇਕੱਠੇ ਹੋ ਗਿਆ। ਵੈਸੇ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਠਜੋੜ ਬਣਾਉਣ ਦਾ ਕੀਤਾ ਸੀ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਓਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਮੁਹਾਜ 'ਤੇ ਖੜੇ ਹੋ ਜਾਣਾ ਚਾਹੀਦਾ, ਤਾਂ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਜਿੱਤ ਪ੍ਰਾਪਤ ਕਰ ਸਕੀਏ। ਅਤੇ ਇਸ ਜਿਹੜੀ BJP ਰੂਲਿੰਗ ਪਾਰਟੀ ਹੈ ਇਹਨੂੰ ਅਸੀਂ ਮੂੰਹ ਦੇ ਮੂੰਹ ਸੁੱਟ ਕੇ ਹਰਾ ਦਈਏ। ਪਰ ਉਹਦੇ ਵਿੱਚ ਉਹਨਾਂ ਨੇ ਇੱਕ ਵਾਰੀ ਤਾਂ ਮੀਟਿੰਗ ਕਰ ਲਈ ਸੀ, ਪਰ ਹੁਣ ਦੂਜਾ ਮੁੱਦਾ ਆ ਗਿਆ ਜਿਹੜਾ ਕੇਜਰੀਵਾਲ ਦੇ ਨਾਲ ਵੀ ਮੇਲ ਖਾਂਦਾ ਸੀਗਾ। ਦਿੱਲੀ 'ਚ ਵੀ ਇਹਦੇ ਬਾਰੇ ਹੋਇਆ, ਰੌਲਾ ਪਿਆ ਵਾ, ਔਰ ਬਿਹਾਰ ਦੇ ਵਿੱਚ ਵੀ ਰਿਹਾ ਵਾ, ਔਰ ਇਹ ਆਰਡੀਨੈਂਸ ਜਾਰੀ ਕਰਨ ਲੱਗੇ ਸੀ, ਉਹਦੀ ਡੈਕਲੇਰੇਸ਼ਨ ਹੋ ਰਹੀ ਸੀਗੀ। ਪਰ ਇਹਨਾਂ ਨੂੰ ਰੋਕਣ ਲਈ ਇਹਨਾਂ ਨੇ ਕਹਿਤਾ ਕਿ ਅਸੀਂ ਜਾ ਕੇ ਹੁਣ ਪਾਰਲੀਮੈਂਟ ਵਿੱਚ ਵੀ ਰੋਕਾਂਗੇ ਇਹਨੂੰ। ਜਦੋਂ ਇਹਦੇ ਵਿੱਚ ਵੋਟਾਂ ਪਈਆਂ, ਜਿਹਦੇ ਵਿੱਚ ਆਪੋਜੀਸ਼ਨ ਦੀਆਂ ਜਦੋਂ ਵੋਟਾਂ ਪਈਆਂ, ਜਦੋਂ ਉਹ ਨਾ ਪਾਇਆ, ਜਿਹਦੇ ਵਿੱਚ ਮਤਾ ਪਾਸ ਹੋਣ ਤੋਂ ਉਹਨਾਂ ਰੋਕ ਲਿਆ, ਜਿਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਇਹ ਮਤਾ ਨਹੀਂ ਪਾਸ ਹੋਊਗਾ ਕਿਉਂਕਿ ਸਾਰਿਆਂ ਦੇ ਵਿਰੁੱਧ ਜਾ ਰਿਹਾ, ਫਿਰ ਇਹ 'ਤੇ ਨਹੀਂ ਕਾਨੂੰਨ ਬਣੂਗਾ। ਜੇ ਨਾ ਹੋਇਆ ਤਾਂ ਫਿਰ ਲੋਕ ਸਭਾ ਚਲੇ ਗਿਆ, ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਮੁੜ ਕੇ ਚਲੇ ਗਿਆ ਰਾਸ਼ਟਰਪਤੀ ਕੋਲ, ਰਾਸ਼ਟਰਪਤੀ ਦੇ ਸਾਈਨ ਹੋਣ ਨਾਲ ਇਹ ਸੰਸਦ ਦੇ ਵਿੱਚ ਬਿੱਲ ਬਣ ਕੇ ਪਹੁੰਚ ਜਾਊਗਾ। ਇਹ ਮਸਲਾ ਜਿਹੜਾ ਹੁੰਦਾ, ਇਹ ਦੋ ਪਹਿਲਾਂ ਸਦਨ ਨੂੰ ਪਾਸ ਕਰਦੇ ਆ, ਦੋ ਸਦਨਾਂ 'ਚ ਪਾਸ ਹੋ ਗਿਆ ਤਾਂ ਫਿਰ ਸਿੱਧਾ ਹੀ ਆ ਗਿਆ ਪ੍ਰੈਜ਼ੀਡੈਂਟ ਆਪਣਾ ਰਾਸ਼ਟਰਪਤੀ ਕੋਲ। ਰਾਸ਼ਟਰਪਤੀ ਨੇ ਤਾਂ ਸਾਈਨ ਕਰਨੇ ਕਿਉਂਕਿ ਦੋਵਾਂ ਸਦਨਾਂ 'ਚ ਹੋ ਗਿਆ। ਹੁਣ ਇਸ ਵੇਲੇ ਜਿਹੜਾ ਇਹ ਬਿਲਕੁਲ ਕਾਨੂੰਨ ਬਣਨ ਦੇ ਬਿਲਕੁਲ ਨੇੜੇ ਆ ਗਿਆ, ਔਰ ਜੇ ਇਹਨੂੰ ਕਾਨੂੰਨ ਬਣਾ ਦਿੱਤਾ ਗਿਆ ਕਿਉਂਕਿ ਪਾਵਰਫੁਲ BJP ਹੈ, BJP ਕੋ ਜਿਹੜੇ ਅਹੁਦੇਦਾਰ ਬਹੁਤ ਹੈ, ਉਹਨਾਂ ਕੋਲ ਮੰਤਰੀ ਮੰਡਲ ਆ ਪੂਰੇ ਦਾ ਪੂਰਾ, ਉਹਨਾਂ ਕੋਲ ਜਿਹੜਾ ਬਹੁਮਤ ਹੈਗਾ। ਜਿਹੜੀ ਆਪੋਜੀਸ਼ਨ ਆ ਇਹ ਲੂਣ ਜਿਹੜਾ ਆਟੇ ਵਿੱਚ ਲੂਣ ਵਾਲੀ ਗੱਲ ਹੈ, ਥੋੜ੍ਹੇ ਲੋਕ ਹੈਗੇ ਤਦੇ ਉਹ ਮਨਮਾਨੀ ਕਰ ਜਾਂਦੇ, ਜੋ ਚਾਹੁੰਦੇ ਕਰ ਜਾਂਦੇ। ਉਸੇ ਤਰ੍ਹਾਂ ਗੱਲ ਇਹੀ ਹੈ ਨਾ, ਜੋ ਜਨਤਾ ਵੀ ਕਹਿ ਰਹੀ ਹੈ, ਬਤੇਰੇ ਲੋਕ ਕਹਿ ਰਹੇ ਨੇ, ਐਕਸਪਰਟਸ ਵੀ ਕਹਿ ਰਹੇ ਨੇ, ਸਾਰਾ ਮਾਹੌਲ ਜੋ ਹੈ ਉਹ ਡੈਮੋਕ੍ਰੈਟਿਕ ਨਹੀਂ ਰਹਿ ਗਿਆ। ਸਹੀ ਗੱਲ, ਲੋਕਤਾਂਤਰਿਕ ਨਹੀਂ ਰਹਿ ਗਿਆ। ਕਈ ਐਸੀਆਂ ਗੱਲਾਂ ਨੇ ਜੋ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੈਗੀਆਂ, ਉਹ ਕਿਸੇ ਪਾਰਟੀ ਦੇ ਹਿੱਤ ਵਿੱਚ ਹੋ ਸਕਦੀਆਂ ਨੇ, ਕਿਸੇ ਏਜੰਡੇ ਦੇ ਹਿੱਤ ਵਿੱਚ ਹੋ ਸਕਦੀਆਂ ਨੇ, ਪਰ ਲੋਕਾਂ ਦੇ ਹਿੱਤ ਦੇ ਵਿੱਚ, ਦੇਸ਼ ਦੇ ਹਿੱਤ ਵਿੱਚ ਜਾਂ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੈ, ਐਸਾ ਐਕਸਪਰਟਸ ਮੰਨਦੇ ਆ। ਸੋ ਇਹਦਾ ਕੀ ਰਿਜ਼ਲਟ ਹੋਏਗਾ ਇਹ ਤਾਂ ਦੇਖਣ ਵਾਲੀ ਗੱਲ ਹੈ। ਕੁਝ ਟਾਈਮਿੰਗ ਦੀ ਗੱਲ ਕਰਦੇ ਪਏ ਨੇ, ਇਹਦਾ ਹੁਣ ਕੀ ਜਵਾਬ ਦਿੰਦੀ ਹੈ ਕੇਂਦਰ ਸਰਕਾਰ ਔਰ ਕਿੱਦਾਂ ਇਹਨੂੰ ਨਜਿੱਠਦੇ ਨੇ ਕੇਜਰੀਵਾਲ ਸਾਹਿਬ ਔਰ ਸਾਰੀ ਆਪੋਜੀਸ਼ਨ ਕਿੱਦਾਂ। ਡੈਮੋਕ੍ਰੇਸੀ ਜਦੋਂ ਨਾ ਕੋਈ ਨਿਰਕੁੰਸ਼ਤਾ ਹੁੰਦੀ ਹੈ, ਜਿਹਨੂੰ ਕੋਈ ਆਰਬਿਟਰੇਰੀ ਜਾਂ ਡਿਕਟੇਟਰਸ਼ਿਪ ਕਹਿੰਦੇ ਆ, ਉਹ ਡਿਸੀਜਨ ਹੁੰਦਾ ਨਾ, ਉਦੋਂ ਫਿਰ ਆਪੋਜੀਸ਼ਨ ਸਿਰ ਚੁੱਕਦੀ ਹੈ। ਆਪੋਜੀਸ਼ਨ ਜੇ ਬਹੁਮਤ 'ਚ ਹੈਗੀ ਆ, ਜੇ ਆਪੋਜੀਸ਼ਨ ਥੋੜ੍ਹੀ ਹੈਗੀ ਆ ਤੇ ਨਿਰਕੁੰਸ਼ਤਾ ਕਿਹਦੀ ਚੱਲੂਗੀ? ਰੂਲਿੰਗ ਪਾਰਟੀ ਦੀ। ਦੋ ਪਾਰਟੀਆਂ ਆਪੋ 'ਚ ਬਹਿ ਕੇ ਕਰਦੀਆਂ ਨਾ, ਇੱਕ ਨੇ ਰੋਕਣਾ, ਦੂਜੀ ਨੇ ਇਹ ਗੇਮ ਹੀ ਮੰਨ ਲਓ ਹੈਗਾ ਕਿ ਗਰਾਊਂਡ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਹਿੱਟ ਨੂੰ ਰੋਕਣਾ, ਪਰ ਉਹ ਰੋਕੇਗੀ ਤਦ ਜੇ ਉਹਨਾਂ ਦੇ ਉੱਥੇ ਪੂਰੇ ਦੇ ਪੂਰੇ ਪਲੇਅਰ ਨਾਲ ਬੈਠੇ। ਪਲੇਅਰ ਮੀਨਸ ਹੈਗੇ ਆ ਪੂਰੇ ਦੇ ਪੂਰੇ ਉਹਨਾਂ ਦੇ ਨਾਲ ਸੰਸਦ ਬੈਠੇ ਆ। ਜੇ ਬੰਦੇ 4 ਬੈਠੇ ਆ ਤੇ ਉਹ 4 ਬੰਦਿਆਂ ਨੇ ਕੀ ਕਰਨਾ ਹੈਗਾ? ਮੈਜੋਰਟੀ ਆਪੋਜੀਸ਼ਨ ਵੀਕ ਹੈ, ਚੈੱਕ ਐਂਡ ਬੈਲੈਂਸ ਵਾਲੀ ਕੋਈ ਗੱਲ ਹੈ ਨਹੀਂ। ਜੀ। ਔਰ ਜਿੱਦਾਂ ਅਸੀਂ ਵਿਦੇਸ਼ਾਂ 'ਚ ਦੇਖਦੇ ਹਾਂ ਕਿ ਜਿਹੜੀ ਪਾਰਟੀ ਰੂਲਿੰਗ ਹੁੰਦੀ ਹੈ ਉਹਦੇ ਜਿਹੜੇ ਮਿਨਿਸਟਰਸ ਹੁੰਦੇ ਨੇ, ਸੇਮ ਜਿਹੜੀ ਆਪੋਜੀਸ਼ਨ ਹੁੰਦੀ ਹੈ ਉਹ ਸ਼ੈਡੋ ਗਵਰਨਮੈਂਟ ਬਣਾਉਂਦੀ ਹੈ। ਸਹੀ ਗੱਲ, ਆਪਣੇ ਬੰਦਿਆਂ ਨੂੰ ਵੀ ਉਹਨਾਂ ਮਿਨਿਸਟਰੀਜ਼ ਦੇ ਉੱਤੇ ਰੱਖਦੀ ਹੈ। ਉਹ ਪਾਵਰਸ ਨਹੀਂ ਹੁੰਦੇ, ਸ਼ੈਡੋ ਗਵਰਨਮੈਂਟ ਹੁੰਦੀ ਹੈ, ਸੇਮ ਰੈਂਕ ਹੁੰਦੇ ਨੇ। ਉਹ ਹਮੇਸ਼ਾ ਉਹਦੇ ਉੱਤੇ ਨਜ਼ਰ ਰੱਖਦੇ ਨੇ ਕਿ ਕੌਣ ਮੰਤਰੀ ਕੀ ਕਰ ਰਿਹਾ, ਕਿਹੜਾ ਵਿਭਾਗ ਕੀ ਕਰ ਰਿਹਾ, ਹਰ ਚੀਜ਼ ਦੇ ਉੱਤੇ ਨਜ਼ਰ ਹੁੰਦੀ ਹੈ। ਇੱਥੇ ਆਪੋਜੀਸ਼ਨ ਕੰਟਰੋਲ 'ਚ ਹੈ। ਕੰਟਰੋਲ 'ਚ ਮਤਲਬ ਆਪੋਜੀਸ਼ਨ ਸਟਰੋਂਗ ਨਹੀਂ ਹੈ, ਲਿਮਿਟ 'ਚ ਹੈਗੀ ਆ। ਪੰਜਾਬ 'ਚ ਵੀ ਇਹੀ ਹਾਲ ਆ, ਆਪੋਜੀਸ਼ਨ ਵੀ ਬਹੁਮਤ ਤਾਂ ਜਦੋਂ ਖਤਮ ਹੋ ਜਾਵੇ ਲੋਕਤੰਤਰ ਦੇ ਵਿੱਚ ਤੇ ਫਿਰ ਲੋਕਤੰਤਰ ਹੀ ਖਤਮ ਹੋ ਜਾਂਦਾ, ਕਿਉਂਕਿ ਲੋਕਤੰਤਰ ਹਮੇਸ਼ਾ ਆਪੋਜੀਸ਼ਨ ਦੇ ਨਾਲ ਹੈ।
ਕ੍ਰਿਟਿਸਿਜ਼ਮ ਦੇ ਨਾਲ ਹੈ ਹੂੰ ਕਿ ਤੁਹਾਡੇ ਹਰ ਕੰਮ ਦੇ ਉੱਤੇ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ, ਕਿਉਂਕਿ ਹਰ ਕੰਮ ਦੇਸ਼ ਵਾਸਤੇ ਹੈ, ਦੇਸ਼ ਦੇ ਲੋਕਾਂ ਵਾਸਤੇ ਹੈ, ਨਾਗਰਿਕਾਂ ਵਾਸਤੇ ਹੈ, ਨਾ ਕਿ ਕਿਸੇ ਪਾਰਟੀ ਵਾਸਤੇ ਜਾਂ ਕਿਸੇ ਪਾਰਟੀ ਦੇ ਏਜੰਡੇ ਵਾਸਤੇ। ਨੋ, ਇਹ ਕਨਸਟੀਟਿਊਸ਼ਨ ਵਾਸਤੇ ਹੈ ਔਰ ਕਨਸਟੀਟਿਊਸ਼ਨਲ ਐਕਟੀਵਿਟੀਜ਼ ਵਾਸਤੇ ਹੈ, ਫੈਡਰਲ ਸਿਸਟਮ ਜਿਹਨੂੰ ਆਪਾਂ ਕਹਿੰਦੇ ਆ ਸੰਘੀ ਢਾਂਚੇ ਵਾਸਤੇ ਹੈ, ਸੰਗੀ ਲੋਕਾਂ ਦੇ ਵੈਲਫੇਅਰ ਵਾਸਤੇ ਹੈ। ਸੋ ਜੀ ਜੀ ਇਸ ਚੀਜ਼ ਨੂੰ ਕਿੱਦਾਂ ਨਜਿੱਠਦੇ ਨੇ ਜੋ ਐਕਸਪਰਟਸ ਕਹਿੰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਔਰ ਸੁਪਰੀਮ ਕੋਰਟ ਜਦੋਂ 6 ਹਫ਼ਤਿਆਂ ਦੀ ਛੁੱਟੀ ਤੋਂ ਬਾਅਦ ਦੁਬਾਰਾ ਖੁੱਲੇਗਾ, ਫਿਰ ਉਦੋਂ ਦੁਬਾਰਾ ਕੀ ਹੋਣਾ ਇੱਥੇ ਹੈ, ਡਿਸਕਸ ਕੀ ਡਿਸਕਸ਼ਨਸ ਹੋਣੀਆਂ ਨੇ, ਬੈਂਚ ਬਣਿਆ ਇਹਦਾ ਪੂਰੇ ਦਾ ਯੈਸ, ਔਰ ਕੀ ਇਹਦੇ ਉੱਤੇ ਐਪਲੀਕੇਸ਼ਨਸ ਜਾਂ ਕਾਗਜ਼ੀ ਕਾਰਵਾਈ ਹੋਣੀ ਹੈ, ਕੀ ਮੂਵਮੈਂਟਸ ਹੋਣੀਆਂ ਨੇ, ਇਹ ਬਾਅਦ ਚ ਪਤਾ ਲੱਗੂਗਾ। ਜੀ ਜੀ ਸੋ ਚੱਲਿਆ ਜਾਵੇ ਬਲਕਾਰ ਜੀ, ਹਾਂਜੀ ਹਾਂਜੀ ਤੁਸੀਂ ਵੀ ਜਾਣਾ ਹੋਏਗਾ 2000 ਦੇ ਨੋਟ ਮੇਰੇ ਕੋਲ ਬਦਲਵਾਉਣ ਵਾਸਤੇ। ਹੁਣ ਮੇਰੇ ਨੋਟਾਂ ਨਾਲ ਜਿਹੜੇ ਬੋਰੇ ਭਰੇ ਆ ਉਹਨਾਂ ਨੂੰ ਮੈਂ ਲੈ ਕੇ ਜਾਊਂਗਾ ਬੈਂਕ 'ਚ, ਹੈ ਨਾ। ਕੋਈ ਮਦਦ ਦੀ ਲੋੜ ਹੈ ਮੈਨੂੰ ਦੱਸ ਦਿਓ, ਮੈਂ ਨਾਲ ਚੱਲ ਪੂੰਗਾ, ਤੁਹਾਡੇ ਇੱਕ ਅੱਧਾ ਬੋਰਾ ਮੈਂ ਵੀ ਚੁੱਕ ਲੂੰਗਾ। ਤੁਹਾਡੇ ਮੋਟਰਸਾਈਕਲ ਤੇ ਰੱਖ ਲਾਂਗੇ ਬਾਕੀ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ ਚੱਲੀਏ, ਸਤਿ ਸ੍ਰੀ ਅਕਾਲ।